ਭੈਣ ਹੁਣੇ ਹਿੰਦੂ ਪਰਿਵਾਰ ਨਾਲ ਸੰਬੰਧਿਤ ਨੇ। ਬਚਪਨ ਤੋਂ ਹੀ ਉਹਨਾਂ ਦਾ ਸਿੱਖ ਧਰਮ ਦੇ ਵਿੱਚ ਰੁਝਾਨ ਹੁੰਦਾ ਹੈ। ਜਿਉਂ-ਜਿਉਂ ਵੱਡੇ ਹੁੰਦੇ ਨੇ ਸਿੱਖ ਇਤਿਹਾਸ ਪੜ੍ਹਦੇ ਨੇ ਤੇ ਸਿੱਖੀ ਨਾਲ ਜੁੜਦੇ ਜਾਂਦੇ ਨੇ। ਵੀਰ ਹੁਣੇ ਦੱਸਦੇ ਨੇ ਕਿ ਜਦੋਂ ਉਹਨਾਂ ਦੀ ਪਹਿਲੀ ਵਾਰ ਮੁਲਾਕਾਤ ਹੁੰਦੀ ਹੈ ਤਾਂ ਉਦੋਂ ਵੀ ਧਰਮ ਦੀਆਂ ਗੱਲਾਂ ਹੁੰਦੀਆਂ ਨੇ। ਦੋਨੋਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਨੇ, ਦੋਨਾਂ ਦਾ ਵਿਆਹ ਹੋ ਜਾਂਦਾ ਆ। ਵੀਰ ਹੁਣੇ ਦੱਸਦੇ ਨੇ ਕਿ ਬਾਕੀ ਲੋਕਾਂ ਦੀ ਤਰ੍ਹਾਂ ਉਹਨਾਂ ਦੇ ਵੀ ਸ਼ੌਂਕ ਸੀ, ਇੱਛਾਵਾਂ ਸੀ, ਪਰ ਜਦੋਂ ਉਹਨਾਂ ਸ਼ੌਂਕਾਂ ਦੀ ਪੂਰਤੀ ਹੁੰਦੀ ਆ ਤਾਂ ਉਹਨਾਂ ਨੂੰ ਉਹ ਖੁਸ਼ੀ ਨਹੀਂ ਮਿਲਦੀ। ਪਰ ਜਦੋਂ ਉਹ ਗੁਰਦੁਆਰਾ ਸਾਹਿਬ ਜਾਂਦੇ ਨੇ, ਨਾਮ ਜਪਦੇ ਨੇ ਤਾਂ ਉਹਨਾਂ ਨੂੰ ਉਹ ਆਨੰਦ ਪ੍ਰਾਪਤ ਹੁੰਦਾ ਹੈ। ਭੈਣ ਹੁਣੇ ਫਿਰ ਵੀਰ ਹੁਣਾਂ ਨੂੰ ਕਹਿੰਦੇ ਨੇ ਕਿ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ। ਫਿਰ ਦੋਨੋਂ ਜਾਣੇ ਅੰਮ੍ਰਿਤ ਛਕਦੇ ਨੇ। ਵੀਰ ਹੁਣੇ ਇਹ ਵੀ ਕਹਿੰਦੇ ਨੇ ਕਿ ਪਰਮਾਤਮਾ ਨੇ ਸਾਡੇ ਤੇ ਤਰਸ ਖਾਦਾ ਹੈ ਤੇ ਸਾਨੂੰ ਆਪਣੇ ਲੜ ਲਾਇਆ ਹੈ। ਇਹਨਾਂ ਦੇ ਦਾਦਾ ਜੀ ਦਾਦੀ ਜੀ ਜਿਵੇਂ ਰਾਮ ਨਾਮ, ਓਮ ਨਮः ਸ਼ਿਵਾਏ ਜਿਹੜਾ ਸ਼ਿਵ ਜੀ ਦਾ ਮੰਤਰ ਹੈ ਉਹ ਕਰਦੇ ਸੀ। ਇਹਨਾਂ ਦੇ ਅੰਦਰ ਵੀ ਉਹੀ ਚੱਲਦਾ ਆ ਰਿਹਾ ਸੀਗਾ ਛੋਟੇ ਹੁੰਦਿਆਂ ਤੋਂ। ਤੇ ਸਿੱਖ ਬੱਚੇ ਮਿਲਦੇ ਹੁੰਦੇ ਸੀ ਜਿਹੜੇ ਇਹਨਾਂ ਦੇ ਸਾਹਮਣੇ ਨਾ ਵਾਹਿਗੁਰੂ ਜਾਂ ਜਿਵੇਂ ਆਪਾਂ ਕਹਿੰਦੇ ਆ ਕੋਈ ਪਾਠ ਦੀ ਬਾਣੀ ਦੀ ਤੁਕ ਪੜ੍ਹਦੇ ਸੀ ਤਾਂ ਫਿਰ ਜਦੋਂ ਜਾਂਦੇ ਸੀਗੇ ਘਰੇ ਤੇ ਆਪਣੇ ਮਦਰ ਨੂੰ ਪੁੱਛਦੇ ਹੁੰਦੇ ਸੀ। ਇਹਦੇ ਮਦਰ ਨੇ ਇਹਨਾਂ ਨੂੰ ਸਮਝਾਇਆ ਕਿ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣਾ ਸੀਸ ਦਿੱਤਾ ਹਿੰਦੂ ਧਰਮ ਨੂੰ, ਸਨਾਤਨ ਧਰਮ ਜਿਨ੍ਹਾਂ ਨੂੰ ਕਹਿੰਦੇ, ਉਹਨਾਂ ਨੂੰ ਬਚਾਉਣ ਲਈ। ਕਹਿੰਦੇ ਕਿ ਸਾਡੇ ਆਸ-ਪਾਸ ਵੀ ਇਹ ਗੱਲ ਬਹੁਤ ਹੁੰਦੀ ਸੀ ਕਿ ਗੁਰੂ ਤੇਗ ਬਹਾਦਰ ਜੀ ਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਕਰਜ਼ ਕਦੀ ਲਾ ਹੀ ਨਹੀਂ ਸਕਦੇ। ਇੱਕ ਗੈਟ ਟੂਗੇਦਰ ਸੀਗਾ, ਸਾਰੇ ਉੱਥੇ ਇਕੱਠੇ ਹੋਏ ਸੀਗੇ ਤੇ ਆਪਾਂ ਉੱਥੇ ਮਿਲੇ ਆ ਤੇ ਉਸ ਟਾਈਮ ਤੇ ਗੱਲ ਵੀ ਉਸ ਰੱਬ ਦੀ ਹੋ ਰਹੀ ਸੀ। ਇਹ ਆਪਣੇ ਵਿਚਾਰ ਰੱਖਦੇ ਤੇ ਮੈਂ ਆਪਣੇ ਵਿਚਾਰ ਉਸ ਟਾਈਮ ਤੇ ਰੱਖੇ ਤਾਂ ਸਾਨੂੰ ਇੱਕ ਚੀਜ਼ ਸਮਝ ਆਈ ਕਿ ਸਾਡੀ ਸੋਚ ਇੱਕ ਸੀ। ਉਦੋਂ ਆਪਣੇ ਨੰਬਰ ਆਪਾਂ ਪਹਿਲੀ ਵਾਰ ਐਕਸਚੇਂਜ ਕੀਤੇ, ਜਿਵੇਂ ਕਹਿ ਲਓ ਦੋਸਤ ਬਣੇ। ਤੇ ਜਦੋਂ ਮੈਂ ਇੱਥੇ ਵਾਪਸ ਆ ਗਿਆ ਜੀ, ਆਪਾਂ ਚੰਡੀਗੜ੍ਹ ਮਿਲੇ ਸੀ ਨਾ ਉਦੋਂ, ਤੇ ਉਸ ਤੋਂ ਬਾਅਦ ਮੈਂ ਆ ਜਾਂਦਾ ਤੇ ਥੋੜ੍ਹੇ ਦਿਨ ਬਾਅਦ ਸਾਡੀ ਗੱਲ ਹੁੰਦੀ ਹੈ ਤਾਂ ਸਾਨੂੰ ਚੰਗਾ ਲੱਗਦਾ ਇੱਕ ਦੂਜੇ ਨਾਲ ਗੱਲ ਕਰਕੇ। ਮੈਂ ਇਹਨਾਂ ਨੂੰ ਜਿਵੇਂ ਹੌਲੀ-ਹੌਲੀ ਪੁੱਛਿਆ, ਥੋੜਾ ਵਕਤ ਹੋਰ 1 ਮਹੀਨਾ ਬੀਤ ਗਿਆ ਸੀ, ਵਾਹਿਗੁਰੂ ਜੀ 2-4 ਵਾਰੀ ਸਾਡੀ ਗੱਲ ਹੋ ਚੁੱਕੀ ਸੀ। ਤਾਂ ਮੈਂ ਕਿਹਾ ਕਿ ਅਗਰ ਆਪਾਂ ਮੈਰਿਜ ਕਰਾਉਂਦੇ ਆ ਤਾਂ ਮਤਲਬ ਮੇਰੀ ਸੋਚ ਹੈ। ਤਾਂ ਇਹਨਾਂ ਨੇ ਕਿਹਾ ਕੋਈ ਨਹੀਂ, ਘਰ ਦੇ ਜਦੋਂ ਮਿਲਣਗੇ, ਮੈਂ ਵੀ ਦੇਖੋ ਆਪਾਂ ਇੱਕ ਦੂਜੇ ਨੂੰ ਪਸੰਦ ਤਾਂ ਕਰਦੇ ਹੀ ਸੀ, ਵੀ ਘਰ ਦੇ ਮਿਲਣਗੇ, ਅਗਰ ਉਹਨਾਂ ਦੀ ਹਾਮੀ ਹੋਏਗੀ ਤਾਂ ਜ਼ਰੂਰ। माँ बाप को ये होता है ना, मेरी लड़की खुश होनी चाहिए। अगर उसे लग रहा है कि हाँ वो खुश रहेगी, ठीक है, माँ बाप एक बार चेक भी करते कि हाँ ठीक है, घर वाले, तभी पेरेंट्स से मिलवाया। सबसे बड़ी चीज़ मेरी माता श्री ने उस टाइम पे ये बोली थी कि जैसे भी उस अकाल पुरख का हुक्म होएगा ना, उसी में चलना है बेटा। जैसे उसका हुक्म होना है ना बेटा, वैसे ही होना है। अगर मैं जितना मर्जी जोर लगा लूँ कि नहीं करना, अगर उसका हुक्म है ना, वो होके रहेगा। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਤਾਂ ਫਰੈਂਡ ਹੈ ਤੇ ਤੁਸੀਂ ਉਹਨਾਂ ਨੂੰ ਮਿਲੋ, ਦੇ ਮਦਰ ਫਾਦਰ ਜਾਂ ਜਿੱਦਾਂ ਵੀ ਨਾ ਪਰਿਵਾਰ ਨਾਲ ਮਿਲੋ, ਕਿਉਂਕਿ ਇਹਨਾਂ ਦੇ ਫਾਦਰ ਤਾਂ ਉਦੋਂ ਸੀਗੇ ਨਹੀਂ। ਤਾਂ ਉਹ ਕਹਿੰਦੇ ਠੀਕ ਹੈ। ਉਹ ਮਿਲਦੇ ਆ। ਉਹ ਆਪਸ 'ਚ ਜਦੋਂ ਮਿਲੇ ਤੇ ਸਾਨੂੰ ਇੰਜ ਲੱਗਿਆ ਹੀ ਨਹੀਂ ਕਿ ਆਪਾਂ ਘਰਦਿਆਂ ਨੂੰ ਪਹਿਲੀ ਵਾਰੀ ਮਿਲਵਾ ਰਹੇ ਹਾਂ, ਇੰਜ ਲੱਗਿਆ ਆਪਾਂ ਪਹਿਲਾਂ ਤੋਂ ਹੀ ਜਾਣਦੇ ਸੀ। ਕਿੰਨੇ ਟਾਈਮ ਬਾਅਦ ਵਿਆਹ ਹੋ ਜਾਂਦਾ ਫਿਰ ਤੁਹਾਡਾ? ਸਾਡਾ ਵਾਹਿਗੁਰੂ ਜੀ 1 ਤੋਂ 1.5 ਮਹੀਨੇ ਦੇ ਵਿੱਚ ਲੱਗਿਆ ਸੀ ਸਮਾਂ ਤੇ ਵਿਆਹ ਹੋ ਗਿਆ ਸੀ। ਵਾਹਿਗੁਰੂ ਜੀ ਜਿਵੇਂ ਵਿਆਹ ਹੁੰਦਾ, ਬੜੇ ਤਰ੍ਹਾਂ ਦੇ ਸ਼ੌਂਕ ਹੁੰਦੇ ਆ ਤੇ ਸ਼ੌਂਕ ਸਾਡੇ ਵੀ ਸੀ, ਪਰ ਮਹਾਰਾਜ ਨੇ ਨਾ ਸੋਚ ਨੇੜੇ ਆਉਂਦੇ ਬਦਲਤੀ। ਗਏ ਵੀ ਆ ਘੁੰਮਣ, ਇਹ ਨਹੀਂ ਕਿ ਆਪਾਂ ਨਹੀਂ ਗਏ, ਥੋੜ੍ਹਾ ਜਿਹਾ ਘੁੰਮਣ ਫਿਰਨ ਵੀ ਗਏ। ਤੇ ਉਸ ਤੋਂ ਬਾਅਦ ਨਾ ਬਸ ਆਪਾਂ ਸੋਚ ਲਿਆ ਵੀ ਨਹੀਂ, ਆਹ ਨਾ ਪਸੰਦ ਨਹੀਂ ਆ ਰਿਹਾ। ਹਾਂ, ਵੀ ਅੰਦਰੋਂ ਕੁਝ ਹੋ ਰਿਹਾ, ਵੀ ਆਹ ਚੀਜ਼ ਤਾਂ ਨਾ ਸਾਨੂੰ ਆਨੰਦ ਹੀ ਨਹੀਂ ਆ ਰਿਹਾ। ਵੀ ਆਪਾਂ ਜਾ ਰਹੇ ਹਾਂ, ਸ਼ੌਂਕ ਤਾਂ ਇੱਥੇ ਦਾ ਹੀ ਸੀ, ਅੱਜ ਉਹ ਚੀਜ਼ ਸਾਡੇ ਸਾਹਮਣੇ ਪਈ ਹੈ ਪਰ ਖੁਸ਼ੀ ਨਹੀਂ ਹੈ। ਆਹ ਚੀਜ਼ ਫੀਲ ਹੋਈ ਨਾ ਜਦੋਂ, ਤਾਂ ਬੈਠ ਕੇ ਸੋਚਿਆ ਵੀ ਇੱਦਾਂ ਕਿਉਂ ਹੋ ਰਿਹਾ, ਵੀ ਇਹਦੇ ਲਈ ਪਾਗਲ ਹੋਏ ਫਿਰਦੇ ਸੀ ਆਪਾਂ ਵੀ ਸਾਨੂੰ ਆਹ ਚਾਹੀਦਾ, ਆਹ ਚਾਹੀਦਾ। ਅੱਜ ਮਹਾਰਾਜ ਨੇ ਦੇਤੀ। ਮਹਾਰਾਜ ਨੇ ਨਾ ਉਦੋਂ ਸਾਡੇ ਸਾਹਮਣੇ ਉਹ ਚੀਜ਼ਾਂ ਰੱਖਤੀਆਂ ਵੀ ਇਹ ਲਓ, ਜੇ ਖੁਸ਼ੀ ਹੋ ਰਹੀ ਹੈ ਤਾਂ ਕਰ ਲਓ, ਖੁਸ਼ੀ ਮਨਾ ਲਓ। ਫਿਰ ਸਾਨੂੰ ਕਿਸੇ ਹੋਰ ਜਗ੍ਹਾ ਜਾਣ ਨਾਲੋਂ ਕੋਈ ਗੁਰੂ ਘਰ ਜਾ ਕੇ ਖੁਸ਼ੀ ਮਿਲਦੀ ਸੀ। ਪਰ ਮੈਰਿਜ ਤੋਂ ਬਾਅਦ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਜਸਟ 1-2 ਮਹੀਨੇ ਬਾਅਦ ਹੀ ਮਹਾਰਾਜ ਨੇ ਸਾਨੂੰ ਆਪਣੇ ਲੜ ਲਾਣਾ ਸ਼ੁਰੂ ਕਰਤਾ ਸੀ। ये आते हैं तो मैं इनसे बात करती हूँ कि हम ना गुरु ग्रंथ साहिब जी, प्लीज़ गुरु जी क्या कह रहे हैं ना, मुझे जानना है। तो ये ना सेवा आप लो कि मुझे बताओ गुरु साहिब जी क्या कह रहे हैं। वाहिगुरु जी जो शहीदियाँ देखे गए हैं ना सारे, वो चीज़ एकदम तीर बजी। वाहिगुरु जी एकदम तीर बजा। तो फिर तो मैं जब इनको देखती थी, मैं कहती थी प्लीज़ वाहिगुरु जी अपने बापू जैसे बन जाओ। मैं ਇਹਨਾਂ ਨੂੰ ਨਾ ਇਹ ਗੱਲ ਕਹਿ ਦਿੰਦਾ ਸੀ, ਆਪਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਤੇ ਉਹ ਆਪੇ ਦੇਖਣਗੇ, ਤੂੰ ਕਿਉਂ ਟੈਨਸ਼ਨ ਲੈ। ਮਤਲਬ ਇੱਦਾਂ ਇੱਕ ਨੋਰਮਲੀ ਇੱਕ ਦਿਨ ਇਹਨਾਂ ਨੇ ਕਹਿਤਾ, ਕਹਿੰਦੇ ਤੁਸੀਂ ਕਹਿੰਦੇ ਹੋ ਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ, ਵੀ ਮੈਂ ਵੀ ਉਹਨਾਂ ਦੀ ਬੱਚੀ ਹਾਂ, ਤਾਂ ਫਿਰ ਆਪਾਂ ਕਿੱਦਾਂ ਕਹਿ ਰਹੇ ਹਾਂ ਕਿ ਆਪਾਂ ਉਹਨਾਂ ਦੇ ਬੱਚੇ ਹਾਂ? ਆਪਾਂ ਤਾਂ ਉਹਨਾਂ ਦੇ ਹੁਕਮ 'ਚ ਹੈ ਹੀ ਨਹੀਂ। ਤਾਂ ਕੀ ਸਾਡੇ ਬਾਪੂ ਜੀ ਕਹਿੰਦੇ ਹੋਣਗੇ ਕਿ ਇਹ ਮੇਰੇ ਬੱਚੇ ਹੈ? ਹਾਂਜੀ, ਇਹ ਜਿਹੜੇ ਇੱਦਾਂ ਦੀਆਂ 1-2 ਗੱਲਾਂ ਇਹਨਾਂ ਨੇ ਮੈਨੂੰ ਕਹੀਆਂ ਤੇ ਮੈਂ ਸੋਚਣ ਬੈਠ ਗਿਆ। ਮੈਂ ਕਿਹਾ ਗੱਲ ਤਾਂ ਸਹੀ ਹੈ। ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਮਤਲਬ ਦੱਸੋ ਵੀ ਅੰਮ੍ਰਿਤ ਛਕੀਏ, ਵੀ ਮੈਂ ਤਾਂ ਛਕਣਾ। ਤੇ ਫਿਰ ਮੈਂ ਇਹਨਾਂ ਨੂੰ ਕਿਹਾ ਵਾਹਿਗੁਰੂ ਜੀ ਜ਼ਰੂਰ, ਮੈਂ ਅੱਜ ਤੋਂ ਬਾਅਦ ਕੇਸ਼ਾਂ ਦੀ ਬੇਅਦਬੀ ਨਹੀਂ ਕਰੂੰਗਾ ਤੇ ਆਪਾਂ ਦੋਨੋਂ ਇਕੱਠੇ ਛਕਾਂਗੇ। ਚਲੋ ਮਹਾਰਾਜ ਅੱਗੇ ਅਰਦਾਸ ਕਰ ਦਿੰਦੇ ਹਾਂ। ਸਮਾਂ ਉਹਨਾਂ ਨੂੰ ਪਤਾ ਕਿ ਕਿਹੜਾ ਉਹ ਸਮਾਂ ਹੋਏਗਾ, ਕਦੋਂ ਕਿੱਦਾਂ ਹੋਏਗਾ। ਆਪਾਂ ਅੱਜ ਤੋਂ ਇੱਦਾਂ ਕਰਦੇ ਹਾਂ, ਰਹਿਤ ਮਰਿਆਦਾ ਨੂੰ ਸਮਝਦੇ ਹਾਂ, ਆਪਾਂ ਸਾਲ ਕੁ ਰਹਿਤ ਮਰਿਆਦਾ ਰੱਖਦੇ ਹਾਂ।
ਤੇ ਜਾਂ ਜਦੋਂ ਮਹਾਰਾਜ ਨੇ ਚਾਹਿਆ ਉਦੋਂ ਛਕਾਣਗੇ। ਆਪਾਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਦੇ ਹਾਂ। ਹਜੂਰ ਸਾਹਿਬ ਜਦੋਂ ਗਏ ਨਾ ਤੇ ਉੱਥੇ ਜਾ ਕੇ ਤਾਂ ਬਸ ਜਿਵੇਂ ਕਹਿ ਲਓ ਮਨ ਪੱਕਾ ਹੋ ਗਿਆ। ਮਹਾਰਾਜ ਨੇ ਨਾ ਜਿਵੇਂ ਕਹਿ ਲਓ ਵੀ ਕਿਰਪਾ ਕਰਤੀ। ਤੁਸੀਂ ਲਾ ਲਓ ਵੀ ਉੱਥੋਂ ਆਏ ਹਾਂ ਵਾਪਸ ਤੇ ਆਪਾਂ ਆ ਕੇ ਅਰਦਾਸ ਕਰਕੇ ਆਏ ਸੀ ਹਜੂਰ ਸਾਹਿਬ ਤੋਂ ਕਿ ਮਹਾਰਾਜ ਜੀ ਆਪਾਂ ਠੀਕ ਹੈ, ਰਹਿਤ ਮਰਿਆਦਾ 'ਚ ਰਵਾਂਗੇ। ਵਾਹਿਗੁਰੂ ਜੀ ਜਦੋਂ ਹੁਣ ਤੁਸੀਂ ਨੈਕਸਟ ਟਾਈਮ ਬੁਲਾਓ ਇੱਥੇ ਹੀ ਬੁਲਾਇਓ, ਅੰਮ੍ਰਿਤ ਵੀ ਇੱਥੇ ਹੀ ਛਕਾਇਓ। ਆਪਾਂ ਦੁਬਾਰਾ ਆਉਣਾ ਚਾਹੁੰਦੇ ਹਾਂ ਤੁਹਾਡੇ ਕੋਲ। 1 ਸਾਲ ਪੂਰਾ ਹੋਣ ਤੋਂ ਪਹਿਲਾਂ ਮਹਾਰਾਜ ਨੇ ਫਿਰ ਬੁਲਾ ਲਿਆ। ਹਾਂਜੀ 2020 में ਹਾਂਜੀ ਤੇ 2021 ਚ ਪਿਤਾ ਜੀ ਨੇ ਅੰਮ੍ਰਿਤ ਹਾਂਜੀ ਵਾਹਿਗੁਰੂ ਜੀ। ਫਿਰ ਆਪਾਂ ਮਹਾਰਾਜ ਨੂੰ ਉੱਥੇ ਅਰਦਾਸ ਕੀਤੀ, ਮਹਾਰਾਜ ਕੁਛ ਹੋ ਜੇ, ਹੋ ਸਕਦਾ ਇਹ ਤਾਂ ਨਹੀਂ ਡੋਲਣਗੇ, ਹੋ ਸਕਦਾ ਕਿਤੇ ਮੈਂ ਹੀ ਨਾ ਡੋਲ ਜਾਵਾਂ, ਵੀ ਤੁਸੀਂ ਮਨ ਨੂੰ ਤੁਸੀਂ ਸਾਂਭਿਓ, ਵੀ ਮੈਂ ਇਹਨਾਂ ਨੂੰ ਮਨਾ ਨਹੀਂ ਕਰੂੰਗਾ ਤੇ ਆਪਾਂ ਅੰਮ੍ਰਿਤ ਛਕਾਂਗੇ। ਤੇ ਉਹ ਸਾਲ ਦੇ ਵਿੱਚ ਰਹਿਤ ਮਰਿਆਦਾ ਨੂੰ ਪੂਰਾ ਫੋਲੋ ਕੀਤਾ। ਫਿਰ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕਰਕੇ ਅੰਮ੍ਰਿਤ ਛਕਾਤਾ। ਹੁਣ ਜਿਵੇਂ ਅੱਜ ਸੰਗਤ ਫੋਟੋ ਦੇਖ ਰਹੀ ਹੈ ਵੀ ਪਿੱਛੇ ਮੈਂ ਕਟਿੰਗ 'ਚ ਸੀ ਤੇ ਸਾਲ ਬਾਅਦ ਇੰਨੀ ਕਿਰਪਾ ਮਹਾਰਾਜ ਨੇ ਕੀਤੀ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਹੀ ਹੈਰਾਨ ਹੋ ਰਹੇ ਸੀ ਜਦੋਂ ਮੈਂ ਆਪਣਾ ਸਰੂਪ ਦੇਖਿਆ। ਜਦੋਂ ਅੰਮ੍ਰਿਤ ਛਕ ਲਿਆ, ਮੈਂ ਦਮਾਲਾ ਬੰਨਿਆ, ਮੈਂ ਸ਼ਸਤਰ ਧਾਰੀ ਹੋ ਗਿਆ ਹੈ ਨਾ, ਮੈਂ ਬਾਣਾ ਪਾ ਲਿਆ ਤੇ ਮੈਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖ ਕੇ ਨਾ ਕਹਿ ਰਿਹਾ ਵੀ ਯਾਰ ਤੂੰ ਸੱਚੀ ਗਲਤ ਰਾਹ 'ਤੇ ਸੀ, ਤੂੰ ਸੱਚੀ ਭਟਕਿਆ ਹੋਇਆ ਸੀ, ਪਰ ਅੱਜ ਸ਼ੁਕਰ ਕਰ ਕਿ ਤੂੰ ਆਪਣੇ ਪਿਓ ਵਰਗਾ ਤਾਂ ਲੱਗ ਰਿਹਾ। ਹਜੂਰ ਸਾਹਿਬ ਤੋਂ ਵਾਪਸ ਆਉਂਦੇ ਹਾਂ ਅੰਮ੍ਰਿਤ ਛਕ ਕੇ, ਤੇ ਆਪਾਂ ਅੰਮ੍ਰਿਤ ਛਕ ਕੇ ਉੱਥੇ ਕੁਝ ਦਿਨ ਰਹੇ। ਫਿਰ ਜਦੋਂ ਆਪਾਂ ਵਾਪਸ ਆਉਂਦੇ ਹਾਂ ਭੈਣੇ, ਇਹ ਬੜੀ ਇੰਟਰਸਟਿੰਗ ਗੱਲ ਹੈ। ਜਦੋਂ ਆਪਾਂ ਟਰੈਵਲ ਕਰਕੇ ਆ ਰਹੇ ਸੀ ਤਾਂ ਮੈਂ ਇਹਨਾਂ ਨੂੰ ਇਹੀ ਗੱਲ ਕਹਿ ਰਿਹਾ, ਮੈਂ ਕਿਹਾ ਜਾਵਾਂਗੇ, ਆਹ ਕੰਮ ਸੀਗੇ ਬੜੀ ਦੇਰ ਤੋਂ ਉਹ ਵਿੱਚੇ ਰੁਕ ਗਏ ਸੀ, ਜਾਂਦੇ ਆਹ ਕੰਮ ਕਰਨੇ ਪੈਣਗੇ ਆਪਾਂ ਨੂੰ। ਇਹ ਕਹਿੰਦੇ ਹਾਂਜੀ ਠੀਕ ਹੈ ਆਪਾਂ ਜਾ ਕੇ ਕਰ ਲਾਂਗੇ। ਵਾਪਸ ਆਉਂਦੇ ਉਹ ਕੰਮ ਕਿੱਥੇ ਕਰਨੇ ਸੀ। ਉਸ ਤੋਂ ਬਾਅਦ ਮਹਾਰਾਜ ਨੇ ਤਕਰੀਬਨ 1.5 ਤੋਂ ਪੌਣੇ 2 ਸਾਲ ਸਾਨੂੰ ਸਿਰਫ ਤੇ ਸਿਰਫ ਕਹਿ ਲਓ ਵੀ ਨਾਮ ਜਪਵਾਇਆ। ਤੇ ਸਾਨੂੰ ਜਿਵੇਂ ਕਹਿੰਦੇ ਆ ਨਾ ਵੀ ਇੱਕ ਦਿਨ ਨਹੀਂ ਆਪਣਾ ਨਿਕਲ ਸਕਦਾ ਜੇ ਆਪਾਂ ਕੰਮ ਨਾ ਕਰੀਏ, ਜੇ ਆਪਾਂ ਸਹੀ ਤਰ੍ਹਾਂ ਹੈ ਨਾ ਆਪਣੀ ਰੂਟੀਨ ਨਾ ਫੋਲੋ ਕਰੀਏ, ਤੇ ਜਾਂ ਆਪਾਂ ਕਹਿੰਦੇ ਦੋਸਤਾਂ ਨੂੰ ਨਾ ਮਿਲੀਏ, ਰਿਸ਼ਤੇਦਾਰਾਂ ਨੂੰ ਨਾ ਮਿਲੀਏ, ਘਰਦਿਆਂ ਨੂੰ ਨਾ ਮਿਲੀਏ। ਮਹਾਰਾਜ ਨੇ ਸਾਨੂੰ ਦੋਨਾਂ ਨੂੰ ਇਕੱਲੇ ਰੱਖਿਆ। ਸਾਨੂੰ ਕਹਿੰਦੇ ਆ ਨਾ ਵੀ ਉਹਨਾਂ ਨੇ ਕਿਹਾ ਤੁਸੀਂ ਬਸ ਨਾਮ ਜਪੋ, ਬਾਕੀ ਸਾਰੀ ਟੈਨਸ਼ਨ ਮੈਂ ਤੁਹਾਡੀ ਲੈ ਚੁੱਕਿਆ। ਮਹਾਰਾਜ ਨੇ ਨਾਮ ਜਪਾਉਣ ਤੇ ਲਾਇਆ, ਸਾਰੇ ਕੰਮ ਆਪੇ ਹੁੰਦੇ ਰਹੇ। ਸਾਨੂੰ ਕੋਈ ਚੀਜ਼ ਦੀ ਘਾਟ ਨਹੀਂ ਮਹਾਰਾਜ ਨੇ ਆਉਣ ਦਿੱਤੀ, ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਵੀ ਆਪਾਂ ਨੂੰ ਕਦੀ ਇਹ ਫੀਲ ਹੋਇਆ ਹੋਵੇ ਵੀ ਯਾਰ ਸਾਨੂੰ ਨਾ ਆਹ ਚਾਹੀਦਾ ਨਾ। ਸਾਡੀ ਸੋਚ ਤੋਂ ਪਹਿਲਾਂ ਹੀ ਮਹਾਰਾਜ ਨੇ ਉਹ ਚੀਜ਼ ਪੂਰੀ ਕਰਾ ਕੇ ਰੱਖਣੀ। ਬਸ ਬੱਚਿਓ ਤੁਸੀਂ ਨਾਮ ਜਪੀ ਚੱਲੋ। ਤੇ ਫਿਰ ਸਾਨੂੰ ਨਾ ਇੱਕ ਦਿਨ ਬੈਠੇ ਬੈਠੇ ਇੱਕ ਗੱਲ ਯਾਦ ਆਈ। ਮੈਂ ਇਹਨਾਂ ਨੂੰ ਕਿ ਗੁਰੂ ਨਾਨਕ ਦੇਵ ਜੀ ਤਾਂ ਇਹ ਵੀ ਕਹਿੰਦੇ ਕੀਰਤ ਕਰਨੀ ਵੀ ਬੜੀ ਜ਼ਰੂਰੀ ਹੈ। ਇਹਨਾਂ ਨੇ ਮੈਨੂੰ ਫਿਰ ਇਹ ਗੱਲ ਕਹੀ, ਕਹਿੰਦੇ ਕੀਰਤ ਤਾਂ ਤੁਸੀਂ ਕਰ ਹੀ ਰਹੇ ਸੀ ਇੰਨੇ ਸਾਲਾਂ ਤੋਂ, ਤੇ ਉਹ ਤਾਂ ਤੁਹਾਡੀ ਚੱਲਦੀ ਰਹਿਣੀ ਅੱਗੋਂ ਵੀ, ਠੀਕ ਹੈ, ਬਟ ਇਹ ਜਿਹੜੇ ਕੁਛ ਮੰਥ ਜਾਂ ਕੁਛ ਦਿਨ ਮਹਾਰਾਜ ਨੇ ਬਖਸ਼ੇ ਹੈ ਨਾ, ਇਹ ਵੀ ਆਪਾਂ ਨਹੀਂ ਛੱਡਣੇ। ਅਗਰ ਆਪਾਂ ਨਾ ਮਿਲਦੇ ਜਾਂ ਪਹਿਲਾਂ ਦੀ ਮੈਂ ਆਪਣੀ ਲਾਈਫ ਦੀ ਗੱਲ ਕਰਾਂ ਤਾਂ ਮੈਂ ਤਾਂ ਕਦੀ ਤੁਸੀਂ ਕਹਿ ਲਓ ਵੀ ਕਿਸੇ ਚੀਜ਼ ਨੂੰ ਲੈ ਕੇ ਸੀਰੀਅਸ ਨਹੀਂ ਸੀ। ਵੀ ਮੈਨੂੰ ਹੁੰਦਾ ਸੀ ਨਹੀਂ ਸ਼ੌਂਕਾਂ 'ਚ ਹੀ ਡੁੱਬੇ ਰਹਿਣਾ, ਜਾਂ ਜਿਵੇਂ ਕਹਿ ਲਓ ਵੀ ਸੰਗਤੀ ਐਸੀ ਹੈ ਨਾ, ਘੁੰਮਣ ਫਿਰਨ ਦਾ ਬੜਾ ਸ਼ੌਂਕ। ਮੈਂ ਕਿਹਾ ਵਾਹਿਗੁਰੂ ਜੀ ਜੇ ਤੁਸੀਂ ਨਾ ਮਿਲਦੇ ਤਾਂ ਜਿਵੇਂ ਤੁਸੀਂ ਮੈਨੂੰ ਉਸ ਟਾਈਮ ਤੇ ਚਿਣ ਕੇ ਕਲਾਈ ਸੀ ਨਾ, ਤੇ ਜੇ ਤੁਸੀਂ ਨਾ ਆਉਂਦੇ ਤਾਂ ਚਿਣਕ ਨਾ ਲੱਗਦੀ, ਉਹ ਚਿਣਕ ਨਾ ਲੱਗਦੀ ਤੇ ਮੈਂ ਮਹਾਰਾਜ ਨੂੰ ਨਾ ਮਿਲਦਾ। ਮੈਂ ਕਹਿੰਦਾ ਮਤਲਬ ਮਹਾਰਾਜ ਨੇ ਆਪਣੇ ਨਾਲ ਜਿਹੜਾ ਮਿਲਾਣਾ ਸੀ ਨਾ, ਉਹਦੇ ਲਈ ਸਾਨੂੰ ਦੋਨਾਂ ਨੂੰ ਮਿਲਾਇਆ। ਤੁਹਾਡੇ ਅੰਦਰ ਵੀ ਕੁਝ ਪਿਆਰ ਜਗਾਇਆ ਤੇ ਮੈਨੂੰ ਵੀ ਤੁਸੀਂ ਜਗਾਇਆ। ਮੈਂ ਕਿਹਾ ਤੁਹਾਡੇ ਰੂਪ 'ਚ ਮੈਂ ਦੇਖਦਾ ਵੀ ਮਹਾਰਾਜ ਨੇ ਆ ਕੇ ਮੈਨੂੰ ਚਿਣਕ ਲਾਈ, ਮਹਾਰਾਜ ਨੇ ਤਰਸ ਖਾਧਾ। ਮਹਾਰਾਜ ਨੇ ਉਹਨਾਂ ਆਪਾਂ ਜਿਹੜੇ ਨੇ ਜਨਮਾਂ ਤੋਂ ਜਾਂ ਪਤਾ ਨਹੀਂ ਕਦੋਂ ਤੋਂ ਤਰਲੇ ਪਾ ਰਹੇ ਹੁੰਦੇ ਆ ਵੀ ਮਹਾਰਾਜ ਹੁਣ ਆਪਾਂ ਤੇਰਾ ਨਾਮ ਜਪਾਂਗੇ, ਤੂੰ ਸਾਨੂੰ ਨਾ ਕਹਿੰਦੇ ਨਾ ਇਨਸਾਨੀ ਜਾਮਾਂ ਦੇ ਦੇ, ਤੇ ਹੁਣ ਆਪਾਂ ਗਲਤੀਆਂ ਨਹੀਂ ਕਰਾਂਗੇ। ਕਹਿੰਦੇ ਆਪਾਂ ਆਉਂਦੇ ਆਪਾਂ ਫਿਰ ਭੁੱਲ ਜਾਂਦੇ ਹਾਂ। ਜਿੱਦਾਂ ਹੀ ਆਪਾਂ ਕਹਿੰਦੇ ਮਾਂ ਦੀ ਕੋਖ 'ਚੋਂ ਬਾਹਰ ਆਉਂਦੇ ਹਾਂ ਤੇ ਆਪਾਂ ਹੰਕਾਰੇ ਜਾਂਦੇ ਹਾਂ, ਮੋਹ 'ਚ ਫਸ ਜਾਂਦੇ ਹਾਂ, ਕ੍ਰੋਧ 'ਚ ਫਸ ਜਾਂਦੇ ਹਾਂ। ਤਾਂ ਇਹ ਬਸ ਇੰਨਾ ਸਮਝਦੇ ਆ ਵਾਹਿਗੁਰੂ ਜੀ ਇਸ ਵਾਰੀ ਮਹਾਰਾਜ ਨੇ ਨਾ ਕਹਿ ਲਓ ਵੀ ਉਹਨਾਂ ਦੀ ਨਜ਼ਰ ਪਈ ਤਾਂ ਉਹਨਾਂ ਨੇ ਤਰਸ ਖਾ ਲਿਆ ਬਸ। ਨਹੀਂ ਤਾਂ ਸਾਡੇ ਕੋਲ ਕੁਛ ਨਹੀਂ ਹੈ ਕਿ ਮਹਾਰਾਜ ਸਾਨੂੰ ਬਾਣਾ ਬਖਸ਼ਣ, ਮਹਾਰਾਜ ਸਾਨੂੰ ਅੰਮ੍ਰਿਤ ਵੀ ਛਕਾ ਦੇਣ, ਮਹਾਰਾਜ ਐਡੀ ਕਿਰਪਾ ਵੀ ਕਰ ਦੇਣ। ਜੀ ਵਾਹਿਗੁਰੂ ਜੀ ਇਹ ਹੁੰਦਾ ਆਪਾਂ ਪ੍ਰਤੱਖ ਦੇਖਿਆ ਕਿ ਜਿਹੜਾ ਕੰਮ ਇੰਪੋਸੀਬਲ ਹੁੰਦਾ ਹੈ ਨਾ, ਜਿਹੜਾ ਸਾਨੂੰ ਵੀ ਲੱਗਦਾ ਹੈ ਵੀ ਇਹ ਹਜੇ ਹੀ ਨਹੀਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ, ਪਰ ਨਹੀਂ, ਮਾਤਾ ਨੂੰ ਆਪਾਂ ਅਰਦਾਸ ਲਾਉਂਦੇ ਹਾਂ ਤੇ ਪਿਤਾ ਜੀ ਹੋਰ ਛੇਤੀ ਸੁਣਦੇ ਆ। ਸਾਨੂੰ ਵਾਹਿਗੁਰੂ ਨਾਮ ਦਾ ਨਸ਼ਾ ਹੈ, ਸਾਨੂੰ ਆਪਣੇ ਮਹਾਰਾਜ ਨਾਲ ਇੰਨਾ ਪ੍ਰੇਮ ਹੈ ਕਿ ਜਿਵੇਂ ਮੰਨ ਲਓ ਕਿ ਇੱਕ ਰੂਟੀਨ 'ਚ ਕਹਿੰਦੇ ਨਾ ਵੀ ਹੋਰ ਕੋਈ ਕੰਮ ਰਹਿੰਦਾ ਰਹਿ ਜੇ, ਘਾਟੇ ਵਾਧੇ ਸਭ ਆ ਜਾਣਗੇ। ਮਹਾਰਾਜ ਨਾਲ ऐसा प्रेम जाग गया है कि नहीं रहा जाता, वाहिगुरू जी नहीं रहा जाता। उन्होंने कहा कि तुम एक कदम चलो, मैं 100 कदम अपने आप चल दूंगा, तुम एक कदम तो चलो, बस एक कदम चलो, पीछे मत मुड़ना। फिर कि असली चीज़ की असली खुराक है क्या, वो है नाम। नाम जपना है तो ही आप खुश रह सकते हो, तो ही आप उसकी बंदगी कर सकते हो। अदरवाइज़ आप कुछ भी कर लो, कहते हैं ना कि जपो तो एको नामा अवर निराफल कामा। अगर आप नाम नहीं जप रहे, आप बानी नहीं पढ़ रहे वाहिगुरू जी, आप और जो मर्जी कर लो, जो मर्जी कर लो, व्यर्थ। ਇਹ ਹਿੰਦੀ 'ਚ ਬੋਲਦੇ ਨੇ ਤੇ ਸ਼ੁਰੂ 'ਚ ਨਾ ਮੈਨੂੰ ਹੋਇਆ, ਮੈਂ ਕਿਹਾ ਕਿ ਹਿੰਦੀ 'ਚ ਇਹਨਾਂ ਨੇ ਜਦੋਂ ਬੋਲਿਆ ਨਾ ਤੇ ਮੇਰੇ ਮਾਈਂਡ 'ਚ ਆਇਆ, ਮੈਂ ਕਿਹਾ ਹਿੰਦੀ ਬੋਲਦੇ ਤਾਂ ਪੱਕਾ ਮਹਾਰਾਜ ਨੇ ਕੁਛ ਨਾ ਕੁਛ ਇਹਦਾ ਵੀ ਰੱਖਿਆ ਹੋਊਗਾ, ਨਹੀਂ ਤਾਂ ਪੰਜਾਬੀ ਇਹ ਲਿਖਣੀ ਵੀ ਜਾਣਦੇ ਨੇ ਤੇ ਸਮਝ ਵੀ ਲੈਂਦੇ ਨੇ, ਬਸ ਇਹਨਾਂ ਨੂੰ ਬੋਲਣ 'ਚ ਦਿੱਕਤ ਹੁੰਦੀ ਹੈ।
ਉਹ ਕੀ ਹੋਇਆ ਵਾਹਿਗੁਰੂ ਜੀ, ਜਦੋਂ 2-4 ਵੀਡੀਓ ਪਾਈਆਂ ਤਾਂ ਸਾਨੂੰ ਆਲ ਓਵਰ ਵਰਲਡ, ਮਤਲਬ ਜਿਹੜੇ ਹਿੰਦੀ ਸਮਝਦੇ ਇੰਡੀਅਨ ਜਿਹੜੇ ਸੀਗੇ, ਹਰ ਜਗ੍ਹਾ ਤੋਂ ਸੰਗਤ ਦੇ ਨੂੰ ਇਹਨਾਂ ਲਈ ਸਪੈਸ਼ਲ ਮੈਸੇਜ ਆਏ ਕਿ ਵਾਹਿਗੁਰੂ ਜੀ ਜੇ ਤੁਸੀਂ ਹਿੰਦੀ ਨਾ ਬੋਲਦੇ ਤਾਂ ਸਾਨੂੰ ਵੀਰ ਜੀ ਦੀ ਗੱਲ ਤਾਂ ਇੰਨੀ ਸਮਝ ਆਣੀ ਨਹੀਂ ਸੀ। ਉਹ ਹੁਣ ਇਤਿਹਾਸ ਸੁਣਨ ਲਈ ਹਮੇਸ਼ਾ ਤਿਆਰ ਹੁੰਦੇ ਆ ਵੀ ਆ ਵੀਡੀਓ ਪਾਣ ਤੇ ਆਪਾਂ ਸਿੱਖ ਇਤਿਹਾਸ 'ਚ ਕੁਝ ਸਮਝੀਏ, ਸੁਣੀਏ। ਤੇ ਬੜਾ ਪਿਆਰ ਹੈ ਉਹਨਾਂ ਦਾ ਨਾ ਗੁਰੂ ਸਾਹਿਬ ਲਈ। ਆਪਾਂ ਕਦੀ ਜੱਜ ਨਹੀਂ ਕਰ ਸਕਦੇ ਕਿ ਕੋਈ ਧਰਮ ਦਾ ਸਾਡੇ ਨਾਲੋਂ ਘੱਟ ਕਰ ਸਕਦਾ, ਮਾਰੇ ਨੂੰ ਪਿਆਰਿਆ ਵੱਧ। ਬਹੁਤ ਪਿਆਰ ਕਰਦੇ ਆ। ਤਾਂ ਸਾਨੂੰ ਵੀ ਹੁਣ ਪਤਾ ਲੱਗ ਰਿਹਾ ਦੂਰੋਂ ਦੂਰੋਂ ਸੰਗਤ, ਧਰਮ ਵੀ ਉਹਨਾਂ ਦਾ ਕੋਈ ਹੋਰ ਹੈ, ਪਰ ਉਹ ਮਹਾਰਾਜ ਨੂੰ ਇੰਨਾ ਪਿਆਰ ਕਰਦੇ ਆ ਨਾ ਕਿ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਉਹ ਚੀਜ਼, ਐਕਸਪੀਰੀਅੰਸ ਕਰ ਰਹੇ ਆ ਤਾਂ ਬੜੀ ਖੁਸ਼ੀ ਹੁੰਦੀ ਹੈ। ਉਹ ਵੀ ਕਹਿੰਦੇ ਆ ਕਿ ਮਹਾਰਾਜ ਦੇ ਜਿਹੜੇ ਸਾਡੇ ਉੱਤੇ ਕਰਜ਼ ਨੇ ਨਾ ਉਹ ਬਹੁਤ ਵੱਡੇ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੁਹਾਡੀ ਮੁਲਾਕਾਤ ਵੀਰ ਮਹਾਕਾਲ ਤੇ ਭੈਣ ਸਤਬੀਰ ਕੌਰ ਖਾਲਸਾ ਦੇ ਨਾਲ ਕਰਵਾਉਣ ਜਾ ਰਹੇ ਹਾਂ। ਭੈਣ ਹੁਣਾਂ ਦੀ ਕਹਾਣੀ ਤੁਹਾਨੂੰ ਦੱਸਾਂਗੇ, ਇਹ ਕਿੱਦਾਂ ਆਪਸ ਦੇ ਵਿੱਚ ਜੁੜਦੇ ਨੇ ਤੇ ਕਿੱਦਾਂ ਸਿੱਖੀ ਨਾਲ ਜੁੜਦੇ ਨੇ, ਉਸ ਬਾਰੇ ਗੱਲਬਾਤ ਕਰਾਂਗੇ। ਭੈਣ ਹੁਣੇ ਹਿੰਦੂ ਪਰਿਵਾਰ ਨਾਲ ਸੰਬੰਧਿਤ ਹੁੰਦੇ ਨੇ। ਬਚਪਨ ਤੋਂ ਇਹਨਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਹਰ ਧਰਮ ਬਰਾਬਰ ਹੈ, ਹਰ ਧਰਮ ਦਾ ਸਤਿਕਾਰ ਕਰਨਾ। ਜਿੱਥੇ ਇਹਨਾਂ ਨੂੰ ਹਿੰਦੂ ਧਰਮ ਬਾਰੇ ਗਿਆਨ ਦਿੱਤਾ ਜਾਂਦਾ ਸੀ, ਉਸੇ ਦੇ ਨਾਲ ਇਹਨਾਂ ਨੂੰ ਸਿੱਖ ਧਰਮ ਬਾਰੇ ਵੀ ਗਿਆਨ ਦਿੱਤਾ ਜਾਂਦਾ ਸੀਗਾ। ਜਿੱਦਾਂ ਜਿੱਦਾਂ ਵੱਡੇ ਹੁੰਦੇ ਜਾਂਦੇ ਨੇ, ਇਹਨਾਂ ਦਾ ਰੁਝਾਨ ਸਿੱਖੀ ਵੱਲ ਵੱਧਦਾ ਜਾਂਦਾ ਹੈ ਤੇ ਵੀਰ ਹੁਣਾਂ ਦੇ ਸੰਪਰਕ ਵਿੱਚ ਇਹ ਆਉਂਦੇ ਨੇ ਤਾਂ ਗੱਲਬਾਤ ਸਿੱਖੀ ਦੇ ਰਿਲੇਟਡ ਹੋਰ ਹੋਣ ਲੱਗਦੀ ਆ। ਇਸੇ ਤਰੀਕੇ ਦੇ ਨਾਲ ਇਹ ਇੱਕ ਦੂਸਰੇ ਦੇ ਨਾਲ ਜੁੜਦੇ ਨੇ ਤੇ ਫਿਰ ਜਦੋਂ ਇਹਨਾਂ ਦਾ ਵਿਆਹ ਹੁੰਦਾ ਹੈ ਤੇ ਭੈਣ ਹੁਣੇ ਵੀਰ ਹੁਣਾਂ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਅੰਮ੍ਰਿਤ ਛਕਣਾ ਹੈ। ਫਿਰ ਦੋਨੋਂ ਜਾਣੇ ਅੰਮ੍ਰਿਤ ਛਕਦੇ ਨੇ ਤੇ ਅੱਜ ਉਸੇ ਬਾਬਤ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ, ਸਭ ਤੋਂ ਪਹਿਲਾਂ ਸਵਾਗਤ ਕਰ ਰਹੇ ਨੇ ਵੀਰ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭੈਣੇ ਹੋਰ ਚੜ੍ਹਦੀ ਕਲਾ ਭੈਣੇ? ਹਾਂਜੀ, ਠੀਕ ਹੋ ਜੀ ਜੀ ਭੈਣੇ, ਤੁਸੀਂ ਵੀ ਠੀਕ ਹੋ? ਚੜ੍ਹਦੀ ਕਲਾ, ਵਾਹਿਗੁਰੂ ਜੀ ਦੀ ਮਿਹਰ, ਵਾਹਿਗੁਰੂ ਜੀ। ਭੈਣ ਹੁਣੇ ਦੱਸਦੇ ਨੇ ਕਿ ਉਹਨਾਂ ਨੂੰ ਹਰ ਧਰਮ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਕੋਈ ਇਹ ਨਹੀਂ ਸੀਗਾ ਕਿ ਜੇ ਉਹ ਹਿੰਦੂ ਧਰਮ ਤੇ ਤਾਂ ਉਹਨਾਂ ਨੂੰ ਹਿੰਦੂ ਧਰਮ ਬਾਰੇ ਸਿਖਾਇਆ ਜਾਂਦਾ ਸੀਗਾ। ਤੇ ਕਿਵੇਂ ਇਹਨਾਂ ਦਾ ਬਚਪਨ ਬੀਤਦਾ ਹੈ? ਜੀ ਭੈਣੇ ਇੱਦਾਂ ਹੀ ਹੈ ਬਿਲਕੁਲ, ਕਿ ਜਦੋਂ ਇਹਨਾਂ ਦਾ ਜਿਹੜਾ ਬਚਪਨ ਹੈ ਨਾ, ਜਿਵੇਂ ਕਈ ਆਪਾਂ ਸੁਣਦੇ ਹਾਂ ਕਈ ਘਰਾਂ 'ਚ ਇੱਦਾਂ ਦਾ ਵੀ ਮਾਹੌਲ ਹੁੰਦਾ ਹੈ ਵੀ ਜਿਹੜੇ ਧਰਮ 'ਚ ਉਹ ਹੁੰਦੇ ਆ ਉਹਦਾ ਹੀ ਗਿਆਨ ਪ੍ਰਚਾਰ ਹੁੰਦਾ, ਪਰ ਇਹਨਾਂ ਦੇ ਘਰ 'ਚ ਇਹ ਬੜੀ ਮੈਨੂੰ ਵਧੀਆ ਗੱਲ ਲੱਗੀ। ਤੇ ਕਈ ਹੋਰ ਵੀ ਘਰ ਨੇ ਜਿੱਥੇ ਇਹ ਫ਼ਰਕ ਨਹੀਂ ਸਮਝਿਆ ਜਾਂਦਾ, ਸਾਰੇ ਧਰਮਾਂ ਨੂੰ ਇੱਕ ਬਰਾਬਰ ਸਤਿਕਾਰ ਬਖਸ਼ਿਆ ਜਾਂਦਾ। ਤੇ ਇਹਨਾਂ ਦੇ ਘਰੇ ਕੀ ਸੀਗਾ ਵੀ ਚਲੋ, ਜਿਵੇਂ ਇਹਨਾਂ ਦੇ ਦਾਦਾ ਜੀ ਦਾਦੀ ਜੀ ਜਿਵੇਂ ਰਾਮ ਨਾਮ, ਓਮ ਨਮः ਸ਼ਿਵਾਏ ਜਿਹੜਾ ਸ਼ਿਵ ਜੀ ਦਾ ਮੰਤਰ ਹੈ ਉਹ ਕਰਦੇ ਸੀ। ਇਹਨਾਂ ਦੇ ਅੰਦਰ ਵੀ ਉਹੀ ਚੱਲਦਾ ਆ ਰਿਹਾ ਸੀਗਾ ਛੋਟੇ ਹੁੰਦਿਆਂ ਤੋਂ। ਤੇ ਜਦੋਂ ਇਹ ਸਕੂਲ ਜਾਂਦੇ ਸੀਗੇ ਤੇ ਉੱਥੇ ਇਹਨਾਂ ਨੂੰ, ਜਿਵੇਂ ਹੁਣ ਆਪਾਂ ਮਿਲੇ ਆ, ਇੱਦਾਂ ਹੀ ਇਹਨਾਂ ਨੂੰ ਉੱਥੇ ਸਿੱਖ ਬੱਚੇ ਮਿਲਦੇ ਹੁੰਦੇ ਸੀ ਜਿਹੜੇ ਇਹਨਾਂ ਦੇ ਸਾਹਮਣੇ ਨਾ ਵਾਹਿਗੁਰੂ ਜਾਂ ਜਿਵੇਂ ਆਪਾਂ ਕਹਿੰਦੇ ਆ ਕੋਈ ਪਾਠ ਦੀ ਬਾਣੀ ਦੀ ਤੁਕ ਪੜ੍ਹਦੇ ਸੀ। ਤਾਂ ਇਹਨਾਂ ਨੂੰ ਹੁੰਦਾ ਸੀ ਕਿ ਇਹ ਸਾਡੇ ਘਰੇ ਵੀ ਮੈਨੂੰ ਨਹੀਂ ਪਤਾ ਨਾ ਵੀ ਇਹ ਕੀ ਹੈ। ਇਹ ਬਹੁਤ ਛੋਟੇ ਹੁੰਦੇ ਦੀ ਗੱਲ ਹੈ ਭੈਣੇ। ਤਾਂ ਫਿਰ ਜਦੋਂ ਜਾਂਦੇ ਸੀਗੇ ਘਰੇ ਤੇ ਆਪਣੇ ਮਦਰ ਨੂੰ ਪੁੱਛਦੇ ਹੁੰਦੇ ਸੀ ਗੁਰੂ ਸਾਹਿਬ ਦਾ, ਜਿਵੇਂ ਇਹਨਾਂ ਨੇ ਕੋਈ ਸਕੂਲ 'ਚ ਨਾਮ ਸੁਣ ਲਿਆ, ਇਹਨਾਂ ਨੇ ਕਹਿਣਾ ਵੀ ਬੱਚੇ ਅੱਜ ਉਹਦੀ ਗੱਲ ਕਰ ਰਹੇ ਸੀ ਵੀ ਉਹ ਅਲੱਗ ਹੈ। ਤਾਂ ਇਹਨਾਂ ਦੇ ਮਦਰ ਦੱਸਦੇ ਸੀਗੇ ਵੀ ਦੇਖੋ ਧਰਮ ਚਾਹੇ ਅੱਡ ਅੱਡ ਨੇ ਬਟ ਸਾਰੇ ਹੀ ਸਤਿਕਾਰਯੋਗ ਨੇ। ਤਾਂ ਫਿਰ ਉਹ ਇਹਨਾਂ ਨੂੰ ਨਾਲ ਨਾਲ ਬਾਣੀ ਦਾ ਵੀ ਸਮਝਾਉਂਦੇ ਸੀ ਵੀ ਜਿਹੜੇ ਬੱਚੇ ਨੇ ਮੰਨ ਲਓ ਕੋਈ ਗੱਲ ਇਹਨਾਂ ਸਾਹਮਣੇ ਕੀਤੀ, ਇਹਨਾਂ ਨੇ ਆ ਕੇ ਘਰੇ ਪੁੱਛਣੀ ਹੈ ਤਾਂ ਉਹਨਾਂ ਨੇ ਦੱਸਣਾ ਹੈ। ਇਹ ਨਹੀਂ ਕਿ ਤੁਸੀਂ ਇਹਨੂੰ ਇਗਨੋਰ ਕਰ ਦਿਓ, ਇਹ ਆਪਣੇ ਕੰਮ ਦੀ ਨਹੀਂ ਹੈ। ਨਹੀਂ, ਇੱਦਾਂ ਨਹੀਂ ਕਦੀ ਕੀਤਾ, ਕਿਉਂਕਿ ਜਦੋਂ ਆਪਾਂ ਮਿਲੇ ਹਾਂ ਤਾਂ ਇਹੀ ਗੱਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਦੱਸੀਆਂ ਸੀਗੀਆਂ। ਅਤੇ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਚਲੋ ਇੱਦਾਂ ਹੀ ਸਾਰਿਆਂ ਨੂੰ ਹੋਣਾ ਚਾਹੀਦਾ ਕਿ ਆਪਣੇ ਬੱਚੇ ਨੂੰ ਹਰ ਚੀਜ਼ ਦਾ ਗਿਆਨ ਹੋਣਾ ਚਾਹੀਦਾ। ਇਹ ਨਹੀਂ ਕਿ ਆਪਾਂ ਉਹਨੂੰ ਇੱਕ ਗਿਆਨ ਦੇਈਏ ਅਤੇ ਦੂਜੇ ਤੋਂ ਓਲੇ ਰੱਖ ਲਈ, ਹੈ ਨਾ ਵਾਹਿਗੁਰੂ ਜੀ। ਉਸ ਤੋਂ ਬਾਅਦ ਇਹਨਾਂ ਦੇ ਬਚਪਨ 'ਚ ਜਿਵੇਂ ਗੁਰੂ ਘਰ ਜਾਂਦੇ ਸੀ, ਇਹਨਾਂ ਦੇ ਮਦਰ ਇਹਨਾਂ ਨੂੰ ਲੈ ਕੇ ਜਾਂਦੇ ਸੀ। ਉਹਨਾਂ ਦਾ ਨਾ ਗੁਰੂ ਘਰ 'ਚ ਬਹੁਤ ਸਤਿਕਾਰ ਸੀ ਅਤੇ ਦਿਲ ਦੇ ਵਿੱਚ ਤੇ ਬਹੁਤ ਪ੍ਰੇਮ ਸੀ। ਉਸ ਕਰਨ ਜਾਂਦੇ ਸੀ ਅਤੇ ਇਹਨਾਂ ਨੂੰ ਨਾਲ ਲੈ ਜਾਂਦੇ ਸੀ ਅਤੇ ਇਹਨਾਂ ਦੇ ਮਨ 'ਚ ਵੀ ਉਹ ਪਿਆਰ ਬਚਪਨ ਤੋਂ ਹੀ ਸੀਗਾ। ਜੀ ਵਾਹਿਗੁਰੂ। वाहिगुरु जी, जब ये मैं क्वेश्चन पुटअप करती थी कि मम्मा ऐसे है ना माता श्री, तो माता श्री ने एक दिन डिसाइड किया कि मैं छोटी कि इसको गुरुद्वारे लेके चलती हूँ, ये खुद अपने आँखों से देखेगी। ठीक है वाहिगुरु जी। मुझे याद है हमारे घर के पास था संतपुरा गुरुद्वारा, तो माता श्री मुझे वहाँ लेके गए। पहले तो मैं देखती रह गई वाहिगुरु जी कि ये गुरुद्वारा है, ये गुरुद्वारा होता है, सतबचन। फिर मैंने देखा कि नॉर्मली जैसे मैं देखती थी कि मेरे को ऐसा था कि अंदर कोई मूर्ति होगी ऐसे को। जब मैंने एंटर किया मैंने कहा ये क्या है, तो उन्होंने माता श्री ने बताया कि गुरु ग्रंथ साहिब जी हैं। पर मुझे उस टाइम पे नहीं पता था कि गुरु ग्रंथ साहिब जी कौन हैं, क्या बता रहे हैं ना। मैं ना देखती रह गई थी, छोटी थी। फिर मम्मा ने एक और चीज़ दिखाई कि बेटा आ तेरे को एक और चीज़ दर्शन कराती हूँ। वो था लंगर हाल, जहाँ वहाँ पर था। वहाँ पर ना वाहिगुरु जी सब एक साथ बैठे हुए थे। मैं छोटी थी, मैं उस टाइम ना ऐसे देखी जा रही थी कि ये तो अभी रिक्शा चला रहा था, ये बैठा है।
और वो गाड़ी से उतरा था, ये भी यहीं बैठा है, उसके साथ ही बैठा है। तो फिर मेरी माता श्री ने उस टाइम पे बताया कि ये ऐसे हैं यहाँ पर, गुरु ने जो चीज़ सिखाई है कि किसी को ऊपर नीचे नहीं देखना, मतलब किसी को बड़ा नहीं देखना या छोटा नहीं, सब इक्वल हैं। फिर मेरी माता श्री ने ये भी समझाया कि गुरु सबको अपना बच्चा समझ के चलते हैं, ना कोई अमीर है तो ना ही कोई गरीब है। ठीक है वाहिगुरु जी। तो जब मैंने प्रैक्टिकली, मेरी माता श्री ने जब मुझे दिखाना शुरू किया, तो वाहिगुरु जी मैं ना सच बताऊँ, मैं ना देखती रह गई थी कि ऐसा कुछ होता है, सच में होता है कि किसी को फ्री में खाना दे देते हैं। ठीक है, टाइम तो ऐसा आ चुका है कि कोई पानी तक नहीं देता वाहिगुरु जी, और गुरु घर ऐसा है कि पानी के आप दूध ले जाओ, आप आटा ले जाओ। इतना बड़ा दिल है गुरु का। ये चीज़ मेरे को बचपन में मेरी माता श्री ने समझा दी थी गुरु के थ्रू कि हाँ देखो, खुद दर्शन करो, खुद जाके देखो कि होता क्या है असली में वाहिगुरु। ये बचपन में आप लगा लो वाहिगुरु जी, तब मैं 5th क्लास में थी वाहिगुरु, 5th क्लास में थे उस टाइम पे। ਪਹਿਲੀ ਵਾਰੀ ਗੁਰਦੁਆਰਾ ਸਾਹਿਬ ਜਾਂਦੇ ਹੋ ਉਦੋਂ ਪਤਾ ਲੱਗਣ ਲੱਗ ਜਾਂਦਾ ਵੀ ਅੰਦਰੋਂ ਕਨੈਕਸ਼ਨ ਹੈਗਾ। देखो वाहिगुरु जी, हमें ना नहीं पता लगता, मैं सच बताऊं नहीं पता लगता, बट उस टाइम पे जब आप ऐसी दर्शन करते हो ना इतनी खूबसूरत चीज़ों का, आपकी ना आत्मा अपने आप खुश जरूर होती है, आप खुश होते हो, बट आपको ना उस टाइम नहीं पता लगता, सत्य वचन नहीं पता लगता। वो मर्जी भी देखो उस अकाल पुरख की है कि किसको कितनी उम्र में मत दे देनी है। उस टाइम पे मेरी किस्मत में नहीं था, बट धन्य इस चीज़ का है कि पिताजी ने बचपन से ये चीज़ें दिखा दी थी कि हाँ ऐसा भी है जो सबको इक्वल लेके चलता है, और वो है गुरु। ठीक है वाहिगुरु, क्योंकि गुरु शब्द है, शब्द ही गुरु है। ठीक है, तो वो बचपन से ही पिताजी ने बता दिया था वाहिगुरु जी, बट पता अब लगा जब पिताजी ने मत दी कि असली चीज़ की असली खुराक है क्या, वो है नाम। नाम जपना है तो ही आप खुश रह सकते हो, तो ही आप उसकी बंदगी कर सकते हो, अदरवाइज आप कुछ भी कर लो। कहते हैं ना कि जपो तो एको नामा अवर निराफल कामा। अगर आप नाम नहीं जप रहे, आप बानी नहीं पढ़ रहे वाहिगुरु जी, आप और जो मर्जी कर लो, जो मर्जी कर लो, व्यर्थ है। अगर आप नाम जप रहे हो, उसकी बंदगी कर रहे हो, फिर आप लगा लो कि आप लंगर लगा रहे हो, फिर तो पिताजी एक्सेप्ट करेंगे वाहिगुरु जी, अदरवाइज नहीं करेंगे। ये आप पिताजी ने मत दे दी वाहिगुरु जी। ਅੱਛਾ ਭੈਣ ਹੁਣੇ ਸਵਾਲ ਪੁੱਛਦੇ ਸੀ ਆਪਣੀ ਮਦਰ ਨੂੰ ਕਿ ਸਿੱਖ ਧਰਮ ਨਾਲ ਰਿਲੇਟਡ ਗੱਲਾਂ ਪੁੱਛਦੇ ਸੀਗੇ, ਤੁਸੀਂ ਦੱਸੀਆਂ ਸੀ ਕੀ ਗੱਲਬਾਤ ਹੁੰਦੀ ਸੀ? ਹਾਂਜੀ, ਜਿਹੜਾ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਵੇਂ ਇਹਨਾਂ ਨੇ ਨਾ ਪਹਿਲੀ ਵਾਰੀ ਜਦੋਂ ਇਹ ਇਤਿਹਾਸ ਸੁਣਿਆ ਕਿ ਇਹਨਾਂ ਦੇ ਸਿੱਖ ਕੌਮ ਦੇ ਵਿੱਚ ਸ਼ਹੀਦੀਆਂ ਬਹੁਤ ਨੇ, ਤਾਂ ਇਹਨਾਂ ਦੇ ਮਦਰ ਨੂੰ ਇਹਨਾਂ ਨੇ ਇਹ ਸਵਾਲ ਕੀਤਾ ਸੀ ਕਿ ਸ਼ਹੀਦੀ ਕਿਉਂ ਦੇਣੀ ਪਈ, ਇੱਕ ਧਰਮ ਦੇ ਵਿੱਚ ਇੰਨੀਆਂ ਸ਼ਹੀਦੀਆਂ ਕਿੱਦਾਂ ਹੋ ਸਕਦੀਆਂ, ਤੇ ਇਹਦਾ ਰੀਜ਼ਨ ਕੀ ਸੀ। ਤਾਂ ਇਹਨਾਂ ਦੇ ਮਦਰ ਨੇ ਦੱਸਿਆ ਕਿ ਇੱਕ ਐਸਾ ਸਮਾਂ ਸੀਗਾ ਜਦੋਂ ਮੁਗਲਾਂ ਦਾ ਤੇ ਉਹਨਾਂ ਦਾ ਦੌਰ ਚੱਲ ਰਿਹਾ ਸੀਗਾ, ਤਾਂ ਉਹ ਹਰ ਧਰਮ ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਆਪਣੇ ਧਰਮ 'ਚ ਕਨਵਰਟ ਕਰਨਾ ਚਾਹੁੰਦੇ ਸੀ। ਤਾਂ ਉਦੋਂ ਸਿੱਖ ਧਰਮ ਨੇ ਆ ਕੇ ਫਾਈਟ ਕੀਤੀ ਤੇ ਉਦੋਂ ਇਹਨਾਂ ਨੇ ਹਰ ਧਰਮ ਨੂੰ ਬਚਾਇਆ। ਮਹਾਰਾਜ ਨੇ ਸਾਰਿਆਂ ਦੀ ਰੱਖਿਆ ਕੀਤੀ ਤੇ ਉਦੋਂ ਬਹੁਤ ਖੂਨ ਡੁੱਲਿਆ ਤੇ ਉਦੋਂ ਬਹੁਤ ਸ਼ਹੀਦੀਆਂ ਹੋਈਆਂ। ਤੇ ਉਹਦੇ ਵਿੱਚ ਹੀ ਇਹਦੇ ਮਦਰ ਨੇ ਇਹਨਾਂ ਨੂੰ ਸਮਝਾਇਆ ਕਿ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣਾ ਸੀਸ ਦਿੱਤਾ ਹਿੰਦੂ ਧਰਮ ਨੂੰ, ਸਨਾਤਨ ਧਰਮ ਜਿਨ੍ਹਾਂ ਨੂੰ ਕਹਿੰਦੇ, ਉਹਨਾਂ ਨੂੰ ਬਚਾਉਣ ਲਈ। ਤਾਂ ਇਹ ਉਦੋਂ ਇਹਨਾਂ ਨੂੰ ਮਤਲਬ ਇਹ ਹੁੰਦਾ ਸੀ ਵੀ ਕਿਉਂਕਿ ਸ਼ਹੀਦੀ ਬਹੁਤ ਵੱਡੀ ਚੀਜ਼ ਹੈ, ਤਾਂ ਬੱਚੇ ਲਈ ਕਈ ਵਾਰੀ ਨਾ ਉਹ ਜਿਵੇਂ ਦਿਲ 'ਤੇ ਲੱਗਦੀ ਹੈ ਗੱਲ, ਤਾਂ ਇਹਨਾਂ ਨੂੰ ਕਾਫੀ ਦਿਨ ਇਹ ਸੋਚਦੇ ਰਹੇ ਵੀ ਸ਼ਹੀਦੀ ਮਤਲਬ ਕਿਉਂ ਦੇਣੀ ਪਈ, ਵੀ ਇੰਨੀ ਕਿਹੜੀ ਗੱਲ ਹੋ ਗਈ। ਜਿੱਦਾਂ ਜਿੱਦਾਂ ਵੱਡੇ ਹੋਏ ਹੁਣ ਇਤਿਹਾਸ ਪੜ੍ਹਦੇ ਹੈ ਤਾਂ ਇਹਨਾਂ ਨੂੰ ਉਹ ਚੀਜ਼ ਹੁਣ ਸਮਝ ਆ ਚੁੱਕੀ ਹੈ ਕਿ ਮਹਾਰਾਜ ਨੇ ਕਿੱਦਾਂ ਮਤਲਬ ਸਭ ਕੀਤਾ ਹੋਏਗਾ। ਬੱਚੇ ਸ਼ਹੀਦ ਹੋਏ, ਸਾਹਿਬਜ਼ਾਦੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਾਇਆ। ਤੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹਨਾਂ ਦੀ ਸ਼ਹੀਦੀ ਦੀ ਤਾਂ ਗਿਣਤੀ ਬਹੁਤ ਲੰਬੀ ਹੈ, ਤਾਂ ਇਹ ਚੀਜ਼ ਇਹਨਾਂ ਨੂੰ ਬਹੁਤ ਜਿਵੇਂ ਕਹਿੰਦੇ ਨਾ ਦਿਲ 'ਤੇ ਲੱਗੀ ਸੀ। ਤਾਂ ਉਹ ਚੀਜ਼ ਹਾਂਜੀ ਪ੍ਰਭਾਵਿਤ ਕੀਤੀ ਸੀ। ਤਾਂ ਉਹ ਚੀਜ਼ ਨੂੰ ਲੈ ਕੇ ਹੀ ਇਹ ਚੱਲਦੇ ਆ ਰਹੇ ਸੀ। ਜਿਵੇਂ ਹੁਣ ਮੰਨ ਲਓ ਹਿੰਦੂ ਫੈਮਿਲੀ ਇਹ ਕਹਿੰਦੇ ਹੈ, ਹਿੰਦੂ ਪਰਿਵਾਰ 'ਚ ਕਹਿੰਦੇ ਕਿ ਸਾਡੇ ਆਸ-ਪਾਸ ਵੀ ਇਹ ਗੱਲ ਬਹੁਤ ਹੁੰਦੀ ਸੀ ਕਿ ਗੁਰੂ ਤੇਗ ਬਹਾਦਰ ਜੀ ਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਕਰਜ਼ ਕਦੀ ਲਾ ਹੀ ਨਹੀਂ ਸਕਦੇ। ਹੁਣ ਇਹਨਾਂ ਨੇ ਜੇ ਬਾਣਾ ਪਾਇਆ ਤਾਂ ਇਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਜਿਨ੍ਹਾਂ ਨੇ ਸਭ ਕੁਝ ਵਾਰਿਆ ਤੇ ਉਸ ਰਾਹ 'ਤੇ ਚੱਲ ਰਹੇ ਨੇ, ਤਾਂ ਇਹ ਪੋਜ਼ਿਟਿਵ ਨੇ ਕਿ ਚਲੋ ਆਪਾਂ ਹੋਰ ਕੁਝ ਨਹੀਂ ਕਰ ਸਕਦੇ, ਤਾਂ ਮਹਾਰਾਜ ਦੇ ਦੱਸੇ ਜਿਹੜਾ ਹੁਕਮ ਹੈ, ਜੋ ਉਹਨਾਂ ਦਾ ਰਾਹ ਹੈ, ਘੱਟੋ ਘੱਟ ਆਪਾਂ ਉਹਦੇ 'ਤੇ ਤਾਂ ਚੱਲ ਸਕਦੇ ਹਾਂ ਨਾ ਵਾਹਿਗੁਰੂ ਜੀ। ਹੋਰ ਤਾਂ ਸਭ ਉਹਨਾਂ ਦੇ ਹੱਥ ਵੱਸ ਹੀ ਹੈ, ਉਹਨਾਂ ਨੇ ਹੀ ਕਿਰਪਾ ਕੀਤੀ ਹੈ। ਬਟ ਇਹ ਇੱਕ ਪਿਆਰ ਜਾਗ ਜਾਂਦਾ। ਇਹ ਜ਼ਰੂਰੀ ਨਹੀਂ ਹੈ ਕਿ ਇੱਕ ਕੋਈ ਸਿੱਖ ਧਰਮ 'ਚੋਂ ਹੀ ਬਾਣਾ ਪਾਏਗਾ। ਮਹਾਰਾਜ ਨੇ ਤਾਂ ਸਾਰਿਆਂ ਨੂੰ ਹੀ ਵੈਲਕਮ ਕੀਤਾ ਸੀ ਉਦੋਂ ਵੀ,
ਤੇ ਉਹੀ ਕਿਰਪਾ ਹੋ ਰਹੀ ਹੈ ਵਾਹਿਗੁਰੂ ਜੀ। ਜਦੋਂ ਆਪਾਂ ਕਿਸੇ ਰਾਸਤੇ ਤੇ ਚੱਲਦੇ ਹਾਂ ਤੇ ਸਾਨੂੰ ਜੇ ਉੱਥੇ ਕੋਈ ਸਾਥੀ ਮਿਲ ਜੇ ਤੇ ਉਹ ਰਸਤਾ ਸਾਨੂੰ ਜੇ ਮੁਸ਼ਕਲਾਂ ਵੀ ਹੋਣ ਤਾਂ ਉਹ ਵੀ ਆਸਾਨ ਲੱਗਦਾ ਹੈ ਨਾ, ਤੇ ਤੁਹਾਡਾ ਸਾਥ ਇਹਨਾਂ ਨੂੰ ਮਿਲ ਜਾਂਦਾ। ਤੇ ਇਹ ਸਾਥ ਕਦੋਂ ਬਣਦਾ ਹੈ? ਜੀ ਵਾਹਿਗੁਰੂ ਜੀ, ਇੰਟਰਸਟਿੰਗ ਕੁਐਸਚਨ ਹੈ ਵਾਹਿਗੁਰੂ ਜੀ। ਇਹਦੇ 'ਚ ਇੱਦਾਂ ਹੋਇਆ ਸੀਗਾ ਕਿ ਦੇਖੋ ਪਹਿਲਾਂ ਆਪਾਂ ਇੱਕ ਦੂਜੇ ਨੂੰ ਬਿਲਕੁਲ ਨਹੀਂ ਜਾਣਦੇ ਸੀ, ਜਿਵੇਂ ਕਹਿੰਦੇ ਨਾ ਕਿ ਆਪਾਂ ਕੋਈ ਨਾਰਮਲੀ ਦੋਸਤ ਵੀ ਨਹੀਂ ਸੀਗੇ। ਇੱਕ ਗੈਟ ਟੂਗੇਦਰ ਸੀਗਾ, ਸਾਰੇ ਉੱਥੇ ਇਕੱਠੇ ਹੋਏ ਸੀਗੇ ਤੇ ਕੁਦਰਤੀ ਹੈ ਮਹਾਰਾਜ ਨੇ ਉਦੋਂ ਬਿੱਧ ਬਣਾਉਣੀ ਸੀ ਸਾਨੂੰ ਮਿਲਾਉਣ ਦੀ, ਤੇ ਆਪਾਂ ਉੱਥੇ ਮਿਲੇ ਆ ਤੇ ਉਸ ਟਾਈਮ ਤੇ ਗੱਲ ਵੀ ਉਸ ਰੱਬ ਦੀ ਹੋ ਰਹੀ ਸੀ। ਅਕਾਲ ਪੁਰਖ ਦੇ ਉੱਤੇ ਕੋਈ ਵਿਚਾਰ ਰੱਖ ਰਿਹਾ ਸੀ, ਕੋਈ ਕੁਝ ਕਹਿ ਰਿਹਾ ਸੀ। ਕਈ ਉੱਥੇ ਕੁਝ ਨਾਸਤਿਕ ਵੀ ਬੈਠੇ ਸੀ, ਉਹਨਾਂ ਨੂੰ ਵੀ ਉਹਨਾਂ ਨੇ ਸਵਾਗਤ ਕੀਤਾ ਸੀ ਵੀ ਤੁਸੀਂ ਵੀ ਕੋਈ ਨਹੀਂ ਆਪਣੇ ਵਿਚਾਰ ਰੱਖੋ, ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਕੁਝ ਮਹਾਰਾਜ ਕਿਰਪਾ ਕਰਨ ਤੇ ਸਮਝ ਆ ਜਾਏ। ਤਾਂ ਉਹ ਵੀ ਸਾਰੇ ਮਤਲਬ ਆਰਾਮ ਨਾਲ ਇੱਕ ਦੂਜੇ ਨਾਲ ਗੱਲ ਕਰ ਰਹੇ ਸੀ ਤੇ ਆਪਾਂ ਉੱਥੇ ਮਿਲਦੇ ਹਾਂ ਤਾਂ ਇਹ ਆਪਣੇ ਵਿਚਾਰ ਰੱਖਦੇ ਤੇ ਮੈਂ ਆਪਣੇ ਵਿਚਾਰ ਉਸ ਟਾਈਮ ਤੇ ਰੱਖੇ। ਤਾਂ ਸਾਨੂੰ ਇੱਕ ਚੀਜ਼ ਸਮਝ ਆਈ ਕਿ ਸਾਡੀ ਸੋਚ ਇੱਕ ਸੀ ਕਿ ਹਰ ਧਰਮ ਦੀ ਰਿਸਪੈਕਟ ਹੈ, ਠੀਕ ਹੈ, ਕੋਈ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ। ਹਾਂ ਠੀਕ ਹੈ, ਮਹਾਰਾਜ ਜਿਹੜਾ ਰਸਤਾ ਤੁਹਾਨੂੰ ਦਿੰਦੇ ਆ ਤੁਸੀਂ ਉਸ ਰਸਤੇ ਤੇ ਪੂਰਾ ਮਤਲਬ ਕਹਿੰਦੇ ਦਿਲੋਂ ਚੱਲੋ ਤੇ ਮਹਾਰਾਜ ਨੇ ਕਿਰਪਾ ਕਰਨੀ ਆ। ਉਦੋਂ ਆਪਣੇ ਨੰਬਰ ਆਪਾਂ ਪਹਿਲੀ ਵਾਰ ਐਕਸਚੇਂਜ ਕੀਤੇ, ਜਿਵੇਂ ਕਹਿ ਲਓ ਦੋਸਤ ਬਣੇ। ਤੇ ਜਦੋਂ ਮੈਂ ਇੱਥੇ ਵਾਪਸ ਆ ਗਿਆ ਜੀ, ਆਪਾਂ ਚੰਡੀਗੜ੍ਹ ਮਿਲੇ ਸੀ ਨਾ ਉਦੋਂ, ਤੇ ਉਸ ਤੋਂ ਬਾਅਦ ਮੈਂ ਆ ਜਾਂਦਾ ਤੇ ਥੋੜੇ ਦਿਨ ਬਾਅਦ ਸਾਡੀ ਗੱਲ ਹੁੰਦੀ ਹੈ ਤਾਂ ਸਾਨੂੰ ਚੰਗਾ ਲੱਗਦਾ ਇੱਕ ਦੂਜੇ ਨਾਲ ਗੱਲ ਕਰਕੇ, ਜਿਵੇਂ ਦੋਸਤ ਸੀਗੇ। ਤੇ ਠੀਕ ਹੈ, ਮੈਨੂੰ ਉਦੋਂ ਇਹ ਫੀਲ ਹੋਣ ਲੱਗ ਗਿਆ ਸੀ, ਮੈਂ ਕਿਹਾ ਕਿ ਅਗਰ ਮਹਾਰਾਜ ਮੈਨੂੰ ਇਹਨਾਂ ਨਾਲ ਮਿਲਾ ਰਹੇ ਹੈ ਕਿ ਉੱਥੇ ਜਿਵੇਂ ਮਿਲਾਇਆ ਮਹਾਰਾਜ ਨੇ, ਤਾਂ ਹੋ ਸਕਦਾ ਇਹਦੇ ਪਿੱਛੇ ਕੋਈ ਗੱਲ ਹੋਏਗੀ, ਬਟ ਉਦੋਂ ਸਮਝ ਨਹੀਂ ਆ ਰਹੀ ਸੀ। ਤਾਂ ਮੈਂ ਇਹਨਾਂ ਨੂੰ ਜਿਵੇਂ ਹੌਲੀ ਹੌਲੀ ਪੁੱਛਿਆ, ਥੋੜਾ ਵਕਤ ਹੋਰ 1 ਮਹੀਨਾ ਬੀਤ ਗਿਆ ਸੀ ਵਾਹਿਗੁਰੂ ਜੀ, 2-4 ਵਾਰੀ ਸਾਡੀ ਗੱਲ ਹੋ ਚੁੱਕੀ ਸੀ। ਤਾਂ ਮੈਂ ਕਿਹਾ ਕਿ ਅਗਰ ਆਪਾਂ ਮੈਰਿਜ ਕਰਾਉਂਦੇ ਹਾਂ ਤਾਂ ਮਤਲਬ ਮੇਰੀ ਸੋਚ ਹੈ। ਤਾਂ ਇਹਨਾਂ ਨੇ ਕਿਹਾ ਕੋਈ ਨਹੀਂ, ਘਰ ਦੇ ਜਦੋਂ ਮਿਲਣਗੇ, ਮੈਂ ਵੀ ਦੇਖੋ ਆਪਾਂ ਇੱਕ ਦੂਜੇ ਨੂੰ ਪਸੰਦ ਤਾਂ ਕਰਦੇ ਹੀ ਸੀ, ਵੀ ਘਰ ਦੇ ਮਿਲਣਗੇ, ਅਗਰ ਉਹਨਾਂ ਦੀ ਹਾਮੀ ਹੋਏਗੀ ਤਾਂ ਜ਼ਰੂਰ। ਤਾਂ ਜਦੋਂ ਘਰ ਦੇ ਮਿਲਦੇ ਆ ਤਾਂ ਮਹਾਰਾਜ ਨੇ ਉੱਥੇ ਵੀ ਕਿਰਪਾ ਕੀਤੀ ਵੀ ਸਾਡੀ ਮੈਰਿਜ ਡਿਸਾਈਡ ਹੋ ਗਈ ਤੇ ਥੋੜੀ ਦੇਰ 'ਚ ਹੀ ਮੈਰਿਜ ਹੋ ਗਈ। ਤੁਸੀਂ ਇਹ ਦੇਖੋ, ਵਿਆਹ ਹੋਣ ਤੋਂ ਪਹਿਲਾਂ ਕੁਝ ਸੁਪਨੇ ਇੱਦਾਂ ਦੇ ਸੀਗੇ ਵੀ ਆਪਾਂ ਇੰਜ ਕਰਾਂਗੇ ਉਂਝ ਕਰਾਂਗੇ, ਜਿਵੇਂ ਯੂਥ 'ਚ ਹਰ ਕੋਈ ਸੁਪਨੇ ਆ ਨਾ, ਕਿਸੇ ਦੇ ਕੁਝ ਹੋ ਸਕਦੇ, ਕਿਸੇ ਦੇ ਕੁਝ ਹੋ ਸਕਦੇ, ਪਰ ਮੈਰਿਜ ਤੋਂ ਬਾਅਦ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਜਸਟ 1-2 ਮਹੀਨੇ ਬਾਅਦ ਹੀ ਮਹਾਰਾਜ ਨੇ ਸਾਨੂੰ ਆਪਣੇ ਲੜ ਲਾਉਣਾ ਸ਼ੁਰੂ ਕਰਤਾ ਸੀ। ਜਿੱਦਾਂ ਕਿ ਨਾ ਸਾਨੂੰ ਪਤਾ ਵੀ ਅਸੀਂ ਕਿਹੜੇ ਰਾਸਤੇ ਤੇ ਤੁਰ ਰਹੇ ਹਾਂ ਤੇ ਸਾਡੇ ਲਈ ਸਹੀ ਇਨਸਾਨ ਕੌਣ ਹੈ ਨਾ, ਤਾਂ ਪੇਰੈਂਟਸ ਨੂੰ ਕਈ ਵਾਰੀ ਸਮਝਾਉਣ ਦੇ ਵਿੱਚ ਉਹ ਦਿੱਕਤ ਆਉਂਦੀ ਹੈ ਨਾ। ਜ਼ਰੂਰੀ ਨਹੀਂ ਕਿ ਹਰ ਇੱਕ ਦੇ ਪੇਰੈਂਟਸ ਮੰਨ ਜਾਣ। ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਦੱਸਦੇ ਹੋ ਹੈ ਨਾ, ਧਰਮ ਅਲੱਗ ਹੈ ਤੇ ਤੁਸੀਂ ਅਲੱਗ-ਅਲੱਗ ਜਗ੍ਹਾ ਤੋਂ ਹੋ, ਤੁਸੀਂ ਹਰਿਆਣੇ ਤੋਂ, ਵੀਰ ਹੁਣੇ ਪੰਜਾਬ ਤੋਂ, ਫਿਰ ਉਹ ਮਨਾਉਣਾ ਔਖਾ ਹੋਇਆ ਸੀਗਾ? स्टार्टिंग से ही मेरे को बचपन से ही पिताजी ने, मेरी माताजी ने इन सब चीज़ों से परे रखा हुआ था। उनकी खुद की सोच ऐसी नहीं थी। मेरी माताश्री पिताश्री तो संसारिक नहीं रहे, जो मेरी माताश्री थे तो उनको इस चीज़ से कोई था ही नहीं कि उन्होंने कभी पूछा भी नहीं था। हाँ, उन्हें पता लग गया था भवप्रीत सिंह है तो ऑफकोर्स सिंह है, ठीक है वाहिगुरु जी। तो वो उनके लिए मैटर क्या करता है कि 2 बच्चे अगर पिताजी मिलाना चाहते हैं, अगर 2 बच्चे खुश हैं तो ठीक है। माँ बाप को ये होता है ना, मेरी लड़की खुश होनी चाहिए। अगर उसे लग रहा है कि हाँ वो खुश रहेगी, ठीक है, माँ बाप एक बार चेक भी करते कि हाँ ठीक है, घर वाले तभी पेरेंट्स से मिलवाया, ठीक है वाहिगुरु जी। सबसे बड़ी चीज़ मेरी माता श्री ने उस टाइम पे ये बोली थी कि जैसे भी उस अकाल पुरख का हुक्म होएगा ना, उसी में चलना है बेटा। अच्छा, पहले शब्द उन्होंने ये सी? हाँ जी वाहिगुरु, हाँ जी वाहिगुरु जी। उस रब का नाम ही लिया कि जैसे उसका हुक्म होना है ना बेटा, वैसे ही होना है। अगर मैं जितना मर्जी जोर लगा लूँ कि नहीं करना, अगर उसका हुक्म है ना वो होके रहेगा। अगर मैं कहूँगी हाँ हाँ करो करो करो, हमने तो इसी से करनी है, अगर उसका ज़ोर होगा कि नहीं होनी, तो जितना मर्जी ज़ोर लगा लो नहीं होगी। तो वही मेरी माता श्री जी ने उस टाइम पे समझाया। मैं समझ रही थी, मैंने कहा हाँ, मैंने तभी माता श्री को बोला, मैंने कहा तभी माता श्री मैं आपसे बात की कि आपको जैसा लगेगा, आप इस चीज़ में हामी भरते हो तो ही हम करेंगे। दोनों बच्चे, हम दोनों बच्चों ने पहले ही डिसाइड किया था कि माँ बाप खुश होंगे तो ही बच्चे खुश होंगे, है ना वाहिगुरु जी। तो ये दिक्कत पिताजी ने आनी ही नहीं ਦਿੱਤੀ ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ। ਪਹਿਲੇ ਹੀ ਇਹ ਰਸਤਾ ਜਿਵੇਂ ਕਹਿੰਦੇ ਆ ਨਾ ਸਾਡੇ ਲਈ ਬਣਾ ਰੱਖਿਆ ਸੀ, ਉਹਨਾਂ ਨੇ ਆਪਣੇ ਲੜ ਲਾਣਾ ਸੀਗਾ। ਪਤਾ ਨਹੀਂ ਕਿੱਧਰ ਹੁੰਦੇ ਅੱਜ, ਭਟਕੇ ਹੁੰਦੇ, ਪਰ ਅੱਜ ਸਾਨੂੰ ਖੁਸ਼ੀ ਹੁੰਦੀ ਹੈ ਕਿ ਠੀਕ ਹੈ, ਮਹਾਰਾਜ ਨੇ ਅਗਰ ਸਾਨੂੰ ਮਿਲਾਇਆ ਸੀ ਤਾਂ ਇੰਨੀ ਕਿਰਪਾ ਕਰਨ ਲਈ ਮਿਲਾਇਆ ਸੀ। ਆਪਾਂ ਉਹਦਾ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ। ਹਾਂਜੀ, ਜਦੋਂ ਤੁਸੀਂ ਆਪਦੇ ਪਰਿਵਾਰ ਨੂੰ ਦੱਸਦੇ ਹੋ ਫਿਰ ਤੁਹਾਡੇ ਪਰਿਵਾਰ ਦਾ ਪਹਿਲਾ ਜਵਾਬ ਕੀ ਹੁੰਦਾ? ਸੇਮ ਇੱਦਾਂ ਹੀ ਸੀ ਵਾਹਿਗੁਰੂ ਜੀ। ਸਾਡੇ ਘਰ ਦਾ ਵੀ ਜਿਹੜਾ ਮਾਹੌਲ ਸੀ ਨਾ, ਮਤਲਬ ਕਿ ਇੱਦਾਂ ਨਹੀਂ ਸੀਗਾ ਵੀ ਕੋਈ
ਧਰਮ ਨੂੰ ਲੈ ਕੇ ਜਾਂ ਕੋਈ ਰੱਬ ਦੇ ਵਿੱਚ ਕੋਈ ਐਦਾਂ ਕੰਪੈਰੀਜ਼ਨ ਨਹੀਂ ਕਦੀ ਕੀਤਾ ਵੀ ਹੈ ਨਾ। ਉਹ ਇੱਧਰ ਵੀ ਇੱਦਾਂ ਹੀ ਸੀਗਾ, ਸਾਰਿਆਂ ਦੀ ਪੂਰੀ ਰਿਸਪੈਕਟ ਸੀ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਇੱਦਾਂ ਫਰੈਂਡ ਹੈ ਤੇ ਤੁਸੀਂ ਉਹਨਾਂ ਨੂੰ ਮਿਲੋ, ਦੇ ਮਦਰ ਫਾਦਰ ਜਾਂ ਜਿੱਦਾਂ ਵੀ ਨਾ ਪਰਿਵਾਰ ਨਾਲ ਮਿਲੋ, ਕਿਉਂਕਿ ਇਹਨਾਂ ਦੇ ਫਾਦਰ ਤਾਂ ਉਦੋਂ ਸੀਗੇ ਨਹੀਂ। ਤਾਂ ਉਹ ਕਹਿੰਦੇ ਠੀਕ ਹੈ। ਉਹ ਮਿਲਦੇ ਆ, ਉਹ ਆਪਸ 'ਚ ਜਦੋਂ ਮਿਲੇ ਤੇ ਸਾਨੂੰ ਇੰਜ ਲੱਗਿਆ ਹੀ ਨਹੀਂ ਕਿ ਆਪਾਂ ਘਰਦਿਆਂ ਨੂੰ ਪਹਿਲੀ ਵਾਰੀ ਮਿਲਵਾ ਰਹੇ ਹਾਂ, ਇੰਜ ਲੱਗਿਆ ਆਪਾਂ ਪਹਿਲਾਂ ਤੋਂ ਹੀ ਜਾਣਦੇ ਸੀ। ਹਾਂਜੀ, ਬੜੀ ਪੋਜ਼ਿਟਿਵ ਵਾਈਬ ਸੀਗੀ ਉਦੋਂ। ਤੇ ਉੱਥੇ ਆਪਾਂ ਬੈਠੇ ਤੇ ਉਹਨਾਂ ਨੇ ਵੀ ਪੁੱਛਿਆ ਵੀ ਤੁਸੀਂ ਪਹਿਲਾਂ ਕਿੱਥੇ ਇੱਕ ਦੂਜੇ ਨੂੰ ਮਿਲਿਆ, ਤੁਸੀਂ ਕਿੱਦਾਂ ਜਾਣਦੇ ਹੋ ਇੱਕ ਦੂਜੇ ਨੂੰ। ਉਹ ਮਾਪਿਓ ਨੂੰ ਵੀ ਇਹ ਹੁੰਦਾ ਹੀ ਹੈ ਵੀ ਬੱਚੇ ਛੋਟੇ ਹੁੰਦੇ ਤੋਂ ਤਾਂ ਨਹੀਂ ਜਾਣਦੇ, ਵੀ ਹੁਣੇ ਦੀ ਗੱਲ ਹੈ। ਤੇ ਆਪਾਂ ਉਹਨਾਂ ਨੂੰ ਦੱਸਿਆ, ਫਿਰ ਉਹ ਵੀ ਖੁਸ਼ ਹੋਏ ਵੀ ਚਲੋ ਠੀਕ ਹੈ, ਵੀ ਤੁਹਾਨੂੰ ਦੋਨਾਂ ਨੂੰ ਖੁਸ਼ੀ ਹੈ, ਆਪਾਂ ਵੀ ਖੁਸ਼ ਹਾਂ ਤੇ ਕਰ ਲਓ ਵਿਆਹ, ਕੋਈ ਗੱਲ ਨਹੀਂ। ਬਾਕੀ ਮਹਾਰਾਜ ਦਾ ਅਗਰ ਹੁਕਮ ਹੋਏਗਾ ਤਾਂ ਹੀ ਹੋਏਗਾ, ਜਿੱਦਾਂ ਇਹਨਾਂ ਨੇ ਗੱਲ ਕੀਤੀ। ਤੇ ਮਹਾਰਾਜ ਦਾ ਹੁਕਮ ਇਹੀ ਸੀ, ਵਾਹਿਗੁਰੂ ਜੀ। ਜਦੋਂ ਆਪਾਂ ਵਿਆਹ ਤੋਂ ਬਾਅਦ ਇਕੱਠੇ ਬੈਠ ਕੇ ਨਾ ਇਤਿਹਾਸ ਪੜ੍ਹਦੇ ਸੀ ਤਾਂ ਜਿਵੇਂ ਦੇਖੋ ਆਪਾਂ ਹਰ ਧਰਮ ਦੀ ਰਿਸਪੈਕਟ ਕਰਦੇ ਹਾਂ, ਚਾਹੇ ਹਿੰਦੂ ਧਰਮ ਹੈ, ਚਾਹੇ ਮੁਸਲਿਮ ਧਰਮ ਹੈ, ਚਾਹੇ ਕ੍ਰਿਸਚਨ ਧਰਮ ਹੈ, ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ। ਪਰ ਮੈਨੂੰ ਪਹਿਲੀ ਵਾਰੀ ਨਾ ਕੁਝ ਇਤਿਹਾਸ 'ਚ ਜਾਣਨ ਦਾ ਮੌਕਾ ਮਿਲਿਆ ਤਾਂ ਬੜੀ ਖੁਸ਼ੀ ਨਾਲ ਮੈਂ ਇਹਨਾਂ ਦੇ ਇਤਿਹਾਸ ਵੀ ਇਹਨਾਂ ਦੇ ਨਾਲ ਬੈਠ ਕੇ ਪੜ੍ਹਿਆ, ਜਾਣਿਆ ਵੀ ਹੈ ਨਾ ਕੀ ਕਹਿੰਦੇ ਆ। ਕਿਉਂਕਿ ਦੇਖੋ ਸਾਰੇ ਹੀ ਧਰਮ ਬਹੁਤ ਖੂਬਸੂਰਤ ਨੇ, ਬਹੁਤ ਸੋਹਣੇ ਨੇ, ਕਿਸੇ 'ਚ ਕੋਈ ਉਹ ਨਹੀਂ ਹੈ। ਰਾਹ ਅਲੱਗ-ਅਲੱਗ ਨੇ, ਮੰਜ਼ਿਲ ਇੱਕ ਹੈ, ਠੀਕ ਹੈ ਭੈਣੇ। ਤਾਂ ਉਸ ਚੀਜ਼ ਨੂੰ ਲੈ ਕੇ ਮਾਈਂਡ ਦੇ ਵਿੱਚ ਤਾਂ ਇਹਨਾਂ ਨੇ ਨਾ ਮੈਨੂੰ ਉਦੋਂ ਹਨੂਮਾਨ ਚਾਲੀਸਾ ਮੇਰੇ ਸਾਹਮਣੇ ਬੋਲੀ ਤੇ ਮੈਂ ਕਿਹਾ ਕੀ ਬੋਲ ਰਹੇ ਹੋ ਤੁਸੀਂ? ਤੇ ਇਹ ਕਹਿੰਦੇ ਇਹ ਹਨੂਮਾਨ ਚਾਲੀਸਾ ਹੁੰਦੀ ਹੈ। ਮੈਂ ਕਿਹਾ ਅੱਛਾ, ਵੀ ਇਹ ਕਿਹੜੀ ਲੈਂਗੁਏਜ ਕਿਹੜੀ ਹੈ ਇਹਦੀ, ਹਿੰਦੀ ਹੈ ਕੀ ਹੈ? ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਜ਼ਿਆਦਾ ਸੰਸਕ੍ਰਿਤ 'ਚ ਬਣਿਆ ਹੋਇਆ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਮੈਂ ਜ਼ਰੂਰ ਹਨੂਮਾਨ ਜੀ ਬਾਰੇ ਤਾਂ ਪਤਾ ਹੈ, ਪਰ ਮੈਂ ਕਿਹਾ ਇਹ ਨਹੀਂ ਮੈਂ ਕਦੀ ਸੁਣੀ ਸੀ। ਤਾਂ ਇਹਨਾਂ ਨੇ ਬੋਲਿਆ ਤੇ ਪਿੱਛੇ ਨਾ ਮੈਂ ਵੀ ਬੋਲਿਆ। ਤਾਂ ਮੈਨੂੰ ਵਧੀਆ ਲੱਗਿਆ ਕਿ ਆਪਾਂ ਹਰ ਚੀਜ਼ ਨੂੰ ਇੱਕ ਪਿਆਰ ਦੀ ਨਜ਼ਰ ਨਾਲ ਜਦੋਂ ਦੇਖਦੇ ਹਾਂ, ਰਿਸਪੈਕਟ ਦਿੰਦੇ ਹਾਂ। ਉਹਨਾਂ ਦੇ ਉੱਤੇ ਇਤਿਹਾਸ ਲਿਖਿਆ ਸੀ, ਉਹ ਵੀ ਪੜ੍ਹਿਆ, ਕਿਉਂਕਿ ਜਿੰਨਾ ਵੀ ਇਤਿਹਾਸ ਹੈ ਜਾਂ ਜੋ ਵੀ ਨੌਲੇਜ ਹੈ ਨਾ, ਉਹ ਤੁਹਾਨੂੰ ਸਾਰੀ ਹੀ ਹੋਣੀ ਚਾਹੀਦੀ ਹੈ। ਮਹਾਰਾਜ ਦਾ ਵੀ ਇਹ ਹੁਕਮ ਰਿਹਾ। ਹੁਣ ਮਹਾਰਾਜ ਨੇ ਦਸਮ ਬਾਣੀ ਦੇ ਵਿੱਚ ਜਾਂ ਅੱਗੇ ਹੋਰ ਵੀ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀਆਂ, ਉਹਦੇ ਵਿੱਚ ਉਹਨਾਂ ਨੇ ਹਰ ਚੀਜ਼ ਨੂੰ ਐਕਸਪਲੇਨ ਕਰਤਾ ਸਾਡੇ ਲਈ, ਕਿ ਜਿਵੇਂ ਉਹ ਸੰਸਕ੍ਰਿਤ ਵਿੱਚ ਹੁੰਦਾ ਸੀ ਤਾਂ ਉਹ ਟਰਾਂਸਲੇਟ ਕਰਕੇ ਦਿੱਤਾ ਮਹਾਰਾਜ ਨੇ। ਵੀ ਸਾਨੂੰ ਉਹ ਵੀ ਪਤਾ ਹੋਣਾ ਚਾਹੀਦਾ ਵੀ ਕੱਲ੍ਹ ਨੂੰ ਇਹ ਨਾ ਹੋਏ ਕਿ ਮੇਰੇ ਬੱਚੇ ਕਿਸੇ ਚੀਜ਼ ਤੋਂ ਅਧੂਰੇ ਰਹਿ ਜਾਣ। ਇਸ ਕਰਕੇ ਮਹਾਰਾਜ ਨੇ ਟਰਾਂਸਲੇਟ ਕੀਤਾ ਸੀ। ਤਾਂ ਇਤਿਹਾਸ ਕੋਈ ਵੀ ਹੋਵੇ, ਸਾਨੂੰ ਇੱਕ ਵਾਰੀ ਉਹਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ। ਵਾਹਿਗੁਰੂ ਜੀ। ਕਿੰਨੇ ਟਾਈਮ ਬਾਅਦ ਵਿਆਹ ਹੋ ਜਾਂਦਾ ਫਿਰ ਤੁਹਾਡਾ? ਸਾਡਾ ਵਾਹਿਗੁਰੂ ਜੀ 1 ਤੋਂ 1.5 ਮਹੀਨੇ ਦੇ ਵਿੱਚ ਲੱਗਿਆ ਸੀ ਸਮਾਂ ਤੇ ਵਿਆਹ ਹੋ ਗਿਆ ਸੀ। ਵਾਹਿਗੁਰੂ ਜੀ। ਅੱਛਾ, ਉਦੋਂ ਪ੍ਰੋਪਰ ਕਟਿੰਗ ਸੀਗੀ ਤੁਹਾਡੀ, ਹੈ ਨਾ? ਤਾਂ ਇਹ ਵੀ ਪੂਰੀ ਵੈਸਟਰਨ ਲੁੱਕ ਦੇ ਵਿੱਚ ਮੈਂ ਇਹਨਾਂ ਦੀਆਂ ਫੋਟੋਜ਼ ਦੇਖੀਆਂ। ਤਾਂ ਫਿਰ ਇਹ ਵਿਚਾਰ ਤੁਹਾਡੇ ਮਨ 'ਚ ਆਉਂਦਾ ਹੈ ਨਾ ਪਹਿਲਾਂ ਵੀ ਅਸੀਂ ਅੰਮ੍ਰਿਤ ਛਕੀਏ, ਤੇ ਕੀ ਇਦਾਂ ਦੀ ਚੇਟਕ ਲੱਗਦੀ, ਕੀ ਅੰਦਰੋਂ ਜਿਹੜਾ ਹੁਕਮ ਜਿਹੜਾ ਉਹ ਕਿਵੇਂ ਲੱਗਦਾ ਤੁਹਾਨੂੰ, ਕਿਵੇਂ ਪਤਾ ਲੱਗਦਾ ਕਿ ਇਹ ਵਾਹਿਗੁਰੂ ਦਾ ਹੁਕਮ ਹੋ ਗਿਆ ਆ ਹੁਣ? वाहिगुरु जी, सबसे पहली चीज़ मेरे माइंड में आई थी दादाजी की, दादाजी गुरु तेग बहादुर जी थी। मैं ना अंदर ही अंदर ना जैसे काम पे जाते हुए मैं रूम में कल्ली होती थी तो मैं ना सोचती थी, पाठ चल रहा होता था उस टाइम पे कि गुरु तेग बहादुर, देखो उस टाइम पे भी मत फुरने देने वाला भी वही है। देखो उसकी मर्ज़ी है कब किसको कैसा फुरना देना। वाहिगुरु जी, तो फुरना ये आया, गुरु तेग बहादुर जी याद आए, माता जी याद आई, पिताजी गुरु गोबिंद सिंह जी याद आए, दादी जी याद आई, ठीक है वाहिगुरु, बच्चे याद आए, ठीक है वाहिगुरु जी। फिर ना एकदम फुरना आया कि ये आते हैं तो मैं इनसे बात करती हूँ कि हम ना गुरु ग्रंथ साहिब जी, प्लीज़ गुरु जी क्या कह रहे हैं ना, मुझे जानना है। तो ये ना सेवा आप लो कि मुझे बताओ गुरु साहिब जी क्या कह रहे हैं। वाहिगुरु जी, ठीक है वाहिगुरु जी। फिर उसके बाद आया कि भाई मनी सिंह जी ने बंद कटाते, क्यों कटाते? वो चाहते तो कहते कि हाँ केश कर लो, उनको यही बोला था ना केश काट दो मुगल। तो मेरे माइंड, मैंने कहा उन्होंने अपने केश तक नहीं काटने दिए। उन्होंने कहा तुम मेरा सिर, मतलब मेरे बंद काट दो, मैं वो मान लूँगा बट अपने केश नहीं। वो जो शहीदियाँ देखे गए हैं ना सारे, वो चीज़ एकदम तीर बजी। वाहिगुरु जी, एकदम तीर बजा। तो फिर तो मैं जब इनको देखती थी मैं कहती थी प्लीज़ वाहिगुरु जी अपने बापू जैसे बन जाओ। अच्छा, सीरियसली भाई, मैंने कहा बापू जैसे बन जाओ प्लीज़। तो फिर ਅਸਲ 'ਚ ਵਾਹਿਗੁਰੂ ਜੀ, ਹਾਂਜੀ, ਆਪਾਂ ਨਾ ਜਦੋਂ ਉਦੋਂ ਥੋੜਾ ਇਤਿਹਾਸ ਪੜ੍ਹ ਰਹੇ ਸੀਗੇ ਤੇ ਮੈਂ ਨਾ ਕਈ ਵਾਰੀ ਗੱਲਾਂ 'ਚ ਕਹਿ ਦੇਣਾ ਜਿਵੇਂ, ਤੇ ਉਸ ਦਿਨ ਵੀ ਮੈਂ ਇਹੀ ਗੱਲ ਕਹੀ ਸੀ। ਮੈਂ ਇਹਨਾਂ ਨੂੰ ਨਾ ਇਹ ਗੱਲ ਕਹਿ ਦਿੰਦਾ ਸੀ, ਆਪਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਤੇ ਉਹ ਆਪੇ ਦੇਖਣਗੇ, ਤੂੰ ਕਿਉਂ ਟੈਨਸ਼ਨ ਲੈ, ਮਤਲਬ ਇੱਦਾਂ ਇੱਕ ਨੋਰਮਲੀ। ਇੱਕ ਦਿਨ ਇਹਨਾਂ ਨੇ ਕਹਿਤਾ, ਕਹਿੰਦੇ ਤੁਸੀਂ ਕਹਿੰਦੇ ਹੋ ਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ, ਵੀ ਮੈਂ ਵੀ ਉਹਨਾਂ ਦੀ ਬੱਚੀ ਆ, ਤਾਂ ਫਿਰ ਆਪਾਂ ਕਿੱਦਾਂ ਕਹਿ ਰਹੇ ਹਾਂ ਕਿ ਆਪਾਂ ਉਹਨਾਂ ਦੇ ਬੱਚੇ ਆ? ਆਪਾਂ ਤਾਂ ਉਹਨਾਂ ਦੇ ਹੁਕਮ 'ਚ ਹੈ ਹੀ ਨਹੀਂ। ਤਾਂ ਕੀ ਸਾਡੇ ਬਾਪੂ ਜੀ ਕਹਿੰਦੇ ਹੋਣਗੇ ਕਿ ਇਹ ਮੇਰੇ ਬੱਚੇ ਹੈ? ਹਾਂਜੀ, ਇਹ ਜਿਹੜੇ ਇੱਦਾਂ ਦੀਆਂ 1-2 ਗੱਲਾਂ ਇਹਨਾਂ ਨੇ ਮੈਨੂੰ ਕਹੀਆਂ ਤੇ ਮੈਂ ਸੋਚਣ ਬੈਠ ਗਿਆ। ਮੈਂ ਕਿਹਾ ਗੱਲ ਤਾਂ ਸਹੀ ਹੈ। ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਮਤਲਬ
ਦੱਸੋ ਵੀ ਅੰਮ੍ਰਿਤ ਛਕੀਏ ਵੀ ਮੈਂ ਤਾਂ ਛਕਣਾ ਹੈ। ਤੇ ਫਿਰ ਮੈਂ ਇਹਨਾਂ ਨੂੰ ਕਿਹਾ ਵਾਹਿਗੁਰੂ ਜੀ ਜ਼ਰੂਰ, ਮੈਂ ਅੱਜ ਤੋਂ ਬਾਅਦ ਕੇਸ਼ਾਂ ਦੀ ਬੇਅਦਬੀ ਨਹੀਂ ਕਰੂੰਗਾ ਤੇ ਆਪਾਂ ਦੋਨੋਂ ਇਕੱਠੇ ਛਕਾਂਗੇ। ਚਲੋ ਮਹਾਰਾਜ ਅੱਗੇ ਅਰਦਾਸ ਕਰ ਦਿੰਦੇ ਹਾਂ, ਸਮਾਂ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਉਹ ਸਮਾਂ ਹੋਏਗਾ, ਕਦੋਂ ਕਿੱਦਾਂ ਹੋਏਗਾ। ਆਪਾਂ ਅੱਜ ਤੋਂ ਇੱਦਾਂ ਕਰਦੇ ਹਾਂ, ਰਹਿਤ ਮਰਿਆਦਾ ਨੂੰ ਸਮਝਦੇ ਹਾਂ, ਆਪਾਂ ਸਾਲ ਕੁ ਰਹਿਤ ਮਰਿਆਦਾ ਰੱਖਦੇ ਹਾਂ ਤੇ ਜਦੋਂ ਮਹਾਰਾਜ ਨਹੀਂ ਚਾਹੇ ਉਦੋਂ ਛਕਾਣਗੇ, ਆਪਾਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਦੇ ਹਾਂ। ਫਿਰ ਆਪਾਂ ਜੀ ਜਿਵੇਂ ਨਿਹੰਗ ਸਿੰਘਾਂ ਨਾਲ ਮਿਲਣਾ, ਉਹਨਾਂ ਨੂੰ ਪੁੱਛਣਾ ਤੇ ਬਹੁਤ ਮਤਲਬ ਵਧੀਆ ਉਹਨਾਂ ਨੇ ਸਾਨੂੰ ਸਮਝਾਉਣਾ ਹੈ ਨਾ ਵੀ ਰਹਿਤ ਮਰਿਆਦਾ ਕਿੱਦਾਂ ਤੁਸੀਂ ਰਹਿਣਾ। ਫਿਰ ਨਾ ਮਹਾਰਾਜ ਨੇ ਕਿਰਪਾ ਕੀਤੀ ਕਿ ਆਪਾਂ ਪਹਿਲਾਂ ਕਦੀ ਨਾ ਹਜੂਰ ਸਾਹਿਬ ਨਹੀਂ ਗਏ ਹੋਏ ਸੀ, ਮੱਥਾ ਟੇਕਣ ਚਲੇ ਗਏ ਆਪਾਂ। ਪਹਿਲਾਂ ਆਪਾਂ ਇੱਥੇ ਪੰਜਾਬ ਦੇ ਆਸ-ਪਾਸ ਹਰਿਆਣੇ 'ਚ ਜਿੰਨੇ ਗੁਰੂ ਘਰ ਨੇ ਜਿਹੜੇ ਧਾਰਮਿਕ ਹਿਸਟੋਰੀਕਲ ਜਿਹੜੇ ਗੁਰੂ ਘਰ ਆਪਾਂ ਕਹਿੰਦੇ ਹਾਂ ਹੈ ਨਾ, ਤੇ ਆਪਾਂ ਉੱਧਰ ਗਏ ਤੇ ਉੱਥੋਂ ਇਤਿਹਾਸ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਇਸ ਗੁਰੂ ਘਰ 'ਚ ਕਿਹੜੇ ਗੁਰੂ ਸਾਹਿਬ ਆਏ ਸੀ, ਕੀ ਇਤਿਹਾਸ ਹੈ। ਤਾਂ ਉਹ ਸਾਡੇ ਅੰਦਰ ਬੈਠਦਾ ਜਾ ਰਿਹਾ ਸੀਗਾ। ਤੇ ਫਿਰ ਵਾਰੀ ਆਈ ਹਜੂਰ ਸਾਹਿਬ ਜਦੋਂ ਗਏ ਨਾ, ਤੇ ਉੱਥੇ ਜਾ ਕੇ ਤਾਂ ਬਸ ਜਿਵੇਂ ਕਹਿ ਲਓ ਮਨ ਪੱਕਾ ਹੋ ਗਿਆ। ਮਹਾਰਾਜ ਨੇ ਨਾ ਜਿਵੇਂ ਕਹਿ ਲਓ ਵੀ ਕਿਰਪਾ ਕਰਤੀ ਤੇ ਆਪਣਾ ਬਹੁਤ ਜਿਵੇਂ ਕੁਝ ਸਮਾਂ ਰਹਿਣ ਦਾ ਉੱਥੇ ਜਦੋਂ ਮੌਕਾ ਮਿਲਿਆ ਤੇ ਉੱਥੇ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਸੀ ਉਹਨਾਂ ਨਾਲ ਵਿਚਰਨ ਦਾ ਮੌਕਾ ਮਿਲਿਆ। ਤਾਂ ਆਪਾਂ ਕਿਹਾ ਹਾਂ ਵੀ ਠੀਕ ਹੈ, ਮਹਾਰਾਜ ਤਾਂ ਸਾਨੂੰ ਇਸ਼ਾਰਾ ਦੇ ਰਹੇ ਵੀ ਇੱਕ ਵਾਰੀ ਆਪਾਂ ਨੂੰ ਵੀ ਹੁਣ ਕੋਸ਼ਿਸ਼ ਕਰਨੀ ਪਏਗੀ ਵੀ ਆਪਾਂ ਹੁਣ ਡੋਲਣਾ ਨਹੀਂਗਾ। ਫਿਰ ਆਪਾਂ ਮਹਾਰਾਜ ਨੂੰ ਉੱਥੇ ਅਰਦਾਸ ਕੀਤੀ, ਮਹਾਰਾਜ ਕੁਛ ਹੋ ਜੇ, ਹੋ ਸਕਦਾ ਇਹ ਤਾਂ ਨਹੀਂ ਡੋਲਣਗੇ, ਹੋ ਸਕਦਾ ਕਿਤੇ ਮੈਂ ਹੀ ਨਾ ਡੋਲ ਜਾਵਾਂ, ਵੀ ਤੁਸੀਂ ਮਨ ਨੂੰ ਤੁਸੀਂ ਸਾਂਭਿਓ ਵੀ ਮੈਂ ਇਹਨਾਂ ਨੂੰ ਮਨਾ ਨਹੀਂ ਕਰੂੰਗਾ ਤੇ ਆਪਾਂ ਅੰਮ੍ਰਿਤ ਛਕਾਂਗੇ। ਤੇ ਉਹ ਸਾਲ ਦੇ ਵਿੱਚ ਰਹਿਤ ਮਰਿਆਦਾ ਨੂੰ ਪੂਰਾ ਫੋਲੋ ਕੀਤਾ। ਫਿਰ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕਰਕੇ ਅੰਮ੍ਰਿਤ ਛਕਾਤਾ ਤੇ ਬਸ ਉਸ ਤੋਂ ਬਾਅਦ ਆਪਾਂ ਦੋਨੋਂ ਨਾ ਮਤਲਬ ਕਹਿ ਲਓ ਕੁਛ ਦਿਨ ਨਾ ਜਿਵੇਂ ਕਹਿੰਦੇ ਹੱਕੇ ਬੱਕੇ ਵੀ ਇਹ ਮਹਾਰਾਜ ਨੇ 1 ਸਾਲ ਦਾ ਜਿਹੜਾ ਹੁਣ ਜਿਵੇਂ ਅੱਜ ਸੰਗਤ ਫੋਟੋ ਦੇਖ ਰਹੀ ਹੈ ਵੀ ਪਿੱਛੇ ਮੈਂ ਕਟਿੰਗ 'ਚ ਸੀ ਤੇ ਸਾਲ ਬਾਅਦ ਇੰਨੀ ਕਿਰਪਾ ਮਹਾਰਾਜ ਨੇ ਕੀਤੀ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਹੀ ਹੈਰਾਨ ਹੋ ਰਹੇ ਸੀ ਜਦੋਂ ਮੈਂ ਆਪਣਾ ਸਰੂਪ ਦੇਖਿਆ, ਜਦੋਂ ਅੰਮ੍ਰਿਤ ਛਕ ਲਿਆ, ਮੈਂ ਦਮਾਲਾ ਬੰਨਿਆ, ਮੈਂ ਸ਼ਸਤਰ ਧਾਰੀ ਹੋ ਗਿਆ ਹੈ ਨਾ, ਮੈਂ ਬਾਣਾ ਪਾ ਲਿਆ ਤੇ ਮੈਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖ ਕੇ ਨਾ ਕਹਿ ਰਿਹਾ ਵੀ ਯਾਰ ਤੂੰ ਸੱਚੀ ਗਲਤ ਰਾਹ 'ਤੇ ਸੀ, ਤੂੰ ਸੱਚੀ ਭਟਕਿਆ ਹੋਇਆ ਸੀ, ਪਰ ਅੱਜ ਸ਼ੁਕਰ ਕਰ ਕਿ ਤੂੰ ਆਪਣੇ ਪਿਓ ਵਰਗਾ ਤਾਂ ਲੱਗ ਰਿਹਾ है ना वाहिगुरु जी। एक हो गया वाहिगुरु जी कि एक हो गया वाहिगुरु जी कि बाहर से सबसे ज़्यादा ज़रूरी है, जब बाहर से जब दिखना होता है ना अपने प्यो वर्ग अपनी माता वर्ग, सबसे पहले आपको अपने अंदर से उनकी तरह उन जो चीज़ें वो करके गए, वो जो कह के गए, आप उन्हें फॉलो करोगे ना, वो नेचुरली आपके अंदर जब बैठेंगी और जब वो शुरू होगी आप उन जैसे ही हो जाओगे वाहिगुरु। वो रूप आप ना नहीं भी चाहोगे ना, वो अपने आप आएगा वाहिगुरु जी। ये चीज़ सत्य वचन वाहिगुरु जी कि जब आप बहुत ध्यान से देखते हो ना कि गुरु जी आए, उनको क्या नीड थी जंग लड़ने की, वो चाहते तो वो कुछ भी कर सकते थे, बट नहीं, उन्होंने हर चीज़ सिखा के गए वाहिगुरु जी कि आपको दुनिया में रह के जीना कैसे है, कैसे रहना है, क्या करना है, प्रेम से रहना है, सबको रिस्पेक्ट देनी है वाहिगुरु जी, है ना। इतना कुछ सिखा के गए। तो अगर हम गुरु की ये चीज़ें फॉलो नहीं करेंगे ना, तो आपका मतलब आपका इस दुनिया में आना ना, आप मतलब कुछ नहीं आओ आप फिर वाहिगुरु जी, अगर आप अपने गुरु को फॉलो ही नहीं कर पाओगे। देखो हमारे लिए इतना कुछ कर गए, ठीक है, वो उन्होंने कहा कि तुम एक कदम चलो, मैं 100 कदम अपने आप चल दूंगा, तुम एक कदम तो चलो, बस एक कदम चलो, पीछे मत मुड़ना। फिर वो चीज़ भी ना वाहिगुरु सच बताऊं किसी की वश की तो नहीं है, बट वो चीज़ भी ना पिताजी चाहे ना तब भी होती है वाहिगुरु जी। ये अंदर से जो प्यार है ना अपने रब के लिए, वो भी ना वही चाहे तो ही होता है। अदरवाइज़ जितना मर्जी, ऐसे तो कितने आपको दिख जाएंगे कि हम तो प्रेम करते हैं, हम किसी की बातें मान लेंगे, हाँ प्रेम करते हैं, बट हमें नहीं पता वो करता भी है नहीं करते, है ना वाहिगुरु जी। बट कहते हैं ना वही जानता है, जो जानता है उसी की बनाई दुनिया, वही जाने, वही खेल खेल रहा है वाहिगुरु जी। ਵਿਆਹ ਤੋਂ ਕਿੰਨਾ ਟਾਈਮ ਬਾਅਦ ਤੁਸੀਂ ਅੰਮ੍ਰਿਤ ਛਕ ਲੈਣਾ? ਜੀ ਵਾਹਿਗੁਰੂ ਜੀ, ਜਦੋਂ ਆਪਾਂ ਸਾਡਾ ਵਿਆਹ ਹੋਇਆ ਜੀ, ਉਸ ਤੋਂ ਥੋੜੀ ਦੇਰ ਬਾਅਦ ਨਾ ਲੋਕਡਾਊਨ ਹੋ ਗਿਆ ਸੀ ਤੇ ਲੋਕਡਾਊਨ ਦੇ ਵਿੱਚ 4-5 ਦਿਨ ਨਿਕਲੇ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਕਿ ਪਤਾ ਨਹੀਂ ਇਹ ਲੋਕਡਾਊਨ ਕਦੋਂ ਤੱਕ ਚੱਲੇਗਾ, ਤਾਂ ਆਪਾਂ ਘਰੇ ਬੈਠੇ ਇਸ ਤੋਂ ਚੰਗਾ ਕਿਉਂ ਨਾ ਆਪਾਂ ਹਜੂਰ ਸਾਹਿਬ ਚੱਲੀਏ। ਉਦੋਂ ਫਸਟ ਟਾਈਮ ਆਪਾਂ ਹਜੂਰ ਸਾਹਿਬ ਜਾਣ ਦਾ ਪਲਾਨ ਕੀਤਾ ਸੀ। ਇਹ ਕਹਿੰਦੇ ਤੁਹਾਨੂੰ ਹੁਣੇ ਆਉਂਦਾ ਹੈ ਹਜੂਰ ਸਾਹਿਬ ਜਾਣਾ, ਜਦੋਂ ਲੋਕਡਾਊਨ ਲੱਗ ਗਿਆ, ਹੁਣ ਕਿੱਦਾਂ ਜਾ ਸਕਦੇ ਆ। ਮੈਂ ਕਿਹਾ ਨਹੀਂ, ਮਹਾਰਾਜ ਨੇ ਜ਼ਰੂਰ ਮੇਰੇ ਮਨ ਦੇ ਅੰਦਰ ਇਹ ਖਿਆਲ ਪਾਇਆ ਤਾਂ ਪੂਰਾ ਵੀ ਉਹ ਕਰਨਗੇ। ਤਾਂ ਵਾਹਿਗੁਰੂ ਜੀ ਤੁਸੀਂ ਦੇਖੋ ਉਦੋਂ ਬਹੁਤ ਇੱਦਾਂ ਦੇ ਹਾਲਾਤ ਸੀਗੇ ਵੀ ਸਾਰੇ ਡਰੇ ਹੋਏ ਸੀ, ਕੋਈ ਬਾਹਰ ਨਿਕਲਣਾ ਨਹੀਂ ਚਾਹੁੰਦਾ ਸੀ। ਆਪਾਂ ਉਸ ਟਾਈਮ 'ਤੇ ਮੇਰਾ ਮਤਲਬ ਅੰਦਰੋਂ ਇੰਝ ਹੋ ਰਿਹਾ ਸੀ ਵੀ ਇਹ ਸਮਾਂ ਨਾ ਆਪਾਂ ਕਿਤੇ ਇੱਥੇ ਰਹਿ ਕੇ ਐਵੇਂ ਘਰੇ ਬੈਠੇ ਖਰਾਬ ਨਾ ਹੋ ਜਾਏ, ਕਿਉਂ ਨਾ ਆਪਾਂ ਗੁਰੂ ਘਰ ਜਾਈਏ ਹਜੂਰ ਸਾਹਿਬ, ਕਿਉਂਕਿ ਐਸਾ ਸਥਾਨ ਹੈ ਗੁਰੂ ਮਹਾਰਾਜ ਦਾ ਜਿਹੜਾ ਉੱਥੇ ਸਾਡੇ ਵਰਗਾ ਮੂਰਖ ਵੀ ਕੋਈ ਜਾਂਦਾ ਨਾ ਤਾਂ ਮਹਾਰਾਜ ਉਹਦੇ 'ਤੇ ਵੀ ਕਿਰਪਾ ਕਰ ਦਿੰਦੇ ਆ। ਇਹ ਮੇਰੇ ਅੰਦਰ ਨਾ ਖਿਆਲ ਆਇਆ ਤਾਂ ਆਪਾਂ ਜੀ ਟਰੈਵਲ ਕੀਤਾ
ਦੇਖੋ ਕਿੱਥੇ ਪੰਜਾਬ ਕਿੱਥੇ ਮਹਾਰਾਸ਼ਟਰ, ਆਪਾਂ ਪਹੁੰਚ ਗਏ ਹਜ਼ੂਰ ਸਾਹਿਬ। ਤੇ ਉੱਥੇ ਪਹੁੰਚ ਕੇ ਕੁਝ ਸਾਨੂੰ ਇਦਾਂ ਦੀ ਵੀ ਸੰਗਤ ਦੇ ਦਰਸ਼ਨ ਹੋਏ ਜਿਹੜੇ ਕਹਿੰਦੇ ਆਪਾਂ ਬਹੁਤ ਦੇਰ ਪਹਿਲਾਂ ਇੱਥੇ ਆਏ ਸੀ ਤੇ ਲੋਕਡਾਊਨ ਕਰਕੇ ਆਪਾਂ ਫਸ ਗਏ, ਆਪਾਂ ਵਾਪਸ ਜਾਣਾ ਚਾਹ ਰਹੇ ਪੰਜਾਬ ਤੇ ਤੁਸੀਂ ਟਰੈਵਲ ਕਰਕੇ ਇੱਧਰ ਆ ਗਏ। ਮੈਂ ਕਿਹਾ ਤਾਂ ਮਹਾਰਾਜ ਜਾਣਦੇ ਵੀ ਕਿਉਂ ਉਹਨਾਂ ਨੇ ਇਦਾਂ ਸਾਨੂੰ ਬੁਲਾਇਆ। ਉਸ ਅਸਲ 'ਚ ਐਸਾ ਸਮਾਂ ਸੀ ਵਾਹਿਗੁਰੂ ਜੀ, ਆਪਾਂ ਹੁਣ ਵੀ ਗੱਲ ਕਰਦੇ ਹਾਂ ਵੀ ਦੇਖੋ ਨੋ ਡਾਊਟ ਉਸ ਸਮੇਂ ਦੇ ਵਿੱਚ ਬਹੁਤ ਕੁਝ ਇਦਾਂ ਦਾ ਵੀ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ, ਚਲੋ ਉਹ ਵੀ ਹੁਕਮ 'ਚ ਸੀਗਾ ਮਹਾਰਾਜ ਦੇ, ਪਰ ਉਦੋਂ ਨਾ ਉੱਥੇ ਸਾਨੂੰ ਰਹਿ ਕੇ ਸਿੱਖਣ ਨੂੰ ਬਹੁਤ ਕੁਝ ਮਿਲਿਆ। ਕੁਝ ਐਸੀਆਂ ਰੂਹਾਂ ਸੀ ਜਿਹੜੀਆਂ ਉਸ ਟਾਈਮ ਤੇ ਉੱਥੇ ਸੀਗੀਆਂ ਤੇ ਹੁਣ ਕਹਿ ਲਓ ਨਾਰਮਲੀ ਉੱਥੇ ਨਾ ਬਹੁਤ ਸੰਗਤ ਹੁੰਦੀ ਹੈ ਤਾਂ ਬਹੁਤ ਜਿਵੇਂ ਕਹਿੰਦੇ ਨਾ ਵੀ ਸਮਾਂ ਹਰ ਇੱਕ ਕੋਲ ਪੂਰਾ ਹੁੰਦਾ ਹੈ, ਸਾਰੇ ਆਪਣਾ ਬਿਜ਼ੀ ਹੁੰਦੇ ਆ, ਪਰ ਉਦੋਂ ਉਹਨਾਂ ਨੇ ਸਾਨੂੰ ਬੜਾ ਕੁਝ ਸਮਝਾਇਆ ਸਿਖਾਇਆ ਤੇ ਆਪਾਂ ਬੜੇ ਖੁਸ਼ ਹੋਏ ਵੀ ਠੀਕ ਹੈ ਆਪਾਂ ਇੱਥੇ ਆਏ ਆ ਤਾਂ ਜ਼ਰੂਰ ਮਹਾਰਾਜ ਨੇ ਕੁਝ ਸੋਚ ਕੇ ਹੀ ਬੁਲਾਇਆ ਸਾਨੂੰ, ਉਦੋਂ ਤਿਆਰ ਕੀਤਾ ਮਹਾਰਾਜ ਨੇ। ਤੇ ਤੁਸੀਂ ਲਾ ਲਓ ਵੀ ਉੱਥੋਂ ਆਏ ਆ ਵਾਪਸ ਤੇ ਆਪਾਂ ਆ ਕੇ ਅਰਦਾਸ ਕਰਕੇ ਆਏ ਸੀ ਹਜ਼ੂਰ ਸਾਹਿਬ ਤੋਂ ਕਿ ਮਹਾਰਾਜ ਜੀ ਆਪਾਂ ਠੀਕ ਹੈ ਰਹਿਤ ਮਰਿਆਦਾ 'ਚ ਰਵਾਂਗੇ, ਵਾਹਿਗੁਰੂ ਜੀ ਜਦੋਂ ਹੁਣ ਤੁਸੀਂ ਨੈਕਸਟ ਟਾਈਮ ਬੁਲਾਓ ਇੱਥੇ ਹੀ ਬੁਲਾਇਓ, ਅੰਮ੍ਰਿਤ ਵੀ ਇੱਥੇ ਹੀ ਛਕਾਇਓ, ਆਪਾਂ ਦੁਬਾਰਾ ਆਉਣਾ ਚਾਹੁੰਦੇ ਹਾਂ ਤੁਹਾਡੇ ਕੋਲ। 1 ਸਾਲ ਪੂਰਾ ਹੋਣ ਤੋਂ ਪਹਿਲਾਂ ਮਹਾਰਾਜ ਨੇ ਫਿਰ ਬੁਲਾ ਲਿਆ। ਹਾਂਜੀ 2020 में ਹਾਂਜੀ ਤੇ 2021 ਚ ਪਿਤਾ ਜੀ ਨੇ ਅੰਮ੍ਰਿਤ ਹਾਂਜੀ ਵਾਹਿਗੁਰੂ ਜੀ। ਜਦੋਂ ਵਿਆਹ ਹੁੰਦਾ ਨਵਾਂ ਤਾਂ ਮੋਸਟਲੀ ਜਿਹੜੇ ਕਪਲਸ ਹੁੰਦੇ ਉਹਨਾਂ ਦਾ ਹੁੰਦਾ ਵੀ ਅਸੀਂ ਘੁੰਮ ਲਈਏ, ਅਸੀਂ ਇੱਧਰ ਉੱਧਰ ਚੱਲ ਜਾਈਏ ਜਾਂ ਆਪਣਾ ਟਾਈਮ ਵੱਧ ਤੋਂ ਵੱਧ ਸਪੈਂਡ ਕਰੀਏ, ਇੱਕ ਦੂਜੇ ਨੂੰ ਸਮਝੀਏ, ਹੈ ਨਾ। ਪਰ ਤੁਹਾਨੂੰ ਲੱਗਦਾ ਇਹ ਚੀਜ਼ ਫੀਲ ਕਰਦੇ ਹੋ ਕਿ ਤੁਹਾਡਾ ਵਿਆਹ ਗੁਰੂ ਦੇ ਲੜ ਲੱਗਣ ਨੂੰ ਹੋਇਆ ਸੀਗਾ? ਸਤ ਵਚਨ ਹਾਂਜੀ ਪਲੀਜ਼ ਹਾਂਜੀ ਨਾ ਇੱਕ ਆ ਰਹੀ ਹੈ ਗੱਲ ਦੱਸਣ ਲਈ, ਸ਼ਾਇਦ ਤੁਹਾਨੂੰ ਯਾਦ ਹੋਵੇ ਨਾ ਹੋਵੇ। ਜਦੋਂ ਸਾਡਾ ਵਿਆਹ ਨਹੀਂ ਹੋਇਆ ਸੀ ਵਾਹਿਗੁਰੂ ਜੀ, ਉਸ ਤੋਂ ਪਹਿਲਾਂ ਤਾਂ ਇਹ ਕੁਝ ਗੱਲਾਂ ਸੀਗੀਆਂ ਕਿ ਮੈਂ ਵੀ ਇਹਨਾਂ ਨੂੰ ਕਹਿੰਦਾ ਸੀ ਆਪਾਂ ਫਲਾਣੀ ਜਗ੍ਹਾ ਜਾਵਾਂਗੇ, ਆ ਲਵਾਂਗੇ, ਇੱਦਾਂ ਘੁੰਮਾਂਗੇ ਨਾ, ਤੇ ਹੁੰਦੀ ਸੀ ਡਿਸਕਸ਼ਨ। ਪਰ ਜਿੱਦਾਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਨਾ ਵਾਹਿਗੁਰੂ ਜੀ, ਤਾਂ ਮਹਾਰਾਜ ਨੇ ਆਪਣੇ ਬਾਰੇ ਗੱਲ ਕਰਾਣੀ ਸ਼ੁਰੂ ਕਰਤੀ ਸੀ। ਤੁਸੀਂ ਦੇਖੋ ਕਿ ਇਹ ਸਾਨੂੰ ਵੀ ਬਲੀਵ ਨਹੀਂ ਹੁੰਦਾ ਵੀ ਠੀਕ ਹੈ ਯੂਥ ਦੇ ਵਿੱਚ ਪਤਾ ਹੈ ਸਾਨੂੰ ਵੀ ਜ਼ਿਆਦਾਤਰ ਜਿਵੇਂ ਵਿਆਹ ਹੁੰਦਾ ਬੜੇ ਤਰ੍ਹਾਂ ਦੇ ਸ਼ੌਂਕ ਹੁੰਦੇ ਆ ਤੇ ਸ਼ੌਂਕ ਸਾਡੇ ਵੀ ਸੀ, ਪਰ ਮਹਾਰਾਜ ਨੇ ਨਾ ਸੋਚ ਨੇੜੇ ਆਉਂਦੇ ਬਦਲਤੀ। ਜਦੋਂ ਸਾਡੀ ਮੈਰਿਜ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਗਏ ਵੀ ਹਾਂ ਘੁੰਮਣ, ਇਹ ਨਹੀਂ ਕਿ ਆਪਾਂ ਨਹੀਂ ਗਏ, ਥੋੜ੍ਹਾ ਜਿਹਾ ਘੁੰਮਣ ਫਿਰਨ ਵੀ ਗਏ ਤੇ ਉਸ ਤੋਂ ਬਾਅਦ ਨਾ ਬਸ ਆਪਾਂ ਸੋਚ ਲਿਆ ਵੀ ਨਹੀਂ ਆ ਨਾ ਪਸੰਦ ਨਹੀਂ ਆ ਰਿਹਾ, ਹਾਂ ਵੀ ਅੰਦਰੋਂ ਕੁਝ ਹੋ ਰਿਹਾ ਵੀ ਆਹ ਚੀਜ਼ ਤਾਂ ਨਾ ਸਾਨੂੰ ਆਨੰਦ ਹੀ ਨਹੀਂ ਆ ਰਿਹਾ ਵੀ ਆਪਾਂ ਜਾ ਰਹੇ ਹਾਂ। ਸ਼ੌਂਕ ਤਾਂ ਇੱਥੇ ਦਾ ਹੀ ਸੀ, ਅੱਜ ਉਹ ਚੀਜ਼ ਸਾਡੇ ਸਾਹਮਣੇ ਪਈ ਹੈ ਪਰ ਖੁਸ਼ੀ ਨਹੀਂ ਹੈ। ਆਹ ਚੀਜ਼ ਫੀਲ ਹੋਈ ਨਾ ਜਦੋਂ, ਤਾਂ ਬੈਠ ਕੇ ਸੋਚਿਆ ਵੀ ਇੱਦਾਂ ਕਿਉਂ ਹੋ ਰਿਹਾ, ਵੀ ਇਹਦੇ ਲਈ ਪਾਗਲ ਹੋਏ ਫਿਰਦੇ ਸੀ ਆਪਾਂ ਵੀ ਸਾਨੂੰ ਆਹ ਚਾਹੀਦਾ ਆਹ ਚਾਹੀਦਾ। ਅੱਜ ਮਹਾਰਾਜ ਨੇ ਦੇ ਦਿੱਤੀ, ਮਹਾਰਾਜ ਨੇ ਨਾ ਉਦੋਂ ਸਾਡੇ ਸਾਹਮਣੇ ਉਹ ਚੀਜ਼ਾਂ ਰੱਖਤੀਆਂ ਵੀ ਇਹ ਲਓ ਜੇ ਖੁਸ਼ੀ ਹੋ ਰਹੀ ਹੈ ਤਾਂ ਕਰ ਲਓ, ਖੁਸ਼ੀ ਮਨਾ ਲਓ, ਪਰ ਉਦੋਂ ਨਹੀਂ ਫਿਰ ਸਾਨੂੰ ਸਮਝ ਆਇਆ ਵੀ ਨਹੀਂ। ਤੁਹਾਡਾ ਸੰਸਾਰਿਕ ਚੀਜ਼ਾਂ ਤੋਂ ਮੋਹ ਟੁੱਟਦਾ ਜਾਂਦਾ ਸੀ, ਗੁਰੂ ਵੱਲ ਜੁੜਦਾ ਜਾਂਦਾ ਜੀ ਵਾਹਿਗੁਰੂ ਜੀ। ਫਿਰ ਸਾਨੂੰ ਕਿਸੇ ਹੋਰ ਜਗ੍ਹਾ ਜਾਣ ਨਾਲੋਂ ਕੋਈ ਗੁਰੂ ਘਰ ਜਾ ਕੇ ਖੁਸ਼ੀ ਮਿਲਦੀ ਸੀ। ਆਪਾਂ ਪਿੰਡਾਂ 'ਚ ਕੀ ਦੂਰ ਜਿੱਥੇ ਸਾਨੂੰ ਪਤਾ ਲੱਗਦਾ ਸੀ ਇੱਥੇ ਮਹਾਰਾਜ ਆਏ ਸੀ, ਮਹਾਰਾਜ ਦਾ ਇਤਿਹਾਸ ਹੈ, ਆਪਾਂ ਸਪੈਸ਼ਲੀ ਕਿਸੇ ਨੂੰ ਪੁੱਛ ਕੇ ਲੱਭ ਕੇ ਉੱਥੇ ਪਹੁੰਚਣਾ ਤੇ ਪਹੁੰਚ ਕੇ ਉੱਥੇ ਬੈਠਣਾ ਤੇ ਉਸ ਚੀਜ਼ ਨੂੰ ਫੀਲ ਕਰਨਾ ਵੀ ਇੱਥੇ ਮਹਾਰਾਜ ਆਏ ਸੀ, ਜਦੋਂ ਕੀ ਹੋਇਆ ਹੋਏਗਾ, ਕਿੱਦਾਂ ਦਾ ਸਮਾਂ ਰਿਹਾ ਹੋਏਗਾ। ਜਿਸ ਆਨੰਦ ਦੀ ਭਾਲ ਤੁਸੀਂ ਬਾਹਰ ਕਰ ਰਹੇ ਸੀ ਉਹ ਤੁਹਾਨੂੰ ਗੁਰਦੁਆਰਾ ਸਾਹਿਬ ਆ ਕੇ ਮਿਲ ਘਰ 'ਚ ਜਾ ਕੇ ਬਿਲਕੁਲ, ਕਿਉਂਕਿ ਉੱਥੇ ਸਾਨੂੰ ਐਂ ਲੱਗਦਾ ਸੀ ਵੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਹਰ ਜਗ੍ਹਾ ਨੇ, ਤਾਂ ਉੱਥੇ ਸਾਨੂੰ ਹੁੰਦਾ ਸੀਗਾ ਵੀ ਮਹਾਰਾਜ ਨਾਲ ਜੋੜਨਾ ਮਹਾਰਾਜ ਹੀ ਚਾਹ ਰਹੇ ਸੀ, ਕਿਉਂਕਿ ਸਾਡੇ ਵੱਸ ਦੀ ਕੋਈ ਸਾਡੀ ਵਾਹਿਗੁਰੂ ਜੀ ਔਕਾਤ ਹੀ ਨਹੀਂ ਹੈ ਕਿ ਐਡੇ ਮਤਲਬ ਗੁਰੂ ਸਾਹਿਬ ਨਾਲ ਆਪਾਂ ਕੁਝ ਸੋਚ ਕੇ ਆਪਣੇ ਮੁਤਾਬਿਕ ਕਰ ਲਈਏ, ਇਹ ਨਹੀਂ ਹੋ ਸਕਦਾ। ਗੁਰੂ ਮਹਾਰਾਜ ਅੰਦਰੋਂ ਖਿੱਚ ਪਾ ਰਹੇ ਸੀ, ਪਿਆਰ ਜਗਾ ਰਹੇ ਸੀ ਤੇ ਕਈਆਂ ਨੂੰ ਆਪਾਂ ਮਿਲੇ, ਆਪਾਂ ਉਹਨਾਂ ਨਾਲ ਇਹ ਗੱਲ ਸ਼ੇਅਰ ਵੀ ਕੀਤੀ ਤੇ ਉਹ ਕਹਿੰਦੇ ਕਿ ਇਹ ਮਹਾਰਾਜ ਹੀ ਜਗਾਉਂਦੇ ਹੈ, ਜਿਹੜੀ ਰੂਹ ਦੇ ਅੰਦਰ ਉਹ ਆਪਣਾ ਪਿਆਰ ਜਗਾ ਦਿੰਦਾ, ਫਿਰ ਉਹਨੂੰ ਖੱਬੇ ਸੱਜੇ ਕੁਝ ਨਹੀਂ ਨਜ਼ਰ ਆਉਂਦਾ, ਉਹ ਬਸ ਤੁਰਿਆ ਜਾਂਦਾ ਜਿੱਧਰ ਉਹਦਾ ਗੁਰੂ ਤੋਰਦਾ। ਇਹ ਚੀਜ਼ ਹੋ ਗਈ ਸੀ ਵਾਹਿਗੁਰੂ ਜੀ। ਤੇ ਬਸ ਇੱਕ ਸਵਾਲ ਮੈਂ ਤੁਹਾਨੂੰ ਪੁੱਛੂੰਗੀ, ਜਿੱਦਾਂ ਵੀਰ ਹੁਣੇ ਸਿੱਖੀ ਫੈਮਿਲੀ ਤੋਂ ਜੁੜੇ ਹੋਏ ਸੀ, ਇਹਨਾਂ ਨੇ ਬਚਪਨ ਤੋਂ ਉਹ ਚੀਜ਼ਾਂ ਦੇਖੀਆਂ ਹੋਣਗੀਆਂ ਸਿੱਖ ਧਰਮ ਦੇ ਨਾਲ, ਜਾਂ ਕੀ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਆ, ਹੈ ਨਾ, ਤਾਂ ਕਿੱਦਾਂ ਆਪਣੇ ਆਪ ਨੂੰ ਉਸ ਤਰੀਕੇ ਦੇ ਵਿੱਚ ਢਾਲਣਾ, ਹੈ ਨਾ, ਤਾਂ ਉਹ ਚੀਜ਼ਾਂ ਜਦੋਂ ਤੁਹਾਨੂੰ ਆਪਣੇ ਆਪ ਦੇ ਵਿੱਚ ਪਹਿਲਾਂ ਤੁਸੀਂ ਆਪਣੇ ਆਪ ਨੂੰ ਪ੍ਰਪੇਅਰ ਕੀਤਾ, ਰਹਿਤ ਮਰਿਆਦਾ ਦੇ ਅਨੁਸਾਰ ਰਹਿਣਾ ਸ਼ੁਰੂ ਕੀਤਾ, ਹੈ ਨਾ, ਫਿਰ ਜਦੋਂ ਤੁਸੀਂ ਉਹ ਸ਼ੁਰੂਆਤ ਕਰਦੇ ਹੋ, ਫਿਰ ਉਸ ਸ਼ੁਰੂਆਤ 'ਚ ਉਸ ਸਫ਼ਰ ਦੇ ਵਿੱਚ ਕਦੀ ਕੁਝ ਔਖਾ ਨਹੀਂ ਲੱਗਾ? नहीं वाहिगुरु जी, बिल्कुल भी नहीं लगा, क्योंकि जब मन में पिताजी ने बिठा दिया था ना कि गुरु का प्यार चाहिए ना, चाहिए, मैं कहती थी हाँ, तो फिर कोई औखा कैसे लगेगा? उस जो आत्मा, हाँ, ये कुकर की रूह ना गुरु का प्यार मांग रही थी, वो दर्शन मांग रही थी वाहिगुरु जी। औखा बिल्कुल हो रहा था कि हाय पिताजी और मेहर करो और जल्दी प्लीज़, और इतना प्यार भर दो, इतना प्यार भर दो कि ना मैं रह ही ना पाऊँ अपने गुरु के बिना, कभी भी ना रह पाऊँ, ऐसे हो गया था वाहिगुरु जी। ਜਦੋਂ ਤੁਸੀਂ ਅੰਮ੍ਰਿਤ ਛਕ ਲੈਂਦੇ ਹੋ ਦੋਨੋਂ ਜਾਣੇ, ਉਸ ਤੋਂ ਬਾਅਦ ਤੁਹਾਡੀ ਲਾਈਫ ਦੇ ਵਿੱਚ ਕੀ ਬਦਲਾਅ ਹੁੰਦਾ? ਵਾਹਿਗੁਰੂ ਜੀ ਬਹੁਤ ਵੱਡਾ ਬਦਲਾਅ ਹੈ ਕਿ ਜਿਵੇਂ ਪਹਿਲਾਂ ਆਪਾਂ ਬਾਣੀ ਪੜ੍ਹਦੇ ਸੀ ਨਾ,
ਤੇ ਆਪਾਂ ਉਦੋਂ ਮਹਾਰਾਜ ਅੱਗੇ ਅਰਦਾਸਾਂ ਕਰਦੇ ਸੀ ਕਿ ਪਿਆਰ ਬਣ ਜੇ, ਪਿਆਰ ਜਾਗ ਜੇ। ਹੁਣ ਬਾਣੀ ਪੜ੍ਹਦੇ ਆ, ਸਾਨੂੰ ਨਾ ਐ ਹੁੰਦਾ ਵੀ ਗੁਰੂ ਸਾਹਿਬ ਦੇ ਦਰਸ਼ਨ ਹੀ ਹੋ ਰਹੇ ਸਾਨੂੰ, ਤੇ ਗੁਰੂ ਸਾਹਿਬ ਬੜੀ ਕਿਰਪਾ ਕਰਦੇ। ਹੁਣ ਜਿਵੇਂ ਆਪਾਂ ਕਈ ਵਾਰੀ ਮਨ 'ਚ ਕੋਈ ਅਰਦਾਸ ਆਈ ਤੇ ਆਪਾਂ ਆਪਣੇ ਪਿਤਾ ਜੀ ਨੂੰ ਯਾਦ ਕਰਦੇ ਆ, ਮਾਤਾ ਜੀ ਨੂੰ ਸਭ ਤੋਂ ਮਤਲਬ ਨਾ ਕਹਿੰਦੇ ਆ ਵੀ ਜਿਵੇਂ ਨਾ ਲਾਡਲੇ ਬਣ ਕੇ ਅਰਦਾਸ ਕਰਦੇ ਆ ਮਾਤਾ ਸਾਹਿਬ ਦੇਵਾ ਜੀ ਨੂੰ, ਤੇ ਉਹਨਾਂ ਨੂੰ ਕਹਿੰਦੇ ਆ ਤੁਸੀਂ ਪਿਤਾ ਜੀ ਨੂੰ ਕਹੋ ਵੀ ਸਾਡਾ ਇਹ ਕੰਮ ਕਰ ਦੇਣ। ਤੇ ਸੱਚੀ ਵਾਹਿਗੁਰੂ ਜੀ ਇਹ ਹੁੰਦਾ, ਆਪਾਂ ਪ੍ਰਤੱਖ ਦੇਖਿਆ ਕਿ ਜਿਹੜਾ ਕੰਮ ਇੰਪੋਸੀਬਲ ਹੁੰਦਾ ਹੈ ਨਾ, ਜਿਹੜਾ ਸਾਨੂੰ ਵੀ ਲੱਗਦਾ ਹੈ ਵੀ ਇਹ ਹਜੇ ਹੀ ਨਹੀਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ, ਪਰ ਨਹੀਂ, ਮਾਤਾ ਨੂੰ ਆਪਾਂ ਅਰਦਾਸ ਲਾਉਂਦੇ ਆ ਤੇ ਪਿਤਾ ਜੀ ਹੋਰ ਛੇਤੀ ਸੁਣਦੇ ਆ। ਤੇ ਮਤਲਬ ਦੇਖ ਰਿਹਾ ਤੁਸੀਂ ਇਹ ਦੇਖੋ ਵਾਹਿਗੁਰੂ ਜੀ, ਜਦੋਂ ਆਪਾਂ ਅੰਮ੍ਰਿਤ ਛਕਿਆ ਸੀਗਾ, ਤੇ ਇਹ ਸੱਚੀ ਗੱਲ ਹੈ ਵਾਹਿਗੁਰੂ ਜੀ ਕਿ ਅੱਜ ਜਾ ਕੇ 2-2.5 ਸਾਲ ਬਾਅਦ ਸਾਨੂੰ ਸੋਚਣ ਦਾ ਮੌਕਾ ਮਿਲਿਆ। 2 ਸਾਲਾਂ 'ਚ ਸਾਨੂੰ ਵੀ ਸਮਝ ਨਹੀਂ ਆਇਆ, ਇਹ ਹੁਣ ਯਾਦ ਆਈ ਗੱਲ ਸਾਨੂੰ। ਅੰਮ੍ਰਿਤ ਛਕ ਕੇ ਆਪਾਂ ਨਾ ਮਤਲਬ ਇੱਕ ਤਰ੍ਹਾਂ ਲਾ ਲਓ ਵੀ ਮਹਾਰਾਜ ਨੇ ਬੇਦ ਐਸੀ ਬਣਾਈ ਸੀ ਕਿ ਆਪਾਂ ਪਹਿਲਾਂ ਬੜਾ ਵਿਚਰਦੇ ਸੀ, ਇੱਧਰ ਜਾਣਾ, ਫਿਲਮਾਂ ਦੇਖਣੀਆਂ, ਮਾਲ ਜਾਣਾ, ਘੁੰਮਣਾ ਫਿਰਨਾ। ਅੰਮ੍ਰਿਤ ਛਕਣ ਤੋਂ ਬਾਅਦ ਸਾਨੂੰ ਨਹੀਂ ਪਤਾ ਸੀ ਕਿ ਹੁਣ ਕਿ ਆਪਾਂ ਨੂੰ ਤਾਂ ਇਹੀ ਸੀ ਘਰੇ ਜਾਵਾਂਗੇ, ਫੈਮਿਲੀ 'ਚ ਰਵਾਂਗੇ, ਜਾਂ ਜਿਵੇਂ ਨਿਤਨੇਮ ਕਰਾਂਗੇ, ਜੋ ਮਹਾਰਾਜ ਨੇ ਰੂਟੀਨ ਬਖਸ਼ੀ ਉਹ ਚੱਲੂਗੀ, ਪਰ ਨਾਲ ਬਾਕੀ ਕੰਮ ਵੀ ਚੱਲਣਗੇ। ਪਰ ਨਹੀਂ, ਮਹਾਰਾਜ ਨੇ ਉੱਥੇ ਕੁਝ ਹੋਰ ਲਿਖਿਆ ਸੀ। ਮਹਾਰਾਜ ਨੇ ਸਾਨੂੰ ਇਕੱਲੇ ਰਹਿਣ ਦਾ ਮੌਕਾ ਬਖਸ਼ਿਆ, ਜਿੱਥੇ ਬੰਦਗੀ ਬਖਸ਼ੀ, ਜਿਹੜੀ ਬੰਦਗੀ ਦਾ ਸਾਨੂੰ ਕਹਿੰਦੇ ਨਾ ਵੀ ਨਹੀਂ ਪਤਾ ਸੀ ਕਿ ਬੰਦਗੀ ਦਾ ਕੁਛ ਸਮਝ ਹੀ ਨਹੀਂ ਸੀ। ਮਹਾਰਾਜ ਨੇ ਉਹ ਟਾਈਮ ਬਖਸ਼ਿਆ, ਮਹਾਰਾਜ ਨੇ ਉਹ ਕਿਰਪਾ ਬਖਸ਼ੀ। ਕਹਿੰਦੇ ਹੈ ਕਿ ਉਸ ਨਾਮ, ਜਿਹੜੇ ਸਾਡੇ ਖਜ਼ਾਨੇ ਹੈ ਨਾ, ਨਾਮ ਮਤਲਬ ਹੋਣਾ ਚਾਹੀਦਾ, ਸਾਡੇ ਖਜ਼ਾਨੇ ਖਾਲੀ ਨੇ। ਮਤਲਬ ਕਹਿੰਦੇ ਆ ਵੀ ਸਾਨੂੰ ਬਾਣੀ ਨਾਲ ਤੇ ਵਾਹਿਗੁਰੂ ਸਿਮਰਨ ਨਾਲ ਆਪਣੇ ਆਪ ਨੂੰ ਭਰਨਾ ਪੈਂਦਾ। ਉਹ ਸਾਡੇ ਕੋਲ ਮਹਾਰਾਜ ਨੇ ਕਿਰਪਾ ਕਰਕੇ ਐਸਾ ਸਮਾਂ ਬਣਾਇਆ ਕਿ ਜਦੋਂ ਉਹ ਟਾਈਮ 'ਚੋਂ ਆਪਾਂ ਲੰਘਦੇ ਰਹੇ, ਸਾਨੂੰ ਉਦੋਂ ਵੀ ਨਹੀਂ ਪਤਾ ਲੱਗਿਆ। ਇਹ ਤਾਂ ਅੱਜ ਆਪਾਂ ਬੈਠ ਕੇ ਜਦੋਂ ਸੋਚਦੇ ਹਾਂ ਵੀ ਵਾਹਿਗੁਰੂ ਸੀ, ਇਹ ਕਿਹੜਾ ਟਾਈਮ ਇੱਦਾਂ ਦਾ ਬਣਾਤਾ ਸੀ ਵੀ ਸਾਡੀ ਸੋਚ ਤੋਂ ਪਰੇ ਸੀਗਾ ਉਹ ਟਾਈਮ, ਤੇ ਤੁਸੀਂ ਇੰਨੀ ਕਿਰਪਾ ਕੀਤੀ, ਤੁਸੀਂ ਸਾਰਾ ਕੁਝ ਕਰਾ ਗਏ ਤੇ ਸਾਨੂੰ ਪਤਾ ਵੀ ਨਹੀਂ ਲੱਗਿਆ। ਉਹਦਾ ਅਸਰ ਕੀ ਹੋ ਰਿਹਾ ਵਾਹਿਗੁਰੂ ਜੀ, ਉਹ ਅੱਜ ਸਾਨੂੰ ਨਜ਼ਰ ਆ ਰਿਹਾ ਕਿ ਹੁਣ ਸਾਡੇ ਕੋਲ ਉਹਦੇ ਬਿਨਾਂ ਰਿਹਾ ਨਹੀਂ ਜਾਂਦਾ। ਜਿਵੇਂ ਕਹਿੰਦੇ ਆ ਨਾ, ਚਲੋ ਕਹਿਣਾ ਪਤਾ ਨਹੀਂ ਬਣਦਾ ਕਿ ਨਹੀਂ, ਬਟ ਇਹ ਇੱਕ ਵੈਸੇ ਹੀ ਇੱਕ ਐਗਜ਼ਾਮਪਲ ਦੇ ਤੌਰ 'ਤੇ ਮੈਂ ਕਹਿ ਰਿਹਾ। ਸਾਡੇ ਨਾਲ ਵੀ ਕਿਸੇ ਨੇ ਗੱਲ ਕੀਤੀ ਸੀਗੀ, ਕਹਿੰਦੇ ਕੋਈ ਨਸ਼ੇ ਬਿਨਾਂ ਨਹੀਂ ਰਹਿ ਪਾਉਂਦਾ, ਜਿਹੜਾ ਨਸ਼ਾ ਉਹ ਕਰਦਾ ਹੈ। ਸਾਨੂੰ ਵਾਹਿਗੁਰੂ ਨਾਮ ਦਾ ਨਸ਼ਾ ਹੈ, ਸਾਨੂੰ ਆਪਣੇ ਮਹਾਰਾਜ ਨਾਲ ਇੰਨਾ ਪ੍ਰੇਮ ਹੈ ਕਿ ਜਿਵੇਂ ਮੰਨ ਲਓ ਕਿ ਇੱਕ ਰੂਟੀਨ 'ਚ ਕਹਿੰਦੇ ਨਾ ਵੀ ਹੋਰ ਕੋਈ ਕੰਮ ਰਹਿੰਦਾ ਰਹਿ ਜੇ, ਘਾਟੇ ਵਾਧੇ ਸਭ ਆ ਜਾਣਗੇ, ਮਹਾਰਾਜ ਨਾਲ ਐਸਾ ਪ੍ਰੇਮ ਜਾਗ ਗਿਆ ਕਿ ਨਹੀਂ ਰਿਹਾ ਜਾਂਦਾ ਵਾਹਿਗੁਰੂ ਜੀ, ਨਹੀਂ ਰਿਹਾ ਜਾਂਦਾ। ਸਵਾਲ ਤੁਹਾਡੇ ਦੋਨਾਂ ਲਈ ਆ, ਇੱਕ ਇੱਕ ਕਰਕੇ ਤੁਸੀਂ ਜਵਾਬ ਦਿਓ ਕਿ ਤੁਹਾਨੂੰ ਲੱਗਦਾ ਕਿ ਜਿੱਦਾਂ ਹੁਣ ਮੈਂ ਪਹਿਲਾਂ ਵੀ ਇਸ ਗੱਲ ਬਾਰੇ ਜ਼ਿਕਰ ਕੀਤਾ ਕਿ ਆਪਾਂ ਕਿਸ ਰਾਹ 'ਤੇ ਚੱਲੇ ਉਹਦੇ ਨਾਲ ਸਾਥੀ ਸਹੀ ਹੋਣਾ ਜ਼ਰੂਰੀ ਆ, ਤੇ ਤੁਹਾਨੂੰ ਲੱਗਦਾ ਕਿ ਪਰਮਾਤਮਾ ਨੇ ਤੁਹਾਡੇ ਨੂੰ ਇੱਕ ਦੂਜੇ ਲਈ ਚੁਣਿਆ ਸੀਗਾ ਤਾਂ ਜੋ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕੋ? ਜੇ ਕੋਈ ਹੋਰ ਹਮਸਫਰ ਹੁੰਦਾ ਤਾਂ ਤੁਸੀਂ ਸ਼ਾਇਦ ਮੰਜ਼ਿਲ 'ਤੇ ਨਾ ਪਹੁੰਚ ਪਾਉਂਦੇ। ਬਿਲਕੁਲ ਵਾਹਿਗੁਰੂ ਜੀ, 7 ਬੱਚੇ ਨੇ ਮਹਾਰਾਜ। ਦੇਖੋ, 2 ਰੂਹਾਂ ਨੂੰ ਜਦੋਂ ਮਿਲਾਉਂਦੇ ਆ ਤਾਂ ਦੇਖੋ ਉਹਨਾਂ ਨੇ ਉਹਨਾਂ ਤੋਂ ਕਿਹੜਾ ਕਾਰਜ ਕਰਾਉਣਾ ਹੈ ਇਹ ਮਹਾਰਾਜ ਜੀ ਜਾਣਦੇ। ਕੋਈ ਦੇਖੋ ਕੋਈ ਹੋਰ ਚੀਜ਼ 'ਚ ਹੋ ਸਕਦਾ, ਬੜੇ ਚੰਗੇ ਹੋਣਗੇ ਨਾ ਉਹਨਾਂ ਦੇ, ਜੋ ਵੀ ਕਿਸੇ ਦਾ ਪ੍ਰੋਫੈਸ਼ਨ ਹੈ ਅੱਜ ਕੱਲ੍ਹ। ਹੁਣ ਸਾਨੂੰ ਮਹਾਰਾਜ ਨੇ ਆਪਣਾ ਨਾਮ ਤੇ ਮਹਾਰਾਜ ਨਾਲ ਜੁੜਨ ਦਾ ਮੌਕਾ ਬਖਸ਼ਿਆ। ਹੁਣ ਮੈਂ ਕਈ ਵਾਰੀ ਇਹਨਾਂ ਨੂੰ ਕਹਿਣਾ ਹੁੰਦਾ, ਮੈਂ ਕਿਹਾ ਵਾਹਿਗੁਰੂ ਜੀ, ਜੇ ਤੁਸੀਂ ਨਾ ਮਿਲਦੇ ਤਾਂ ਜਿਵੇਂ ਤੁਸੀਂ ਮੈਨੂੰ ਉਸ ਟਾਈਮ 'ਤੇ ਚਿਣ ਕੇ ਕਲਾਈ ਸੀ ਨਾ, ਤੇ ਜੇ ਤੁਸੀਂ ਨਾ ਆਉਂਦੇ ਤਾਂ ਚਿਣਕ ਨਾ ਲੱਗਦੀ, ਉਹ ਚਿਣਕ ਨਾ ਲੱਗਦੀ ਤੇ ਮੈਂ ਮਹਾਰਾਜ ਨੂੰ ਨਾ ਮਿਲਦਾ। ਮੈਂ ਕਹਿੰਦਾ ਮਤਲਬ ਮਹਾਰਾਜ ਨੇ ਆਪਣੇ ਨਾਲ ਜਿਹੜਾ ਮਿਲਾਣਾ ਸੀ ਨਾ, ਉਹਦੇ ਲਈ ਸਾਨੂੰ ਦੋਨਾਂ ਨੂੰ ਮਿਲਾਇਆ। ਤੁਹਾਡੇ ਅੰਦਰ ਵੀ ਕੁਝ ਪਿਆਰ ਜਗਾਇਆ ਤੇ ਮੈਨੂੰ ਵੀ ਤੁਸੀਂ ਜਗਾਇਆ। ਮੈਂ ਕਿਹਾ ਤੁਹਾਡੇ ਰੂਪ 'ਚ ਮੈਂ ਦੇਖਦਾ ਵੀ ਮਹਾਰਾਜ ਨੇ ਆ ਕੇ ਮੈਨੂੰ ਚਿਣਕ ਲਾਈ। ਅਗਰ ਆਪਾਂ ਨਾ ਮਿਲਦੇ, ਜਾਂ ਪਹਿਲਾਂ ਦੀ ਮੈਂ ਆਪਣੀ ਲਾਈਫ ਦੀ ਗੱਲ ਕਰਾਂ ਤਾਂ ਮੈਂ ਤਾਂ ਕਦੀ ਤੁਸੀਂ ਕਹਿ ਲਓ ਵੀ ਕਿਸੇ ਚੀਜ਼ ਨੂੰ ਲੈ ਕੇ ਸੀਰੀਅਸ ਨਹੀਂ ਸੀ। ਵੀ ਮੈਨੂੰ ਹੁੰਦਾ ਸੀ ਨਹੀਂ ਸ਼ੌਂਕਾਂ 'ਚ ਹੀ ਡੁੱਬੇ ਰਹਿਣਾ, ਜਾਂ ਜਿਵੇਂ ਕਹਿ ਲਓ ਵੀ ਸੰਗਤੀ ਐਸੀ ਹੈ ਨਾ, ਘੁੰਮਣ ਫਿਰਨ ਦਾ ਬੜਾ ਸ਼ੌਂਕ। ਆਪਣੇ ਗੁਰੂ ਮਹਾਰਾਜ ਬਾਰੇ ਕਦੀ ਬੈਠ ਕੇ ਸੋਚਿਆ ਹੀ ਨਹੀਂ। ਹਾਂ, ਇਹ ਕਿ ਸਾਹਮਣੇ ਕੋਈ ਇਤਿਹਾਸਿਕ ਗੱਲ ਕਰ ਰਿਹਾ ਤਾਂ ਥੋੜ੍ਹੀ ਦੇਰ ਸੁਣਨਾ, ਯਾਦ ਵੀ ਰਹਿਣਾ, 5 ਮਿੰਟ ਬਾਅਦ ਫਿਰ ਭੁੱਲ ਜਾਣਾ, ਵੀ ਉਹਨੂੰ ਸੀਰੀਅਸਲੀ ਨਹੀਂ ਕਦੀ ਲਿਆ। ਹੁਣ ਜਿਵੇਂ ਆਪਾਂ ਹੁਣ ਜਦੋਂ ਅਰਦਾਸ ਵੀ ਜਦੋਂ ਹੁੰਦੀ ਹੈ, ਗੁਰੂ ਘਰ ਜਾਂਦੇ ਹਾਂ, ਅਰਦਾਸ ਹੋ ਰਹੀ ਹੈ, ਆਪਾਂ ਖੁਦ ਅਰਦਾਸ ਕਰਦੇ ਹਾਂ, ਤਾਂ ਉਹਦੇ ਵਿੱਚ ਇੱਕ ਜਦੋਂ ਲਾਈਨ ਆਉਂਦੀ ਹੈ ਨਾ, ਤਾਂ ਉਹ ਸਿੱਧੀ ਫੀਲ ਹੁੰਦੀ ਹੈ ਵੀ ਯਾਰ ਇੰਨੇ ਸਾਲਾਂ ਤੋਂ ਅਰਦਾਸ ਸੁਣ ਰਹੀ, ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਰਦਾਸ ਆਪਾਂ ਕਰ ਕਿਉਂ ਰਹੇ ਹਾਂ। ਇਹਦੇ ਵਿੱਚ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਬਹੁਤ ਫਰਕ ਹੈ ਵਾਹਿਗੁਰੂ ਜੀ। ਹਾਂਜੀ, ਇਹਨਾਂ ਬਿਨਾਂ ਅਗਰ ਮੰਨ ਲਓ ਵੈਸੇ ਤਾਂ ਇੱਦਾਂ ਹੁਕਮ 'ਚ ਹੀ ਹੈ ਸਭ ਕੁਝ, ਪਹਿਲੇ ਹੀ ਹੁਕਮ 'ਚ ਸੀਗੇ ਹੈ। ਹਾਂ, ਜਿਵੇਂ ਤੁਹਾਡਾ ਕੁਐਸਚਨ, ਅਗਰ ਇਹ ਨਾ ਹੁੰਦੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਨਮ ਵੀ ਵਿਅਰਥ ਚਲੇ ਜਾਣਾ ਸੀ, ਬਟ ਹੁਣ ਆਪਾਂ ਇਹ ਕਹਿ ਸਕਦੇ ਹਾਂ ਜਨਮ तुम्हारे लेखे। जी वाहिगुरु जी। वाहिगुरु जी, जितना गुरु ने समझाया है कि एक तो ये सब कर्मों की खेल है, हमें अपना नहीं पता होता वाहिगुरु जी। हम जान ही नहीं सकते कि हमारे साथ अभी कुछ सेकंड में क्या होगा, पर जिसने सृष्टि बनाई उसे सब पता है। उसने खेल रचा है ना, वो जो भी करता है ना वो बहुत अच्छा करता है, उसके करने में आप कमी नहीं निकाल सकते। चलो आपने जैसे किया कि हाँ, जो जैसे अभी हम मिले, नाम जप रहे हैं,
वाहिगुरु जी पिताजी ने सबको ऐसे ही मिलाया है, ऐसा नहीं है कि सबको अलग अलग है, बस वो ना भूले बैठे हैं। कहीं ना कोई एक दूसरे का पार्टनर ना याद दिलाता है, पर ना दुनिया में इतने फंस जाते हैं कि ना वो उनको वो याद दिलाते भी ना पिताजी वो वो इंटरेस्ट नहीं लेते। वही बात है, सब कर्मों की खेल है वाहिगुरु जी। अदरवाइज पिताजी ने तो सबको पार्टनर बहुत अच्छे दिए हैं, बहुत अच्छे दिए हैं, आप कमी नहीं निकाल सकते, बस आपके कर्मों की खेल है। ਅੱਛਾ, ਤੁਸੀਂ ਆਪਣੇ ਆਪ ਨੂੰ ਸੁਭਾਗਾ ਸਮਝਦੇ ਹੋ ਕਿ ਕਈ ਲੋਕ ਸਾਡੇ ਵਰਗੇ ਭੁੱਲੇ ਭਟਕੇ, ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦਾ ਰਾਸਤਾ ਕੀ ਹੈ, ਕਦੋਂ ਉਹ ਗੁਰੂ ਦੇ ਲੜ ਲੱਗਣਗੇ ਜਾਂ ਕਦੋਂ ਵਾਹਿਗੁਰੂ ਮਿਹਰ ਕਰਨਗੇ? ਤੁਸੀਂ ਆਪਣੇ ਆਪ ਨੂੰ ਸੁਭਾਗਾ ਮੰਨਦੇ ਹੋ ਕਿ ਵਾਹਿਗੁਰੂ ਨੇ ਇੰਨੀ ਛੇਤੀ ਮਿਹਰ ਕਰ ਦਿੱਤੀ? ਇੱਥੇ ਵਾਹਿਗੁਰੂ ਜੀ ਜੋ ਸਾਨੂੰ ਫੀਲ ਹੁੰਦਾ ਕਿ ਮਹਾਰਾਜ ਨੇ ਤਰਸ ਖਾਧਾ। ਮਹਾਰਾਜ ਨੇ ਉਹਨਾਂ ਆਪਾਂ ਜਿਹੜੇ ਇੰਨੇ ਜਨਮਾਂ ਤੋਂ ਜਾਂ ਪਤਾ ਨਹੀਂ ਕਦੋਂ ਤੋਂ ਤਰਲੇ ਪਾ ਰਹੇ ਹੁੰਦੇ ਆ, ਇਹ ਸਾਨੂੰ ਕਿਸੇ ਨੇ ਚਲੋ ਸਮਝਾਇਆ ਹੀ ਸੀਗਾ। ਕਹਿੰਦੇ ਕਿ ਆਪਾਂ ਨਾ ਬੜੇ ਜਨਮਾਂ ਤੋਂ ਤਰਲੇ ਪਾਈ ਜਾਂਦੇ ਆ ਵੀ ਮਹਾਰਾਜ ਹੁਣ ਆਪਾਂ ਤੇਰਾ ਨਾਮ ਜਪਾਂਗੇ, ਤੂੰ ਸਾਨੂੰ ਨਾ ਕਹਿੰਦੇ ਨਾ ਇਨਸਾਨੀ ਜਾਮਾਂ ਦੇ ਤੇ ਹੁਣ ਆਪਾਂ ਗਲਤੀਆਂ ਨਹੀਂ ਕਰਾਂਗੇ। ਕਹਿੰਦੇ ਆਪਾਂ ਆਉਂਦੇ ਆਪਾਂ ਫਿਰ ਭੁੱਲ ਜਾਂਦੇ ਆ, ਜਿੱਦਾਂ ਹੀ ਆਪਾਂ ਕਹਿੰਦੇ ਮਾਂ ਦੀ ਕੋਖ ਚੋਂ ਬਾਹਰ ਆਉਂਦੇ ਆ ਤੇ ਆਪਾਂ ਹੰਕਾਰੇ ਜਾਂਦੇ ਆ, ਮੋਹ 'ਚ ਫਸ ਜਾਂਦੇ ਆ, ਕ੍ਰੋਧ 'ਚ ਫਸ ਜਾਂਦੇ ਆ। ਤਾਂ ਇਹ ਬਸ ਇੰਨਾ ਸਮਝਦੇ ਆ ਵਾਹਿਗੁਰੂ ਜੀ, ਇਸ ਵਾਰੀ ਮਹਾਰਾਜ ਨੇ ਨਾ ਕਹਿ ਲਓ ਵੀ ਉਹਨਾਂ ਦੀ ਨਜ਼ਰ ਪਈ ਤਾਂ ਉਹਨਾਂ ਨੇ ਤਰਸ ਖਾ ਲਿਆ ਬਸ। ਨਹੀਂ ਤਾਂ ਸਾਡੇ ਕੋਲ ਕੁਛ ਨਹੀਂ ਹੈ ਕਿ ਮਹਾਰਾਜ ਸਾਨੂੰ ਬਾਣਾ ਬਖਸ਼ਣ, ਮਹਾਰਾਜ ਸਾਨੂੰ ਅੰਮ੍ਰਿਤ ਵੀ ਛਕਾ ਦੇਣ, ਮਹਾਰਾਜ ਐਡੀ ਕਿਰਪਾ ਵੀ ਕਰ ਦੇਣ। ਆਪਾਂ ਨੂੰ ਨਹੀਂ ਲੱਗਦਾ ਕਿ ਇਹ ਵੀ ਸਾਡੇ ਕੋਲ ਇੱਦਾਂ ਦਾ ਕੁਛ ਹੈ ਵੀ ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਇਹ ਉਹਨਾਂ ਨੇ ਤਰਸ ਖਾਧਾ ਸਾਡੇ ਤੇ। ਤਾਂ ਠੀਕ ਹੈ, ਆਪਣੀ ਕਿਸਮਤ ਦੇ ਵਿੱਚ ਇਹ ਚੀਜ਼ ਨੂੰ ਚੰਗਾ ਵੀ ਸਮਝਦੇ ਹਾਂ, ਬਟ ਇਹ ਵੀ ਨਾਲ ਜ਼ਰੂਰ ਯਾਦ ਰੱਖਦੇ ਹਾਂ ਕਿ ਮਹਾਰਾਜ ਨੇ ਤਰਸ ਖਾਧਾ, ਨਹੀਂ ਤਾਂ ਹੋ ਨਹੀਂ ਸਕਦਾ ਸੀ ਵਾਹਿਗੁਰੂ। ਤੁਸੀਂ ਸੋਸ਼ਲ ਮੀਡੀਆ ਤੋਂ ਵੀ ਹੋ, ਜਦੋਂ ਬਾਹਰ ਕਿਤੇ ਨਿਕਲਦੇ ਹੋਵੋਗੇ ਤੁਸੀਂ, ਹੈ ਨਾ, ਲੋਕ ਪ੍ਰਭਾਵਿਤ ਵੀ ਹੁੰਦੇ ਹੋਣਗੇ। ਯੂਥ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਨਾਲ ਜੁੜ ਰਿਹਾ ਆ, ਤੁਹਾਡੇ ਨਾਲ ਜੁੜ ਕੇ ਕਈ ਲੋਕਾਂ ਨੇ ਅੰਮ੍ਰਿਤ ਛਕਿਆ ਵੀ ਆ। ਜੀ ਵਾਹਿਗੁਰੂ ਜੀ, ਹਾਂਜੀ, ਇਹਦੇ 'ਚ ਇੱਦਾਂ ਹੋਇਆ ਸੀ ਵਾਹਿਗੁਰੂ ਜੀ, ਸੋਸ਼ਲ ਮੀਡੀਆ 'ਤੇ ਆਪਾਂ ਹੁਣ ਕੁਛ ਦਿਨਾਂ ਤੋਂ ਹੀ ਆਏ ਹਾਂ, ਪਹਿਲਾਂ ਨਹੀਂ ਸੀਗੇ। ਪਹਿਲਾਂ ਤੁਹਾਨੂੰ ਜਿਵੇਂ ਭੈਣੇ ਦੱਸ ਰਹੇ ਸੀ ਨਾ ਕਿ ਮਹਾਰਾਜ ਨੇ ਸਾਡੀ ਐਸੀ ਖੇਡ ਰਚਤੀ ਸੀ, ਸਾਨੂੰ ਵੀ ਨਹੀਂ ਪਤਾ ਲੱਗਿਆ, ਸਾਨੂੰ ਦੋਨਾਂ ਨੂੰ ਇਕੱਲੇ ਕਿਤੇ ਰਹਿਣ ਦਾ ਐਸਾ ਮੌਕਾ ਬਖਸ਼ਿਆ, ਸਾਨੂੰ ਉੱਥੇ ਕੋਈ ਕਮੀ ਨਹੀਂ ਆਉਣ ਦਿੱਤੀ ਮਹਾਰਾਜ ਨੇ। ਇਹ ਦੇਖੋ, ਇਹ ਸਾਨੂੰ ਪਤਾ ਹੈ, ਹੋ ਸਕਦਾ ਕਿਸੇ ਨੂੰ ਉਹ ਗੱਲ ਕਿੱਦਾਂ ਲੱਗੇ, ਹੈ ਨਾ। ਆਪਾਂ ਕਈ ਵਾਰੀ ਬੈਠ ਕੇ ਗੱਲ ਕਰਦੇ ਹਾਂ ਕਿ ਯਾਰ ਆਪਾਂ ਇਹ ਕਿੱਦਾਂ ਸਰਵਾਈਵ ਕਰ ਗਏ 2 ਸਾਲ, ਨਹੀਂ ਤਾਂ ਨਹੀਂ ਹੋ ਸਕਦਾ ਸੀ। ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਜਿਵੇਂ ਉਹਨਾਂ ਨੇ ਨਾ ਕਹਿ ਤਾ ਵੀ ਤੁਸੀਂ ਬਸ ਨਾਮ ਜਪੋ, ਬਾਕੀ ਮੈਂ ਦੇਖੂੰਗਾ। ਹਜੂਰ ਸਾਹਿਬ ਤੋਂ ਵਾਪਸ ਆਉਂਦੇ ਅੰਮ੍ਰਿਤ ਛਕ ਕੇ, ਅਤੇ ਆਪਾਂ ਅੰਮ੍ਰਿਤ ਛਕ ਕੇ ਉੱਥੇ ਕੁਛ ਦਿਨ ਰਹੇ ਅਤੇ ਬੜੀ ਕਿਰਪਾ ਵਾਲਾ ਸਮਾਂ ਸੀਗਾ, ਮਹਾਰਾਜ ਦੇ ਚਰਨਾਂ 'ਚ ਰਹੇ ਅਤੇ ਖੁਸ਼ੀ ਬੜੀ ਹੁੰਦੀ ਸੀ ਕਿ ਮਤਲਬ ਨਾ ਕਹਿ ਲਓ ਇੱਕ ਯਕੀਨ ਹੀ ਨਹੀਂ ਹੁੰਦਾ ਸੀ ਕਿ ਆਪਾਂ ਅੰਮ੍ਰਿਤ ਛਕ ਲਿਆ, ਸਾਡਾ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਉੱਥੇ ਨਿਤਨੇਮ ਹੋਣਾ ਸਵੇਰੇ ਅੰਮ੍ਰਿਤ ਵੇਲੇ, ਬੜੀ ਖੁਸ਼ੀ ਹੁੰਦੀ ਸੀ। ਅਤੇ ਨਾਮ ਜਪਾਇਆ, ਜਿਹੜਾ ਉੱਥੇ ਸੰਤ ਮਹਾਂਪੁਰਸ਼ਾਂ ਨੇ ਉਹਨਾਂ ਦੀ ਸੰਗਤ ਹੀ ਕਰਨੀ, ਉਹਨਾਂ ਦੀ ਸੰਗਤ 'ਚ ਬੈਠ ਕੇ ਨਾਮ ਵੀ ਜਪਿਆ। ਫਿਰ ਜਦੋਂ ਆਪਾਂ ਵਾਪਸ ਆਉਂਦੇ ਹਾਂ ਭੈਣੇ, ਇਹ ਬੜੀ ਇੰਟਰਸਟਿੰਗ ਗੱਲ ਹੈ, ਇਹ ਆਪਾਂ ਅੱਜ ਵੀ ਸਾਡੇ ਅੰਦਰ ਇੱਕ ਕੁਐਸਚਨ ਬਣਿਆ ਹੋਇਆ ਹੈ, ਅੱਜ ਵੀ ਆਪਾਂ ਹੀ ਮਹਾਰਾਜ ਤੋਂ ਸਵਾਲ ਕਰਦੇ ਹਾਂ ਕਿ ਮਹਾਰਾਜ ਤੁਸੀਂ ਇਹ ਕੀ ਕੀਤਾ, ਸਾਨੂੰ ਸਮਝ ਨਹੀਂ ਆਈ। ਮਹਾਰਾਜ ਸਾਨੂੰ ਵਾਪਸ ਲਿਆਉਂਦੇ ਆ ਪੰਜਾਬ ਲਿਆ ਕੇ। ਜਦੋਂ ਆਪਾਂ ਟਰੈਵਲ ਕਰਕੇ ਆ ਰਹੇ ਸੀ ਤਾਂ ਮੈਂ ਇਹਨਾਂ ਨੂੰ ਇਹੀ ਗੱਲ ਕਹਿ ਰਿਹਾ, ਮੈਂ ਕਿਹਾ ਜਾਵਾਂਗੇ, ਆਹ ਕੰਮ ਸੀਗੇ ਬੜੀ ਦੇਰ ਤੋਂ ਉਹ ਵਿੱਚੇ ਰੁਕ ਗਏ ਸੀ, ਜਾਂਦੇ ਆਹ ਕੰਮ ਕਰਨੇ ਪੈਣਗੇ ਆਪਾਂ ਨੂੰ। ਇਹ ਕਹਿੰਦੇ ਹਾਂਜੀ ਠੀਕ ਹੈ, ਆਪਾਂ ਜਾ ਕੇ ਕਰ ਲਾਂਗੇ। ਵਾਪਸ ਆਨੇ, ਉਹ ਕੰਮ ਕਿੱਥੇ ਕਰਨੇ ਸੀ। ਉਸ ਤੋਂ ਬਾਅਦ ਮਹਾਰਾਜ ਨੇ ਤਕਰੀਬਨ 1.5 ਤੋਂ ਪੌਣੇ 2 ਸਾਲ ਸਾਨੂੰ ਸਿਰਫ ਤੇ ਸਿਰਫ ਕਹਿ ਲਓ ਵੀ ਨਾਮ ਜਪਵਾਇਆ। ਤੇ ਸਾਨੂੰ ਜਿਵੇਂ ਕਹਿੰਦੇ ਨਾ ਵੀ ਇੱਕ ਦਿਨ ਨਹੀਂ ਆਪਣਾ ਨਿਕਲ ਸਕਦਾ ਜੇ ਆਪਾਂ ਕੰਮ ਨਾ ਕਰੀਏ, ਜੇ ਆਪਾਂ ਸਹੀ ਤਰ੍ਹਾਂ ਹੈ ਨਾ ਆਪਣੀ ਰੂਟੀਨ ਨਾ ਫੋਲੋ ਕਰੀਏ, ਅਤੇ ਜਾਂ ਆਪਾਂ ਕਹਿੰਦੇ ਦੋਸਤਾਂ ਨੂੰ ਨਾ ਮਿਲੀਏ, ਰਿਸ਼ਤੇਦਾਰਾਂ ਨੂੰ ਨਾ ਮਿਲੀਏ, ਘਰਦਿਆਂ ਨੂੰ ਨਾ ਮਿਲੀਏ। ਮਹਾਰਾਜ ਨੇ ਸਾਨੂੰ ਦੋਨਾਂ ਨੂੰ ਇਕੱਲੇ ਰੱਖਿਆ। ਸਾਨੂੰ ਕਹਿੰਦੇ ਹੈ ਨਾ ਵੀ ਉਹਨਾਂ ਨੇ ਕਿਹਾ ਤੁਸੀਂ ਬਸ ਨਾਮ ਜਪੋ, ਬਾਕੀ ਸਾਰੀ ਟੈਨਸ਼ਨ ਮੈਂ ਤੁਹਾਡੀ ਲੈ ਚੁੱਕਿਆ। ਇਹ ਸਾਨੂੰ ਨਹੀਂ ਪਤਾ ਸੀ ਭੈਣੇ, ਆਪਾਂ ਤਾਂ ਕੁਛ ਹੋਰ ਹੀ ਸੋਚ ਕੇ ਜਦੋਂ ਤੱਕ ਪੰਜਾਬ ਵੀ ਐਂਟਰ ਕਰ ਗਏ ਤਾਂ ਵੀ ਇਹੀ ਗੱਲ ਕਰ ਰਿਹਾ ਸੀ ਮੈਂ ਕਿਹਾ ਆਪਾਂ ਅੱਜ ਥੱਕ ਗਏ ਹਾਂ, ਕੱਲ੍ਹ ਜਾਵਾਂਗੇ, ਕੱਲ੍ਹ ਇਹ ਕਰਾਂਗੇ, ਪਰਸੋਂ ਇਹ ਕਰਾਂਗੇ, ਪਰ ਮਹਾਰਾਜ ਨੇ ਫਿਰ ਹੋਣ ਹੀ ਨਹੀਂ ਦਿੱਤਾ। ਮਹਾਰਾਜ ਨੇ ਨਾਮ ਜਪਾਉਣ 'ਤੇ ਲਾਇਆ, ਸਾਰੇ ਕੰਮ ਆਪੇ ਹੁੰਦੇ ਰਹੇ। ਸਾਨੂੰ ਕੋਈ ਚੀਜ਼ ਦੀ ਘਾਟ ਨਹੀਂ ਮਹਾਰਾਜ ਨੇ ਆਉਣ ਦਿੱਤੀ, ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਵੀ ਆਪਾਂ ਨੂੰ ਕਦੀ ਇਹ ਫੀਲ ਹੋਇਆ ਹੋਵੇ ਵੀ ਯਾਰ ਸਾਨੂੰ ਨਾ ਆਹ ਚਾਹੀਦਾ ਨਾ। ਸਾਡੀ ਸੋਚ ਤੋਂ ਪਹਿਲਾਂ ਹੀ ਮਹਾਰਾਜ ਨੇ ਉਹ ਚੀਜ਼ ਪੂਰੀ ਕਰਾ ਕੇ ਰੱਖਣੀ। ਬਸ ਬੱਚਿਓ ਤੁਸੀਂ ਨਾਮ ਜਪੀ ਚੱਲੋ। ਅਤੇ ਫਿਰ ਸਾਨੂੰ ਨਾ ਇੱਕ ਦਿਨ ਬੈਠੇ ਬੈਠੇ ਇੱਕ ਗੱਲ ਯਾਦ ਆਈ, ਮੈਂ ਇਹਨਾਂ ਨੂੰ ਕਿਹਾ ਗੁਰੂ ਨਾਨਕ ਦੇਵ ਜੀ ਤਾਂ ਇਹ ਵੀ ਕਹਿੰਦੇ ਕੀਰਤ ਕਰਨੀ ਵੀ ਬੜੀ ਜ਼ਰੂਰੀ ਹੈ। ਇਹਨਾਂ ਨੇ ਮੈਨੂੰ ਫਿਰ ਇਹ ਗੱਲ ਕਹੀ, ਕਹਿੰਦੇ ਕੀਰਤ ਤਾਂ ਤੁਸੀਂ ਕਰ ਹੀ ਰਹੇ ਸੀ ਇੰਨੇ ਸਾਲਾਂ ਤੋਂ, ਅਤੇ ਉਹ ਤਾਂ ਤੁਹਾਡੀ ਚੱਲਦੀ ਰਹਿਣੀ ਅੱਗੋਂ ਵੀ, ਠੀਕ ਹੈ, ਬਟ ਇਹ ਜਿਹੜੇ ਕੁਛ ਮੰਥਸ ਜਾਂ ਕੁਛ ਦਿਨ ਮਹਾਰਾਜ ਨੇ ਬਖਸ਼ੇ ਹੈ ਨਾ, ਇਹ ਵੀ ਆਪਾਂ ਨਹੀਂ ਛੱਡਣੇ, ਕਿਉਂਕਿ ਨਾਮ ਨਾਲ ਜੁੜੇ ਹਾਂ ਅਤੇ ਬੰਦਗੀ ਕਰਨ ਦਾ ਮੌਕਾ ਮਿਲਿਆ, ਆ ਕਰ ਲਈਏ ਫਿਰ ਆਪਾਂ ਕੀਰਤ। ਮੈਂ ਥੋੜ੍ਹਾ ਨਾ ਹੋ ਰਿਹਾ ਸੀ ਅੰਦਰੋਂ ਵੀ ਕੀਰਤ ਨਹੀਂ ਆਪਾਂ ਕਰ ਰਹੇ, ਅਤੇ ਮਹਾਰਾਜ ਦੇ ਹੁਕਮ ਤੋਂ ਕਿਤੇ ਬਾਹਰ ਤਾਂ ਨਹੀਂ ਆਪਾਂ। ਅਤੇ ਇਹਨਾਂ ਨੇ ਕਿਹਾ ਨਹੀਂ, ਤੁਸੀਂ ਇੰਨੇ ਸਾਲਾਂ ਤੋਂ ਕੀਰਤ ਹੀ ਕਰ ਰਹੇ ਸੀ, ਤੁਸੀਂ ਕੰਮ 'ਚ ਹੀ ਰੁੱਝੇ ਰਹਿੰਦੇ ਸੀ, ਰਾਤ ਨੂੰ ਲੇਟ ਆਉਂਦੇ ਸੀ, ਅਤੇ ਅੱਗੋਂ ਵੀ ਕਰੋਗੇ, ਪਰ ਆਹ ਜਿਹੜਾ ਸਮਾਂ ਮਹਾਰਾਜ ਨੇ ਕਿੱਦਾਂ ਬਣਾਇਆ, ਕਿਉਂ ਬਣਾਇਆ, ਉਹ ਜਾਣਦੇ ਆ, ਆਪਾਂ ਬਸ ਬੰਦਗੀ ਕਰੀ ਚੱਲੀਏ। ਤਾਂ ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਬੜੀ ਵਧੀਆ ਕਹਿ ਲਓ ਨਾਮ ਜਪਣ ਦਾ ਮੌਕਾ ਮਿਲਿਆ।
ਬਸ ਅੱਜ ਵੀ ਸਾਡੇ ਅੰਦਰ ਇੱਕ ਕੁਐਸਚਨ, ਹੁਣ ਤਾਂ ਚਲੋ ਉਹ ਰੂਟੀਨ 'ਚ ਆਪਾਂ ਵਾਪਸ ਵੀ ਆ ਗਏ ਹਾਂ, ਕੰਮ ਵੀ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਬੰਦਗੀ ਵੀ ਕਰ ਰਹੇ ਹਾਂ, ਪਰ ਉਹ ਜਿਹੜਾ ਵਿੱਚ ਸਮਾਂ ਆਇਆ ਸੀ ਨਾ, ਉਹ ਸਾਡੇ ਅੰਦਰ ਇੱਕ ਕੁਐਸਚਨ ਬਣਿਆ ਕਿ ਮਹਾਰਾਜ ਆਪਾਂ ਤੁਹਾਨੂੰ ਨਾ ਕੁਝ ਕਿਹਾ ਵੀ ਸਾਡਾ ਕੁਝ ਘਟਦਾ ਪਿਆ ਵੱਧਦਾ ਪਿਆ, ਤੁਸੀਂ ਪੂਰਾ ਵੀ ਆਪੇ ਕਰਾਉਂਦੇ ਸੀ। ਬੜੀ ਵਾਰ ਬੜਾ ਕੁਝ ਹੋਇਆ ਵਾਹਿਗੁਰੂ ਜੀ, ਉਹ ਚਲੋ ਬੜਾ ਡੀਪਲੀ ਚਲੇ ਜਾਏਗਾ, ਬਟ ਇੱਕ ਵੈਸੇ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਸੋਚੋ ਇੱਦਾਂ ਹੋ ਨਹੀਂ ਸਕਦਾ। 2 ਸਾਲ ਬੜੇ ਲੰਬੇ ਹੁੰਦੇ ਆ, ਠੀਕ ਹੈ, 2 ਦਿਨ 2 ਹਫ਼ਤੇ ਹੋ ਸਕਦਾ, ਚਲੋ 2 ਮਹੀਨੇ ਵੀ ਕੋਈ ਸੋਚ ਸਕਦਾ ਹੈ, ਹਾਂਜੀ 24 ਮਹੀਨੇ ਵਾਹਿਗੁਰੂ ਜੀ। ਤੇ ਮਹਾਰਾਜ ਨੇ ਕਦੀ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ, ਤੇ ਸਾਡਾ ਟੁੱਟ ਵਿਸ਼ਵਾਸ ਉਦੋਂ ਇਸ ਗੱਲ ਦਾ ਬਣ ਗਿਆ ਸੀ ਕਿ ਜੇ ਆਪਾਂ ਮਹਾਰਾਜ ਦੇ ਹੱਥ ਡੋਰ ਛੱਡਤੀ ਨਾ, ਇੱਕ ਹੁੰਦਾ ਕਿ ਆਪਾਂ ਇੱਕ ਦਿਨ ਛੱਡਦੇ ਹਾਂ, ਅਗਲੇ ਦਿਨ ਫਿਰ ਡੋਲ ਜੰਨੇ ਆ ਵੀ ਨਹੀਂ ਜੇ ਮੈਂ ਕੰਮ ਤੇ ਨਾ ਗਿਆ ਜਾਂ ਮੈਂ ਇਹ ਨਹੀਂ ਕੀਤਾ ਤਾਂ ਨਹੀਂ ਇਹ ਨੁਕਸਾਨ ਮਹਾਰਾਜ ਥੋੜੀ ਇਹਦੇ 'ਚ ਆ ਕੇ ਮੇਰਾ ਕੁਝ ਮਿਹਨਤ ਤਾਂ ਮੈਂ ਹੀ ਕਰਨੀ ਹੈ, ਖਾਣਾ ਤਾਂ ਮੈਂ ਆਪਣਾ ਹਾਰਡ ਵਰਕ ਕਰਕੇ ਹੀ ਹੈ। ਬਟ ਹੁੰਦਾ ਕੀ ਹੈ, ਕਿਸੇ ਗਲਤ ਕੰਮ ਲਈ ਆਪਾਂ ਛੱਡ ਰਹੇ ਹਾਂ ਉਹ ਗੱਲ ਵੱਖਰੀ ਹੈ, ਪਰ ਜਦੋਂ ਆਪਾਂ ਮਹਾਰਾਜ ਦੇ ਉੱਤੇ ਡੋਰ ਛੱਡ ਰਹੇ ਹਾਂ, ਉਹਦਾ ਨਾਮ ਜਪਣ ਲਈ ਛੱਡ ਰਹੇ ਹਾਂ ਨਾ, ਫਿਰ ਮਹਾਰਾਜ ਖੇਡ ਖੜਾ ਕੇ ਵੀ ਦਿਖਾ ਦਿੰਦੇ। ਬੜਾ ਕੁਝ ਹੋਇਆ ਵਾਹਿਗੁਰੂ ਜੀ, ਇਹ ਸਾਡਾ ਐਕਸਪੀਰੀਅੰਸ ਹੈ। ਤੇ ਹੋਇਆ ਕਿ ਵਾਹਿਗੁਰੂ ਜੀ ਜਦੋਂ ਉਸ ਤੋਂ ਆਪਾਂ ਬੰਦਗੀ ਦਾ ਜਾਂ ਜੋ ਸਮਾਂ ਮਹਾਰਾਜ ਨੇ ਬਖਸ਼ਿਆ ਸੀ, ਉਸ ਤੋਂ ਬਾਅਦ ਬਾਹਰ ਆਏ ਆ, ਬਾਹਰ ਆ ਕੇ ਵੀ ਕੁਝ ਸਮਾਂ ਆਪਾਂ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਤੇ ਨਹੀਂ ਆਏ ਸੀ। ਇਹ ਤਾਂ ਵਿੱਚ ਸਾਨੂੰ ਕਿਸੇ ਸੰਗਤ 'ਚ ਨਾ ਕੋਈ ਮਿਲੇ ਸੀਗੇ, ਉਹਨਾਂ ਨੇ ਕਿਹਾ ਤੁਸੀਂ ਨਾ ਇੰਸਟਾਗ੍ਰਾਮ ਤੇ ਆਓ। ਆਪਾਂ ਕਿਹਾ ਠੀਕ ਹੈ ਵਾਹਿਗੁਰੂ ਜੀ ਬਣਾ ਲੈਂਦੇ ਹਾਂ। 5-7 ਦਿਨ ਬਣਾ ਕੇ ਆਪਾਂ ਛੱਡਤਾ, ਆਪਾਂ ਕੋਈ ਬਹੁਤੀਆਂ ਵੀਡੀਓਜ਼ ਨਹੀਂ ਪਾਈਆਂ ਸੀ, 1-2 ਵੀਡੀਓਜ਼ ਪਾਤੀਆਂ। ਤੇ ਇੱਕ ਰਾਤ ਨਾ ਇਹ ਮੈਨੂੰ ਕਹਿੰਦੇ ਕਿ ਆਪਾਂ ਕਿਉਂ ਨਾ ਇਹਦੇ ਤੇ ਇਤਿਹਾਸ ਦੀ ਕੋਈ ਗੱਲ ਸੀਗੀ, ਬਾਬਾ ਹਨੂਮਾਨ ਜੀ ਦੀ ਸੀਗੀ ਗੱਲ, ਇਹ ਕਹਿੰਦੇ ਆਪਾਂ ਸ਼ਹੀਦੀ ਹੈ ਨਾ ਜਿਹੜੀ ਉਹ ਸੀਗੀ ਬਾਬਾ ਹਨੂਮਾਨ ਜੀ ਜਿਹੜੇ ਨੇ, ਉਹਨਾਂ ਤੇ ਆਪਾਂ ਇੱਕ ਵੀਡੀਓ ਬਣਾ ਕੇ ਪਾ ਦਈਏ। ਮੈਂ ਕਿਹਾ ਠੀਕ ਹੈ, 7 ਬਚਨ ਵਾਹਿਗੁਰੂ ਜੀ ਪਾ ਦਿਓ। ਆਪਾਂ ਵੀਡੀਓ ਬਣਾ ਕੇ ਪਾ ਕੇ ਸੋ ਗਏ, ਸਵੇਰੇ ਉੱਠੇ ਉਹ ਲੱਖਾਂ 'ਚ ਗਈ ਹੋਈ ਵਾਹਿਗੁਰੂ ਜੀ। ਤੇ ਆਪਾਂ ਕਿ ਕੀ ਹੋ ਗਿਆ ਵੀ ਆਪਾਂ ਤਾਂ ਕੁਝ ਸੋਚਿਆ ਨਹੀਂ ਸੀ। ਮਹਾਰਾਜ ਨੇ ਬਿੱਧ ਬਣਾਉਣੀ ਹੁੰਦੀ ਹਰ ਗੱਲ ਦੀ। ਉੱਥੋਂ ਕੀ ਹੋਇਆ, ਉਹ ਸੰਗਤ ਜੁੜ ਗਈ, ਹੁਣ ਆਪਣੇ ਕੋਲ ਰੁਕਿਆ ਨਹੀਂ ਜਾਂਦਾ। ਹੁਣ ਸਾਡੇ ਭੈਣ ਭਰਾ ਸਾਰੇ ਜੁੜਦੇ, ਸਾਨੂੰ ਉਲਟਾ ਹੋਰ ਬੜੀ ਖੁਸ਼ੀ ਹੁੰਦੀ ਹੈ ਕਿ ਮਹਾਰਾਜ ਅੱਛਾ ਤੁਸੀਂ ਇੱਥੇ ਵੀ ਤਾਂ ਭੇਜਿਆ ਸੀ। ਵੀ ਕਈਆਂ ਦੇ ਚਲੋ ਸਵਾਲ ਨੇ, ਕਈ ਭੈਣ ਭਰਾ ਇੱਦਾਂ ਦੀ ਗੱਲ ਵੀ ਦੱਸਦੇ ਆ ਵੀ ਸਾਨੂੰ ਹੁੰਦਾ ਵੀ ਚਲੋ ਉਹਨਾਂ ਨੂੰ ਇੱਕ ਸਿਰਫ ਪੁਸ਼ ਚਾਹੀਦਾ, ਇੱਕ ਛੋਟੀ ਜਿਹੀ ਗੱਲ ਦੀ ਗਾਈਡੈਂਸ ਚਾਹੀਦੀ, ਉਹ ਤੁਰ ਪੈਂਦੇ ਆ ਮਹਾਰਾਜ ਨਾਲੋਂ ਜੁੜੇ ਹੋਏ ਅੰਦਰੋਂ। ਬਸ ਕਿਸੇ ਦੇ ਘਰ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ, ਕਿਸੇ ਦੀ ਲਾਈਫ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ, ਸਾਡੇ ਵੀ ਸੀ। ਤੇ ਬਸ ਉਹ ਬੜੀ ਖੁਸ਼ੀ ਹੁੰਦੀ। ਹੁਣ ਬੜੇ ਭੈਣ ਭਰਾ ਸਾਨੂੰ ਫੋਟੋ ਭੇਜਦੇ ਆ ਵੀ ਵੀਰੇ ਮੈਂ ਅੰਮ੍ਰਿਤ ਛਕ ਲਿਆ, ਭੈਣੇ ਮੈਂ ਅੰਮ੍ਰਿਤ ਛਕ ਲਿਆ, ਇਹਨਾਂ ਨੂੰ ਭੇਜਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ। ਤੁਸੀਂ ਯਕੀਨ ਕਰੋਗੇ ਵਾਹਿਗੁਰੂ ਜੀ, ਇੱਕ ਗੱਲ ਇੱਥੇ ਮੈਂ ਜ਼ਰੂਰ ਦੱਸਣਾ ਚਾਹੂੰਗਾ, ਮੈਨੂੰ ਬੜੀ ਜ਼ਰੂਰੀ ਲੱਗਦੀ ਹੈ ਗੱਲ। ਹੁਣ ਜਿਵੇਂ ਇਹ ਹਿੰਦੀ 'ਚ ਬੋਲਦੇ ਨੇ, ਤੇ ਸ਼ੁਰੂ 'ਚ ਨਾ ਮੈਨੂੰ ਹੋਇਆ, ਮੈਂ ਕਿਹਾ ਕਿ ਹਿੰਦੀ 'ਚ ਇਹਨਾਂ ਨੇ ਜਦੋਂ ਬੋਲਿਆ ਨਾ, ਤੇ ਮੇਰੇ ਮਾਈਂਡ 'ਚ ਆਇਆ, ਮੈਂ ਕਿਹਾ ਹਿੰਦੀ ਬੋਲਦੇ ਤਾਂ ਪੱਕਾ ਮਹਾਰਾਜ ਨੇ ਕੁਛ ਨਾ ਕੁਛ ਇਹਦਾ ਵੀ ਰੱਖਿਆ ਹੋਊਗਾ, ਨਹੀਂ ਤਾਂ ਪੰਜਾਬੀ ਇਹ ਲਿਖਣੀ ਵੀ ਜਾਣਦੇ ਨੇ ਤੇ ਸਮਝ ਵੀ ਲੈਂਦੇ ਨੇ, ਬਸ ਇਹਨਾਂ ਨੂੰ ਬੋਲਣ 'ਚ ਦਿੱਕਤ ਹੁੰਦੀ ਹੈ। ਉਹ ਕੀ ਹੋਇਆ ਵਾਹਿਗੁਰੂ ਜੀ, ਜਦੋਂ 2-4 ਵੀਡੀਓ ਪਾਈਆਂ ਤਾਂ ਸਾਨੂੰ ਆਲ ਓਵਰ ਵਰਲਡ, ਮਤਲਬ ਜਿਹੜੇ ਹਿੰਦੀ ਸਮਝਦੇ ਇੰਡੀਅਨ ਜਿਹੜੇ ਸੀਗੇ, ਪੰਜਾਬ ਦੇ ਤਾਂ ਪੰਜਾਬੀ ਸਮਝ ਹੀ ਲੈਂਦੇ ਆ। ਜਿਵੇਂ ਤੁਸੀਂ ਲਾ ਲਓ ਮਹਾਰਾਸ਼ਟਰ, ਹੈਦਰਾਬਾਦ ਸਾਈਡ, ਸਾਊਥ ਸਾਈਡ ਜਾਂ ਕਿਤੇ ਵੀ ਲਾ ਲਓ, ਯੂਪੀ, ਬਿਹਾਰ, ਰਾਜਸਥਾਨ, ਹਿਮਾਚਲ, ਜੰਮੂ ਕਸ਼ਮੀਰ, ਹਰ ਜਗ੍ਹਾ ਤੋਂ ਸੰਗਤ ਦੇ ਨੂੰ ਇਹਨਾਂ ਲਈ ਸਪੈਸ਼ਲ ਮੈਸੇਜ ਆਏ ਕਿ ਵਾਹਿਗੁਰੂ ਜੀ ਜੇ ਤੁਸੀਂ ਹਿੰਦੀ ਨਾ ਬੋਲਦੇ ਤਾਂ ਸਾਨੂੰ ਵੀਰ ਜੀ ਦੀ ਗੱਲ ਤਾਂ ਇੰਨੀ ਸਮਝ ਆਣੀ ਨਹੀਂ ਸੀ। ਉਹ ਹੁਣ ਇਤਿਹਾਸ ਸੁਣਨ ਲਈ ਹਮੇਸ਼ਾ ਤਿਆਰ ਹੁੰਦੇ ਆ ਵੀ ਆ ਵੀਡੀਓ ਪਾਣ ਤੇ ਆਪਾਂ ਸਿੱਖ ਇਤਿਹਾਸ 'ਚ ਕੁਝ ਸਮਝੀਏ, ਸੁਣੀਏ। ਤੇ ਬੜਾ ਪਿਆਰ ਹੈ ਉਹਨਾਂ ਦਾ ਨਾ ਗੁਰੂ ਸਾਹਿਬ ਲਈ। ਆਪਾਂ ਕਦੀ ਜੱਜ ਨਹੀਂ ਕਰ ਸਕਦੇ ਕਿ ਕੋਈ ਧਰਮ ਦਾ ਸਾਡੇ ਨਾਲੋਂ ਘੱਟ ਕਰ ਸਕਦਾ, ਮਾਰੇ ਨੂੰ ਪਿਆਰਿਆ ਵੱਧ, ਬਹੁਤ ਪਿਆਰ ਕਰਦੇ ਆ। ਤਾਂ ਸਾਨੂੰ ਵੀ ਹੁਣ ਪਤਾ ਲੱਗ ਰਿਹਾ ਦੂਰੋਂ ਦੂਰੋਂ ਸੰਗਤ, ਧਰਮ ਵੀ ਉਹਨਾਂ ਦਾ ਕੋਈ ਹੋਰ ਹੈ, ਪਰ ਉਹ ਮਹਾਰਾਜ ਨੂੰ ਇੰਨਾ ਪਿਆਰ ਕਰਦੇ ਆ ਨਾ ਕਿ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਉਹ ਚੀਜ਼, ਐਕਸਪੀਰੀਅੰਸ ਕਰ ਰਹੇ ਹਾਂ ਤਾਂ ਬੜੀ ਖੁਸ਼ੀ ਹੁੰਦੀ ਹੈ। ਉਹ ਵੀ ਕਹਿੰਦੇ ਆ ਕਿ ਮਹਾਰਾਜ ਦੇ ਜਿਹੜੇ ਸਾਡੇ ਉੱਤੇ ਕਰਜ਼ ਨੇ ਨਾ, ਉਹ ਬਹੁਤ ਵੱਡੇ ਨੇ। ਤੇ ਇਹ ਚੀਜ਼ ਸੁਣ ਕੇ ਚੰਗਾ ਲੱਗਦਾ ਹੈ ਕਿ ਇਤਿਹਾਸ ਬੱਚਿਆਂ ਨੇ ਯਾਦ ਵੀ ਰੱਖਿਆ ਹੋਇਆ ਹੈ। ਜੀ ਵਾਹਿਗੁਰੂ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ, ਟਾਈਮ ਦਿੱਤਾ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਗੁਰਸਿੱਖ ਜੋੜੇ ਦੇ ਨਾਲ ਮਿਲਵਾਇਆ ਹੈ, ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ, ਭੈਣ ਹੁਣੇ ਹਿੰਦੂ ਪਰਿਵਾਰ ਨਾਲ ਸੰਬੰਧਿਤ ਨੇ। ਇਹ ਅੰਮ੍ਰਿਤ ਛਕਦੇ ਨੇ, ਕਿੱਦਾਂ ਇਹਨਾਂ ਨੇ ਅੰਮ੍ਰਿਤ ਛਕਿਆ, ਕਿੱਦਾਂ ਗੁਰੂ ਦੇ ਲੜ ਲੱਗਿਆ, ਉਹ ਜਰਨੀ ਤੁਹਾਨੂੰ ਦੱਸੀ ਆ। ਉਮੀਦ ਕਰਦੇ ਹਾਂ ਅੱਜ ਦੀ ਇੰਟਰਵਿਊ ਵਧੀਆ ਲੱਗੀ ਹੋਊਗੀ। ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।